जसवीर शुरू करो। हाँ जी वीर जी। चलूगी बड़ी एडवांस टेक्नोलॉजी इन्हां कोल सुनाई दे रहा। वाहिगुरु जी का खालसा वाहिगुरु जी की फतेह। सारे ही पार्टिसिपेंट्स ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਆਪਾਂ ਇੱਕ ਵਿਸ਼ੇਸ਼ ਵੈਬੀਨਾਰ ਜਾਂ ਸੈਮੀਨਾਰ ਜਿਸ ਨੂੰ ਕਹਿ ਸਕਦੇ ਹਾਂ ਤੇ ਇਹ ਸ਼ੁਰੂ ਕਰਨ ਲੱਗੇ ਆ ਤੇ ਜਿਸ ਤਰ੍ਹਾਂ ਇਸ ਦਾ ਪਾਰਟਿਸਿਪੈਂਟ ਜੁੜੀ ਜਾਣਗੇ ਆਪੇ ਐਡ ਹੋਣਗੇ ਅਸੀਂ ਆਪਣੇ ਸਮੇਂ ਸਿਰ ਪ੍ਰੋਗਰਾਮ ਸ਼ੁਰੂ ਕਰਾਂਗੇ। ਸਾਰੇ ਹੀ ਪਾਰਟਿਸਿਪੈਂਟ ਜਿੰਨੇ ਜੁੜ ਚੁੱਕੇ ਨੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣਾ ਜਿਹੜਾ ਸਪੀਕਰ ਹੈ ਉਸ ਨੂੰ ਆਫ ਰੱਖਣਗੇ। ਕਰਾਂਗੇ ਸਾਰਿਆਂ ਨੇ ਨਾਲ ਕਰਨਾ ਹੈ ਲੇਕਿਨ ਕੋਸ਼ਿਸ਼ ਕਰਨਾ ਸਾਰੇ ਰਲ ਕੇ ਕਰੀਏ ਤੇ ਉਸ ਤੋਂ ਬਾਅਦ ਆਪਾਂ ਇਸ ਸੈਮੀਨਾਰ ਦੀ ਆਰੰਭਤਾ ਕਰਨੀ ਹੈ ਜੀ। ਪਹਿਲਾਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਵਿਸ਼ੇਸ਼ ਸੈਮੀਨਾਰ ਵਿੱਚ ਆਪ ਸਾਰਿਆਂ ਦਾ ਵੈਲਕਮ ਹੈ, ਜੀ ਆਇਆਂ ਹੈ। ਅੱਜ ਆਪਾਂ ਗੱਲ ਕਰਾਂਗੇ ਮੌਜੂਦਾ ਸਿੱਖਿਆ ਅਤੇ ਬਿਹਤਰ ਭਵਿੱਖ। ਜਿਸ ਆਪਾਂ ਕਹਿ ਸਕਦੇ ਹਾਂ ਫਿਊਚਰ ਲਰਨਿੰਗ ਪ੍ਰੋਸਪੈਕਟਸ। ਇਸ ਵਿੱਚ ਸਾਡੇ ਨਾਲ ਵਿਸ਼ੇਸ਼ ਤੌਰ ਤੇ ਜਿਹੜੇ ਵਕਤਾ ਨੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਨੀ ਹੈ ਉਹਨਾਂ ਦਾ ਮੈਂ ਆਪ ਜੀ ਨੂੰ ਇੰਟਰੋਡਿਊਸ ਕਰਾ ਦਿੰਦਾ ਹੈ। ਸਭ ਤੋਂ ਪਹਿਲਾਂ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਸਰਦਾਰ ਚੇਤਨ ਸਿੰਘ ਜੀ, ਮਹਾਰਾਸ਼ਟਰ ਪੁਣੇ ਤੋਂ, ਜਿਹੜੇ IT ਪ੍ਰੋਫੈਸ਼ਨਲ ਹਨ ਅਤੇ IBM ਇੰਡੀਆ ਦੇ ਵਿੱਚ ਜੌਬ ਕਰਦੇ ਨੇ। ਇਹਨਾਂ ਦਾ 10 ਸਾਲ ਦਾ ਐਕਸਪੀਰੀਅੰਸ ਹੈ, ਬਹੁਤ ਹੀ ਸੂਝਵਾਨ ਸੱਜਣ ਨੇ। ਇਹਨਾਂ ਤੋਂ ਬਾਅਦ ਵੀਰ ਅਨੀਤ ਸਿੰਘ ਜੀ, ਸਰਦਾਰ ਅਨੀਤ ਸਿੰਘ ਜੀ ਜਿਹੜੇ ਪ੍ਰੋਜੈਕਟ ਮੈਨੇਜਰ MNC 'ਚ ਹੈਗੇ ਨੇ। ਇਹ PMP ਸਰਟੀਫਾਈਡ ਪ੍ਰੋਫੈਸ਼ਨਲ ਪ੍ਰੋਜੈਕਟ ਮੈਨੇਜਮੈਂਟ ਕਰਦੇ ਨੇ। ਇਸ ਤੋਂ ਇਲਾਵਾ ਇਹ ਪਰਸਨਲ ਡਿਵੈਲਪਮੈਂਟ ਦੀ ਕਲਾਸਿਸ ਵੀ ਲੈਂਦੇ ਨੇ। ਇਹ ਨੌਜਵਾਨ ਵੀਰ ਵੀ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ। ਸਾਡੇ ਨਾਲ ਚੰਡੀਗੜ੍ਹ ਤੋਂ ਸਰਦਾਰ ਮਨਜੀਤ ਸਿੰਘ ਜੀ, ਜਿਹੜੇ ਕਿ ਜ਼ੋਨਲ ਸਕੱਤਰ ਦੀ ਸੇਵਾ ਨਿਭਾਉਂਦੇ ਨੇ ਚੰਡੀਗੜ੍ਹ ਟਰਾਈ ਸਿਟੀ ਜ਼ੋਨ ਦੀ, ਉਹਨਾਂ ਨੇ ਵਿਚਾਰ ਦੀ ਸਾਂਝ ਕਰਨੀ ਹੈ। ਉਪਰੰਤ ਵੀਰ ਸੁਰਿੰਦਰਪਾਲ ਸਿੰਘ ਜੀ, ਐਡੀਸ਼ਨਲ ਸਕੱਤਰ ਜਿਹੜੇ ਛੱਤੀਸਗੜ੍ਹ ਦੇ ਹੈਗੇ ਨੇ, ਉਹਨਾਂ ਨੇ ਆਪ ਨੂੰ ਸਾਰੇ ਪ੍ਰੋਗਰਾਮ ਦੀ ਤੇ ਅਗਲੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦੇਣੀ ਹੈ। ਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਰਦਾਰ ਚੇਤਨ ਸਿੰਘ ਜੀ ਨੂੰ ਕਿ ਆਪਣਾ ਲੈਕਚਰ ਸ਼ੁਰੂ ਕਰਨ ਜੀ। ਚੇਤਨ ਸਿੰਘ ਜੀ ਆਪਣਾ ਮਾਈਕ ਔਨ ਕਰ ਲੈਣ। ਹਾਂਜੀ, ਮੇਰਾ ਮਾਈਕ ਚਾਲੂ ਜੇ? ਹਾਂਜੀ ਵੀਰ ਜੀ, ਸ਼ੁਰੂ ਕਰੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹੈਲੋ ਐਂਡ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੈਂ ਚੇਤਨ ਸਿੰਘ ਭੋਈ ਪੂਨੇ ਤੋਂ, ਤੇ ਜਿਸ ਤਰ੍ਹਾਂ ਤੁਹਾਨੂੰ ਇੰਟਰੋਡਕਸ਼ਨ ਦਿੱਤੀ ਹੈ, ਮੈਂ IT ਪ੍ਰੋਫੈਸ਼ਨਲ ਤੋਂ ਹੈਗਾ ਆ ਤੇ ਕਰੰਟਲੀ ਮੈਂ IBM ਇੰਡੀਆ ਪ੍ਰਾਈਵੇਟ ਲਿਮਿਟਡ ਨਾਲ ਕੰਮ ਕਰਦਾ ਆ। ਤੇ 10 ਸਾਲ ਅਰਾਊਂਡ 10 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ। ਤੇ ਮੈਂ ਸ਼ੁਰੂ ਕੀਤਾ ਸੀਗਾ ਨੋਇਡਾ ਤੋਂ, ਫਿਰ ਮੈਂ ਕੋਗਨੀਜ਼ੈਂਟ ਟੈਕਨੋਲੋਜੀਜ਼ ਕੰਪਨੀ 'ਚ ਆਇਆ, ਫਿਰ ਮੈਂ IBM ਜੁਆਇਨ ਕੀਤੀ। ਤੇ ਅੱਜ ਅਸੀਂ ਗੱਲ ਕਰਾਂਗੇ ਫਿਊਚਰ ਲਰਨਿੰਗ ਪ੍ਰੋਸਪੈਕਟਸ ਦੇ ਬਾਰੇ ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਅਸੀਂ ਅੱਗੇ ਵਧਾਉਣਾ ਹੈ।
ਤੇ ਉਹਦੇ 'ਚ ਅਸੀਂ ਸਟਾਰਟ ਕਰਾਂਗੇ ਬੇਸਿਕਸ ਤੋਂ। ਬੇਸਿਕਸ ਅਸੀਂ ਬੇਸਿਕਸ ਦਾ ਮਤਲਬ ਕੀ ਸਮਝਦੇ ਹੈਗੇ? ਅਸੀਂ ਅੱਜ ਜੋ ਗੱਲ ਕਰ ਰਹੇ ਹਾਂ, ਤੁਹਾਡੇ ਤਾਈਂ ਮੇਰੀ ਆਵਾਜ਼ ਪਹੁੰਚ ਰਹੀ ਹੈ, ਤੁਹਾਨੂੰ ਸਮਝ ਆ ਰਹੀ ਹੈ, ਇਹ ਕਿਸ ਤਰ੍ਹਾਂ ਹੋ ਰਹੀ ਹੈ? ਅਸੀਂ ਕਮਿਊਨੀਕੇਸ਼ਨ ਕਰਦੇ ਹਾਂ। ਕਮਿਊਨੀਕੇਸ਼ਨ ਦੀ ਜਿਹੜੀ ਤਰੀਕਾ ਹੈ ਉਹ ਸਮਝ ਆਉਣ ਵਾਲਾ ਹੋਣਾ ਚਾਹੀਦਾ ਆ, ਤੇ ਜਿਹੜੇ ਬੋਲਣ ਵਾਲੇ ਬੰਦੇ ਨੂੰ ਤਰੀਕੇ ਨਾਲ ਬੋਲਣਾ ਆਉਣਾ ਚਾਹੀਦਾ ਹੈ ਕਿ ਵੀ ਅਗਲੇ ਨੂੰ ਗੱਲ ਵੀ ਸਮਝ ਆ ਜਾਵੇ ਤੇ ਸਾਡਾ ਕੰਮ ਵੀ ਪੂਰਾ ਹੋ ਜਾਵੇ। ਤੇ ਕਮਿਊਨੀਕੇਸ਼ਨ ਅੱਜ ਦੀ ਬੇਸਿਕ ਇੱਕ ਰਿਕੁਆਇਰਮੈਂਟ ਹੈਗੀ ਹੈ। ਕਿਤੇ ਵੀ ਜਾਵਾਂਗੇ ਅਸੀਂ, ਕੋਈ ਵੀ MNCs 'ਚ ਜਾਵਾਂਗੇ ਤੇ ਸਾਨੂੰ ਕਮਿਊਨੀਕੇਸ਼ਨ ਸਕਿੱਲ ਬਹੁਤ ਉੱਤੇ ਹੋਣੀ ਚਾਹੀਦੀ ਹੈ, ਸਾਨੂੰ ਉਹਦੇ ਵਿੱਚ ਪ੍ਰੋਫੀਸ਼ੀਐਂਟ ਹੋਣਾ ਚਾਹੀਦਾ ਹੈ। ਤੇ ਅਸੀਂ ਉਹਨੂੰ ਕਿਸ ਤਰ੍ਹਾਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ, ਉਹ ਸਾਨੂੰ ਆਪਣੇ ਆਪ ਨੂੰ ਅਸੀਂ ਤਿਆਰ ਕਰਾਂਗੇ। ਅਸੀਂ ਨਿਊਜ਼ਪੇਪਰ ਰੀਡ ਕਰਾਂਗੇ, ਇੰਗਲਿਸ਼ ਨਿਊਜ਼ਪੇਪਰ ਰੀਡ ਕਰੋ ਕਿਸੇ ਵੀ ਤਰੀਕੇ ਨਾਲ, ਉੱਥੋਂ ਸਟਾਰਟ ਕਰੋ। ਇੰਗਲਿਸ਼ ਚੈਨਲਸ ਵੇਖੋ, ਇੰਗਲਿਸ਼ ਤੁਹਾਡੇ ਨਿਊਜ਼ ਹੁੰਦੀਆਂ ਉਹਨੂੰ ਸੁਣੋ। ਤੇ ਇਸ ਤਰ੍ਹਾਂ ਤੁਸੀਂ ਮਤਲਬ ਆਪਣੇ ਆਪ ਨੂੰ ਇੰਗਲਿਸ਼ ਵੱਲ, ਕਿਉਂਕਿ ਅੱਜ ਪ੍ਰਾਇਮਰੀ ਲੈਂਗੁਏਜ ਤੇ ਸਾਨੂੰ ਵੀ ਪਤਾ ਆ, ਸਾਰਿਆਂ ਨੂੰ ਪਤਾ ਕਿ ਵੀ ਅਸੀਂ ਕਿਸੇ ਵੀ ਕੰਪਨੀ 'ਚ ਜਾਈਏ, ਸਾਨੂੰ ਰਿਟਨ ਰਾਈਟਿੰਗ ਸਪੀਕਿੰਗ ਇੰਗਲਿਸ਼ ਇਜ਼ ਦ ਮਸਟ ਥਿੰਗ, ਤੇ ਸਾਨੂੰ ਇੰਗਲਿਸ਼ ਆਉਣੀ ਬਹੁਤ ਜ਼ਰੂਰੀ ਹੈਗੀ ਹੈ। ਤੇ ਇੱਥੋਂ ਅਸੀਂ ਸ਼ੁਰੂ ਕਰਨਾ ਹੈ, ਤੇ ਸਾਨੂੰ ਇਹ ਪਰਸਨੈਲਿਟੀ ਗਰੋਥ ਹੈਗੀ ਸਾਡੀ, ਇੱਥੋਂ ਦੀ ਸਾਡੀ ਬੇਸਿਕ ਤੋਂ ਸਟਾਰਟ ਹੁੰਦੀ ਕਿ ਵੀ ਅਸੀਂ ਉਹਨੂੰ ਪੂਰਾ ਕਰਨਾ ਹੈਗਾ। ਫਿਰ ਦੂਜਾ ਪੁਆਇੰਟ ਆਉਂਦਾ ਸਾਡਾ ਟੀਮ ਵਰਕ ਸਾਡਾ ਕਿਸ ਹਿਸਾਬ ਨਾਲ, ਅਸੀਂ ਲੋਕਾਂ ਨਾਲ ਕਿਸ ਤਰ੍ਹਾਂ ਕੰਮ ਕਰਦੇ ਹਾਂ, ਅਸੀਂ ਉਹਨਾਂ ਨਾਲ ਕੰਮ ਕਰਦੇ ਵੀ ਹਾਂ ਕਿ ਨਹੀਂ, ਅਸੀਂ ਇੱਕ ਦੂਜੇ ਦੀ ਸਾਂਝ ਨਾਲ ਕੰਮ ਕਰਦੇ ਹਾਂ, ਅਗਲੇ ਦੇ ਭਾਵ ਸਮਝਦੇ ਹੈਗੇ ਕਿ ਨਹੀਂ। ਅਸੀਂ ਸਿਰਫ ਆਪਣੀ ਹੀ ਨਹੀਂ ਚਲਾਉਣੀ, ਅਸੀਂ ਜਦੋਂ ਵੀ ਅਸੀਂ MNCs 'ਚ ਜਾਵਾਂਗੇ ਜਾਂ ਕਿਤੇ ਵੀ ਵੱਡੀ ਕੰਪਨੀ 'ਚ ਜਾਵਾਂਗੇ ਤੇ ਸਾਨੂੰ ਉਹਨਾਂ ਨਾਲ ਸਾਰਿਆਂ ਨਾਲ ਅਸੀਂ ਕੰਮ ਕਰਨਾ ਆ, ਮਿਲ ਕੇ ਕੰਮ ਕਰਨਾ। ਤੇ ਟੀਮ ਵਰਕ ਕੈਪੈਬਿਲਿਟੀ ਸਾਡੇ 'ਚ ਆਉਣੀ ਬਹੁਤ ਜ਼ਰੂਰੀ ਹੈਗੀ ਆ। ਤੇ ਇਸ ਤੋਂ ਬਾਅਦ ਮੇਰਾ ਤੀਸਰਾ ਪੁਆਇੰਟ ਹੈਗਾ ਹੈ ਕਿ ਵੀ ਅਸੀਂ ਪ੍ਰੋਬਲਮ ਸੋਲਵਿੰਗ ਹੈਗੇ ਆ ਕਿ ਨਹੀਂ। ਅਸੀਂ ਕਿਸੇ ਵੀ ਪ੍ਰੋਬਲਮ 'ਚ ਫਸਦੇ ਹਾਂ ਤੇ ਉਹ ਪ੍ਰੋਬਲਮ ਅਸੀਂ ਸੋਲਵ ਕਰ ਪਾਉਂਦੇ ਹਾਂ ਕਿ ਨਹੀਂ। ਤੇ ਪ੍ਰੋਬਲਮ ਸੋਲਵਿੰਗ ਸਾਡੀ ਕਿੱਥੋਂ ਸ਼ੁਰੂ ਹੁੰਦੀ ਹੈ? ਸਾਡੀ ਪ੍ਰੋਬਲਮ ਸੋਲਵਿੰਗ ਕੈਪੈਸਿਟੀ ਜਿਹੜੀ ਸ਼ੁਰੂ ਹੁੰਦੀ ਆ ਉਹ ਸਕੂਲ ਲੈਵਲ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਅਸੀਂ ਸਕੂਲਿੰਗਸ 'ਚ ਅਸੀਂ ਜਦੋਂ ਮੈਥਮੈਟਿਕਸ ਕਰਦੇ ਹਾਂ, ਅਸੀਂ ਕੋਈ ਵੀ ਐਲਜੇਬਰਾਸ, ਅਸੀਂ ਕੋਈ ਵੀ ਇਕੁਏਸ਼ਨ ਸੋਲਵ ਕਰਦੇ ਹਾਂ ਤੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਉੱਥੋਂ ਡਿਵੈਲਪ ਹੁੰਦੀਆਂ ਨੇ। ਤੇ ਅੱਜ ਜੇ ਅਸੀਂ ਕਹੀਏ ਕਿ IITs ਜਿਹੜੇ ਹੈਗੇ ਆ ਬੱਚੇ ਪੜ੍ਹਦੇ ਨੇ, ਉਹਨਾਂ ਦੇ ਉਹ ਵੱਖਰੇ ਹੀ ਹੁੰਦੇ ਨੇ। ਕਿਉਂ ਵੱਖਰੇ ਹੁੰਦੇ ਨੇ? ਅਸੀਂ ਕਿਉਂ ਇਸ ਤਰ੍ਹਾਂ ਬੋਲਦੇ ਹਾਂ ਕਿ ਉਹ ਵੱਖਰੇ ਕਿਉਂ ਆ? ਕਿਉਂਕਿ ਉਹ ਆਪਣੇ ਆਪ ਨੂੰ ਹਮੇਸ਼ਾ ਡਿਵੈਲਪ ਕਰਦੇ ਰਹਿੰਦੇ ਨੇ, ਹਮੇਸ਼ਾ ਆਪਣੇ ਆਪ ਨੂੰ ਤਿਆਰ ਕਰਦੇ ਰਹਿੰਦੇ ਨੇ। ਕੋਈ ਵੀ A to Z, ਅਸੀਂ ਅਗਰ ਆਖਿਆ ਕਿ A to Z ਜਾਣਾ ਹੈ ਸਾਨੂੰ, ਤੇ ਅਸੀਂ A to Z ਪੂਰੇ ਅਲਫਾਬੈਟ ਨਹੀਂ ਪੜ੍ਹਦੇ ਰਵਾਂਗੇ। ਉਹਨਾਂ ਨੇ ਕੋਈ ਇਹੋ ਜਿਹੀ ਟ੍ਰਿਕ ਲੱਭਣੇ ਆ, ਕੋਈ ਇਹੋ ਜਿਹੀ ਚੀਜ਼ ਲੱਭਣੀ ਹੈ ਜਿਹਦੇ ਨਾਲ ਅਸੀਂ ਫਾਸਟਲੀ ਉਹ ਕੰਮ ਕਰੀਏ। ਤੇ ਅਸੀਂ ਕਿਸੇ ਵੀ ਤਰੀਕੇ ਨਾਲ ਜੋ ਵੀ ਅਸੀਂ ਕੰਮ ਕਰਦੇ ਹਾਂ, ਅਸੀਂ ਕੰਮ ਕਰਨੇ ਆ ਗਾਂ ਵੀ, ਤੇ ਉਹ ਇੱਕ ਸਮਾਰਟ ਵਰਕ ਹੋਣੇ ਚਾਹੀਦੇ ਨੇ। ਹਾਰਡ ਵਰਕ ਸਾਰੇ ਬੰਦੇ ਕਰਦੇ ਨੇ, ਹਾਰਡ ਵਰਕ ਪਲੱਸ ਸਮਾਰਟ ਵਰਕ ਚੰਗੇ ਬੰਦੇ ਕਰਦੇ ਨੇ। ਇਹ ਸਾਨੂੰ ਇੱਕ ਇਨੀਸ਼ੀਏਟਿਵ ਮਤਲਬ ਆਪਣੇ ਦਿਮਾਗ 'ਚ ਹਮੇਸ਼ਾ ਰੱਖਣਾ ਚਾਹੀਦਾ ਹੈ। ਇਹ ਹਮੇਸ਼ਾ ਆਪਣੇ ਦਿਮਾਗ 'ਚ ਰੱਖਣਾ ਹੈ ਕਿ ਵੀ ਅਸੀਂ ਸਮਾਰਟ ਵਰਕ ਕਰਨਾ ਹੈ, ਕੋਈ ਵੀ ਕੰਮ ਕਰਨਾ ਅਸੀਂ ਸਮਾਰਟਲੀ ਕਰਨਾ ਉਹਨੂੰ, ਨਾ ਕਿ ਅਸੀਂ ਮਤਲਬ ਗਧਾ ਵੀ ਇੱਕ ਕੰਮ ਕਰਦਾ ਹੁੰਦਾ ਹੈ, ਗਧਾ ਵੀ ਇੱਕ ਟੱਟੂ ਵੀ ਹੁੰਦਾ ਹੈ ਜਿਹੜਾ ਸਮਾਨ ਲੱਦ ਕੇ ਚਲੇ ਜਾਂਦਾ, ਬਟ ਉਹ ਸਮਾਰਟਲੀ ਕੰਮ ਨਹੀਂ ਕਰਦਾ। ਉਹਨੂੰ ਸੋਟੀ ਪੈਂਦੀ ਹੈ ਤੇ ਤੁਰਦਾ ਰਹਿੰਦਾ। ਅਸੀਂ ਸੋਟੀ ਨਹੀਂ ਖਾਣੀ, ਅਸੀਂ ਘੋੜੇ ਬਣਨਾ ਹੀ, ਆਪਣੇ ਹਿਸਾਬ ਨਾਲ ਚੱਲਣਾ ਹੈ, ਅਸੀਂ ਸਮਾਰਟਲੀ ਕੰਮ ਕਰਨਾ ਹੈ। ਤੇ ਉਹਦੇ ਬਾਅਦ ਅਸੀਂ ਥਰਡ ਟੌਪਿਕਸ ਤੇ ਆਉਂਦੇ ਆ, ਜਿਹੜਾ ਮੇਰਾ ਵਧੀਆ ਹੈਗਾ ਪ੍ਰੋਗਰਾਮ ਮੇਰਾ, ਉਹ ਹੈਗਾ ਸੋਲੂਸ਼ਨ ਤੁਸੀਂ ਕਿਸ ਤਰ੍ਹਾਂ ਬਣਾਉਂਦੇ। ਅਸੀਂ ਹਮੇਸ਼ਾ ਜੇ ਅਸੀਂ ਕਹੀਏ ਕਿ ਵੀ ਮੈਂ ਇੱਕ ਇੰਜੀਨੀਅਰ ਬਣਨਾ ਹੈਗਾ, ਤੇ ਇੰਜੀਨੀਅਰਿੰਗ ਤੁਸੀਂ ਜਦੋਂ ਕਰਨੀ ਹੈ ਤੇ ਤੁਹਾਨੂੰ ਇੰਜੀਨੀਅਰਿੰਗ ਦੇ ਟੈਕਨੀਕਸ ਆਉਣੀ ਚਾਹੀਦੀਆਂ ਕਿ ਵੀ ਅਸੀਂ ਅੱਜ ਆਹ ਕੰਮ ਲਿਆਂਦਾ ਆ ਜਾਂ ਅਸੀਂ ਕੰਮ ਕਰਨਾ ਹੈ ਤੇ ਉਹ ਕਿਸ ਤਰ੍ਹਾਂ ਕਰਨਾ ਹੈ। ਅਸੀਂ ਉਹਦੇ ਸੋਲੂਸ਼ਨਸ ਪ੍ਰੋਵਾਈਡ ਕਰਾਂਗੇ। ਹਮੇਸ਼ਾ ਇਸ ਤਰ੍ਹਾਂ ਸੋਚਣਾ ਹੈ ਕਿ ਇਹ ਬੈਟਰ ਕਿਤਨਾ ਹੋ ਸਕਦਾ ਹੈ। ਅੱਜ ਇਹ 1 ਮਿੰਟ ਦਾ ਟਾਈਮ ਲੈ ਰਿਹਾ ਆ, ਕੋਈ ਵੀ ਇੱਕ ਕਮਾਂਡ ਚੱਲਣ ਨੂੰ 1 ਮਿੰਟ ਦਾ ਟਾਈਮ ਲੈ ਰਿਹਾ ਆ, ਤੇ ਉਹ ਕਮਾਂਡ 1 ਮਿੰਟ ਤੋਂ ਮੈਂ 10 ਸੈਕਿੰਡ ਤੇ ਕਿਸ ਤਰ੍ਹਾਂ ਲੈ ਕੇ ਆਵਾਂ ਜਾਂ 1 ਸੈਕਿੰਡ ਤੇ ਕਿਸ ਤਰ੍ਹਾਂ ਲੈ ਕੇ ਆਵਾਂ। ਇਸ ਤਰ੍ਹਾਂ ਦੀ ਸਾਨੂੰ ਸੋਲੂਸ਼ਨਸ ਆਪਣੇ ਆਪ ਨੂੰ ਪੁੱਛਣੇ ਆ, ਆਪਣੇ ਆਪ ਨੂੰ ਡਿਵੈਲਪ ਕਰਨੇ ਆ। ਤੇ ਉਹ ਕਿਸ ਤਰ੍ਹਾਂ ਹੋਊਗੇ ਕਿ ਵੀ ਅਸੀਂ ਕੋਈ ਵੀ ਜਿਸ ਤਰ੍ਹਾਂ ਹੁਣ ਅਸੀਂ ਕਾਲਜਸ 'ਚ ਹੈਗੇ ਆ ਜਾਂ ਸਕੂਲਸ 'ਚ ਹੈਗੇ ਆ, ਤੇ ਇਹਨਾਂ ਦੇ ਟੈਕ ਫੈਸਟ ਹੁੰਦੇ ਨੇ।
ਟੈਕਨੀਕਲ ਫੈਸਟ ਹੁੰਦੇ ਨੇ ਜਿਨ੍ਹਾਂ ਨੂੰ ਮਤਲਬ ਬਹੁਤ ਸਾਰੇ ਕਾਲਜਸ ਨੂੰ ਇਨਵਾਈਟ ਹੁੰਦਾ ਆ, ਉਹ ਆਪਣੇ ਆਪਣੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਉੱਥੇ ਤੇ ਉਹ ਆਪਣੇ ਡਿਵੈਲਪਮੈਂਟਸ ਪੇਸ਼ ਕਰਦੇ ਨੇ ਉੱਥੇ ਕਿ ਵੀ ਅਸੀਂ ਡਿਵੈਲਪ ਕੀਤਾ ਆ, ਇਹ ਤੁਸੀਂ ਆ ਕੇ ਵੇਖੋ। ਤੇ ਸਾਨੂੰ ਹਮੇਸ਼ਾ ਮੋਸਟ ਮਤਲਬ 90% to 95% ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਇਸ ਸੈਮੀਨਾਰਸ ਇਸ ਤਰੀਕੇ ਦੇ ਟੈਕ ਫੈਸਟ 'ਚ ਜਾਣਾ ਜ਼ਰੂਰੀ ਹੈਗਾ, ਕਿਉਂਕਿ ਸਾਡੀ ਆਡੀਅנס ਹੈਗੀ ਹੈ 10th 12th ਔਰ ਫਸਟ ਈਅਰ ਸੈਕੰਡ ਈਅਰ ਵਾਲਿਆਂ ਦੀ, ਤੇ ਉਹਨਾਂ ਨੂੰ ਮੈਂ ਇਹੀ ਐਨਕਰੇਜਮੈਂਟ ਦਊਂਗਾ ਕਿ ਵੀ ਤੁਸੀਂ ਇਸ ਚੀਜ਼ਾਂ ਨੂੰ ਜ਼ਰੂਰ ਆਪਣੇ ਆਪ 'ਚ ਲਿਆਓ, ਹੋਰ ਕਾਲਜਸ ਦੇ ਥਰੂ ਜਾਣ ਦੀ ਇੱਕ ਦੂਸਰੇ ਨਾਲ ਗੱਲ ਕਰੋਗੇ ਤਾਂ ਹੀ ਪਤਾ ਲੱਗੂਗਾ ਕਿ ਵੀ ਅਗਲਾ ਕਿਹੜੇ ਲੈਵਲ ਤੇ ਚੱਲ ਰਿਹਾ ਹੈ, ਅਗਲਾ ਕੀ ਸੋਚ ਰਿਹਾ ਹੈ। ਅਸੀਂ ਜੇ ਇੱਕੋ ਜਗ੍ਹਾ ਅਸੀਂ ਸਟੈਗਨੈਂਟ ਕਰ ਲਾਂਗੇ ਆਪਣੇ ਆਪ ਨੂੰ, ਤੇ ਅਸੀਂ ਪਰਸਨਲੀ ਅਸੀਂ ਇੱਕ ਜਗ੍ਹਾ ਰੁਕ ਚੁੱਕੇ ਹਾਂ, ਅਸੀਂ ਰੁਕਣਾ ਨਹੀਂ ਹੈਗਾ। ਸਮਾਂ ਵਧੀ ਜਾਣਾ ਹੈ ਤੇ ਸਾਨੂੰ ਵੀ ਉਸ ਹਿਸਾਬ ਨਾਲ ਆਪਣੇ ਆਪ ਨੂੰ ਵਧਾਉਣਾ ਪਊਗਾ। ਅੱਜ ਪਹਿਲਾਂ ਅਸੀਂ ਹੱਥੀਂ ਕੰਮ ਕਰਦੇ ਹੁੰਦੇ ਸੀ, ਫਿਰ ਆਟੋਮੈਟਿਕ ਮਸ਼ੀਨਾਂ ਆਈਆਂ। ਹੁਣ ਮਸ਼ੀਨਸ ਤੋਂ ਅੱਜ ਦੀ ਡੇਟ 'ਚ ਹੁਣ ਉਹ ਮਸ਼ੀਨਸ ਵੀ ਇੰਨੀ ਸਮਾਰਟਲੀ ਕੰਮ ਕਰਦੀਆਂ ਨੇ, ਉਹਨਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਨਾ ਕਰ ਦਿੱਤਾ ਹੋਇਆ ਆ ਕਿ ਵੀ ਸਾਨੂੰ ਮਤਲਬ ਬੰਦਿਆਂ ਦੀ ਲੋੜ ਹੁਣ ਘੱਟ ਹੋਈ ਜਾ ਰਹੀ ਹੈ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਧੀ ਜਾ ਰਿਹਾ ਹੈ। ਸਾਰੀ ਮਸ਼ੀਨਾਂ ਆਟੋਮੈਟਿਕਲੀ ਕੰਮ ਕਰਦੀਆਂ ਨੇ ਅੱਜ ਕੱਲ੍ਹ, ਤੇ ਸਾਨੂੰ ਉਸ ਤਰੀਕੇ ਨਾਲ ਆਪਣੀਆਂ ਫੀਲਡਸ ਚੁਣਨੀਆਂ ਨੇ ਕਿ ਵੀ ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਣੀ ਜ਼ਰੂਰੀ ਹੈ, ਇਹ ਮਸਟ ਹੈਗੀ ਹੈ ਕਿ ਅਸੀਂ ਕਿਤੇ ਵੀ ਹੁਣ ਅਸੀਂ ਆਪਣੇ ਆਪ ਨੂੰ ਜੇ ਸੋਚੀਏ ਕਿ ਵੀ ਅਸੀਂ 5 ਸਾਲਾਂ ਬਾਅਦ ਅਸੀਂ ਜੇ ਹੁਣ ਕਾਲਜ ਤੋਂ ਬਾਅਦ 5 ਸਾਲ ਬਾਅਦ ਅਸੀਂ ਕਿੱਥੇ ਜਾਵਾਂਗੇ, ਅਸੀਂ ਕੀ ਕਰਾਂਗੇ, ਸਾਨੂੰ ਫਿਊਚਰ ਲਰਨਿੰਗ ਜ਼ਰੂਰੀ ਹੈਗੀ ਹੈ। ਸਾਨੂੰ ਅੱਗੇ ਦਾ ਸੋਚਣਾ ਬਹੁਤ ਜ਼ਰੂਰੀ ਹੈਗਾ, ਅੱਗੇ ਦਾ ਸੋਚ ਕੇ ਹੀ ਸਾਨੂੰ ਪੜ੍ਹਾਈ ਕਰਨੀ ਹੈ ਤੇ ਉਸ ਹਿਸਾਬ ਦੀ ਤਿਆਰੀ ਕਰਨੀ ਹੈ ਕਿ ਵੀ ਸਾਡੀ ਹੁਣ ਅੱਜ ਦੀ ਡਿਮਾਂਡ ਹੈਗੀ ਹੈ ਕਿ ਵੀ ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਣੀ ਜ਼ਰੂਰੀ ਹੈ, ਮਸ਼ੀਨ ਲਰਨਿੰਗ ਸਾਨੂੰ ਆਉਣੀ ਜ਼ਰੂਰੀ ਹੈਗੀ ਹੈ। ਤੇ ਸਾਨੂੰ ਅੱਜ ਦੀ ਡੇਟ 'ਚ ਹੈਗੇ ਹੈ, ਜੇ ਮੈਂ IT ਫੀਲਡ ਤੋਂ ਆਵਾਂ, ਸਾਨੂੰ ਡੇਟਾ ਸਾਇੰਟਿਸਟ ਅੱਜ ਕੱਲ੍ਹ ਬਹੁਤ ਲੋੜ ਪੈਂਦੀ ਹੈ, ਡੇਟਾ ਐਨਾਲਿਸਟ ਕਰਨੇ ਪੈਂਦੇ ਆ। ਤੇ ਉਹ ਕਿਸ ਤਰ੍ਹਾਂ ਹੋ ਗਿਆ ਕਿ ਵੀ ਹੁਣ ਅਸੀਂ ਪਹਿਲਾਂ ਆਉਂਦਾ ਸੀਗਾ ਕਿ ਵੀ ਚਲੋ ਇੱਕ ਕੰਪਿਊਟਰ ਆਇਆ, ਉਹਦੇ ਵਿੱਚ ਅਸੀਂ ਡੇਟਾ ਭਰਦੇ ਰਹੇ। ਹੁਣ ਇੱਕ ਦਿਨ ਤੇ ਉਹ ਭਰ ਕੇ ਬਹੁਤ ਜ਼ਿਆਦਾ ਭਰ ਜਾਣਾ ਨਾ, ਇੱਕ ਲਿਮਿਟ ਤੇ ਆ ਜੂਗੀ। ਹੁਣ 10 ਸਾਲਾਂ 20 ਸਾਲਾਂ ਦੇ ਅਸੀਂ ਭਰੀ ਜਾ ਰਹੇ, ਇੱਕ ਲਿਮਿਟ ਤੇ ਆ ਗਈ। ਉਹ ਹੁਣ ਲਿਮਿਟ ਦੇ ਬਾਅਦ ਕਿਸੇ ਨੇ ਸੋਚਿਆ ਕਿ ਵੀ ਉਹ ਲਿਮਿਟ ਦੇ ਬਾਅਦ ਹੁਣ ਇਹ ਜਿਹੜਾ ਹੈਗਾ ਆ, ਇਹਨੂੰ ਬਿਗ ਡੇਟਾ ਨੂੰ ਕਿਸ ਤਰ੍ਹਾਂ ਅਸੀਂ ਆਪਾਂ ਇਹਨੂੰ ਕਿਸ ਤਰ੍ਹਾਂ ਆਰਗੇਨਾਈਜ਼ ਕਰਨਾ ਹੈਗਾ। ਤੇ ਇਹਦੇ ਉੱਤੇ ਡੇਟਾ ਵੇਅਰ ਹਾਊਸ ਖੁੱਲਿਆ, ਡੇਟਾ ਸਾਇੰਟਿਸਟ ਆਏ। ਡੇਟਾ ਸਾਇੰਟਿਸਟ ਕਿਸ ਤਰ੍ਹਾਂ ਉਹਨਾਂ ਨੂੰ ਕੰਮ ਕਰਦੇ ਨੇ ਕਿ ਵੀ ਉਹਨਾਂ ਨੂੰ ਚੀਜ਼ਾਂ ਨੂੰ ਉਹ ਇੱਕ ਸਟੈਕਸ 'ਚ ਰੱਖਦੇ ਨੇ ਕਿ ਵੀ 1 ਤੋਂ ਲੈ ਕੇ 10 ਸਾਲ ਤਾਈਂ ਇਹਦੇ ਵਿੱਚ ਰਹਿਣਾ, 10 ਤੋਂ ਲੈ ਕੇ 20 ਸਾਲਾਂ ਤਾਈਂ ਇਹਦੇ ਵਿੱਚ ਰਹਿਣਾ। ਤੇ ਉਹ ਇੱਕ ਡਿਵੈਲਪਮੈਂਟ ਆਈ ਤੇ ਅਸੀਂ ਵੀ ਇਸ ਤਰ੍ਹਾਂ ਹੀ ਡਿਵੈਲਪ ਕਰਨਾ ਹੈ ਆਪਣੇ ਆਪ ਨੂੰ। ਹੁਣ ਅੱਜ ਦੀ ਡੇਟ 'ਚ ਹੈਗੀਆਂ ਡੇਟਾ ਸਾਇੰਟਿਸਟ ਦੀ ਲੋੜ ਹੈਗੀ ਆ, ਤੇ ਸਾਨੂੰ ਡੀਪ ਲਰਨਿੰਗ ਆਉਣੀ ਚਾਹੀਦੀ ਹੈ। ਡੀਪ ਲਰਨਿੰਗ ਜਿਹੜੀਆਂ ਹੈਗੀਆਂ ਆਈਡੀਆਜ਼ ਹੁੰਦੇ ਆ, ਆਈਡੀਆਜ਼ ਮਿਮਿਕ ਕਰਨੇ ਹੁੰਦੇ ਆ ਸਾਨੂੰ ਇੱਕ ਮਸ਼ੀਨ ਵਾਂਗੂ। ਇੱਕ ਮਤਲਬ ਕਿ ਜਿਹੜਾ ਇੱਕ ਦਿਮਾਗ ਹਿਊਮਨ ਅਗਰ ਸੋਚ ਰਿਹਾ ਆ ਤੇ ਉਹ ਮਸ਼ੀਨ ਵੀ ਉਦਾਂ ਹੀ ਸੋਚੇ। ਸਾਨੂੰ ਇਸ ਤਰ੍ਹਾਂ ਡੀਪ ਲਰਨਿੰਗ ਕਰਨੀ ਹੈ ਉਹਦੇ ਵਿੱਚ ਕਿ ਵੀ ਅਸੀਂ ਕੋਈ ਵੀ ਫੀਲਡ 'ਚ ਹੋਈਏ, ਜਿਹੜੀ ਵੀ ਫੀਲਡ 'ਚ ਹੈਗੇ ਆ, ਸਾਨੂੰ ਡੀਪ ਲਰਨਿੰਗ ਉਹਦੀ ਆਉਣੀ ਚਾਹੀਦੀ ਹੈ। ਇਹ ਟਰਮ ਹੈਗਾ ਆ, ਤੁਸੀਂ ਕਿਤੇ ਵੀ ਗੂਗਲ 'ਚ ਸਰਚ ਕਰੋਗੇ ਤੁਹਾਨੂੰ ਸਮਝ ਆਊਗਾ ਕਿ ਵੀ ਡੀਪ ਲਰਨਿੰਗ ਕੀ ਹੁੰਦੀ ਹੈ। ਠੀਕ ਹੈ। ਤੇ ਉਹਦੇ ਬਾਅਦ ਮਸ਼ੀਨ ਲਰਨਿੰਗ ਜਿਹੜੀ ਹੈਗੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਵੀ ਮਸ਼ੀਨ ਲਰਨਿੰਗ ਇੱਕ ਬਹੁਤ ਹੀ ਵੱਡੀ ਚੀਜ਼ ਹੈਗੀ ਆਪਣੇ ਆਪ 'ਚ। ਇਹ ਮਤਲਬ ਤੁਹਾਡਾ ਸਬਸੈਟ ਹੈਗਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ, ਕਿ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਚੋਂ ਹੀ ਇਹ ਬਾਹਰ ਆਉਂਦਾ ਆ। ਤੇ ਇਹ ਜਿਹੜਾ ਹੈਗਾ ਹੈ ਕਿ ਇਹ ਸਟੈਟਿਸਟਿਕਲੀ ਤੁਹਾਡੇ ਜਿੰਨੇ ਵੀ ਜਿਹੜੇ ਡੇਟਾ ਹੈਗੇ ਨੇ ਜਾਂ ਕੁਝ ਵੀ ਮਤਲਬ ਸਮਝ ਲਓ ਕਿ ਵੀ ਜੇ ਅੱਜ ਅਸੀਂ 20 ਸਾਲਾਂ ਦਾ ਡੇਟਾ ਹੈਗਾ ਸਾਡੇ ਕੋਲ, ਅਸੀਂ ਉਹਨੂੰ ਸਟੈਟਿਸਟਿਕਲੀ ਰੱਖੀਏ ਤੇ ਉਹ ਇੱਕ ਬਹੁਤ ਹੀ ਬੈਟਰਮੈਂਟ ਤੁਹਾਨੂੰ ਲੈ ਕੇ ਜਾਊਗਾ ਅੱਗੇ। ਮਤਲਬ ਸਾਡੇ ਕੰਮ ਈਜ਼ ਕਰੂਗਾ, ਤੇ ਅਸੀਂ ਕੰਮ ਈਜ਼ ਕਰਨੇ ਨੇ ਕਿਸੇ ਵੀ ਤਰੀਕੇ ਨਾਲ। ਕਮਿੰਗ ਬੈਕ ਟੂ ਮਾਈ ਪੁਆਇੰਟ, ਸਮਾਰਟ ਵਰਕ। ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਆਉਣਾ ਆ ਕਿ ਅਸੀਂ ਜੇ ਅੱਜ ਕਾਲਜਸ 'ਚ ਹੈਗੇ ਆ ਤੇ ਸਾਨੂੰ ਬੇਸਿਕ ਜਿਹੜੇ ਟੈਕਨੋਲੋਜੀਜ਼ ਹੈਗੀਆਂ ਨੇ ਉਹ ਆਉਣੀਆਂ ਬਹੁਤ ਜ਼ਰੂਰੀ ਨੇ। ਬੇਸਿਕ ਟੈਕਨੋਲੋਜੀਜ਼ ਤੁਹਾਨੂੰ
मतलब ये मस्ट हैगा है कि भी सानू जे ਅਸੀਂ ਕਲਾਸ 1 2 3 ਚ ਜਾਣਾ ਆ ਤੇ ਸਾਨੂੰ ABCD ਆਉਣੀ ਜ਼ਰੂਰੀ ਹੈਗੀ ਹੈ। ਤੇ ਅੱਜ ਜੇ ਅਸੀਂ ਕਿਸੇ ਵੀ ਕੰਪਨੀ 'ਚ ਕੰਮ ਕਰਨ ਜਾਣਾ ਆ ਤੇ ਸਾਨੂੰ ਬੇਸਿਕ ਟੈਕਨੋਲੋਜੀਜ਼ ਆਉਣੀ ਬਹੁਤ ਜ਼ਰੂਰੀ ਹੈ। ਤੇ ਅਸੀਂ ਬੇਸਿਕ ਟੈਕਨੋਲੋਜੀਜ਼ ਕਿਸ ਤਰ੍ਹਾਂ ਪਤਾ ਲਗਾਈਏ ਕਿ ਵੀ ਸਾਨੂੰ ਬੇਸਿਕ ਟੈਕਨੋਲੋਜੀ ਕਿਤਨਾ ਕਰਨੀ ਹੈ। ਤੁਸੀਂ ਅੱਜ ਸਾਰੇ ਹੀ ਜਣੇ ਫੇਸਬੁੱਕ, ਇੰਸਟਾਗ੍ਰਾਮ ਜਾਂ ਜਿਹੜੇ ਵੀ ਸੋਸ਼ਲ ਨੈਟਵਰਕਿੰਗ ਸਾਈਟਸ ਹੈਗੀਆਂ ਨੇ ਉਹਨਾਂ ਤੇ ਰਜਿਸਟਰ ਕਰਦੇ ਜੇ ਤੇ try to keep yourself motivated towards those pages which inspire you। ਮੇਰੇ ਮਤਲਬ ਇਹਦਾ ਹੈਗਾ ਆ ਕਿ ਵੀ ਉਹ ਪੇजेस ਨੂੰ ਆਪਾਂ ਲਾਈਕ ਕਰਨਾ ਆ ਜਾਂ ਉਹ ਪੇजेस ਤੋਂ ਜਾਣਕਾਰੀਆਂ ਲੈਣੀਆਂ ਨੇ ਜਿਹੜੇ ਸਾਨੂੰ ਅੱਗੇ ਲੈ ਕੇ ਜਾਣਗੇ, ਇਸ ਚੀਜ਼ 'ਚ ਪ੍ਰੋਗਰੈਸ ਲੈ ਕੇ ਜਾਣਗੇ, ਸਾਡੇ ਕੈਰੀਅਰ ਨੂੰ ਗਰੋਥ ਲੈ ਕੇ ਜਾਣਗੇ। ਤੇ ਅਸੀਂ ਕਿਸ ਤਰ੍ਹਾਂ ਵੀ ਉਹ ਪੇजेस ਨੂੰ ਲੱਭਣਾ ਹੈਗਾ। ਅੱਜ ਦੀ ਡੇਟ 'ਚ ਸਾਰੀਆਂ ਕੰਪਨੀਆਂ ਫੇਸਬੁੱਕ, ਟਵਿੱਟਰ, ਲਿੰਕਡਇਨ ਇਹਨਾਂ ਵਿੱਚ ਰਜਿਸਟਰਡ ਹੈਗੀਆਂ ਨੇ ਤੇ ਉਹ ਆਪਣੀ ਡਿਵੈਲਪਮੈਂਟਸ ਉਹਦੇ ਵਿੱਚ ਪੇਸ਼ ਕਰਦੀਆਂ ਨੇ ਤੇ ਸਾਨੂੰ ਉੱਥੋਂ ਸਾਨੂੰ ਪਤਾ ਲੱਗਣਾ ਹੈ ਕਿ ਵੀ ਇਹ ਚੀਜ਼ਾਂ ਓਕੇ ਅੱਜ ਇਹਨਾਂ ਨੇ ਅੱਜ ਨਵੀਂ ਚੀਜ਼ ਡਿਵੈਲਪ ਕਰ ਦਿੱਤੀ ਆ, ਇਹ ਸਾਨੂੰ ਆਉਣੀ ਹੈ, ਇਹ ਅੱਗੇ ਕੰਪਨੀਆਂ ਦੀ ਮੰਗ ਹੋਣੀ ਹੈ। ਤੇ ਕੰਪਨੀਆਂ ਦੀ ਮੰਗ ਸਾਨੂੰ ਕਿੱਥੋਂ ਪਤਾ ਲੱਗਦੀ ਹੈ? ਕੰਪਨੀਆਂ ਦੀ ਮੰਗ ਸਾਨੂੰ ਪਤਾ ਲੱਗਦੀ ਹੈ naukri.com ਤੋਂ, jobs.com ਤੋਂ, ਇਹਨਾਂ ਦੀ ਜੌਬ ਡਿਸਕ੍ਰਿਪਸ਼ਨ ਤੋਂ। ਤੁਸੀਂ ਅੱਜ ਮੈਂ ਇੱਕ ਸਬਜੈਕਟ ਮੈਟਰ ਐਕਸਪਰਟ IBM ਇੰਡੀਆ 'ਚ ਕੰਮ ਕਰਦਾ ਹੈਗਾ ਤੇ ਮੈਂ ਸੋਲੂਸ਼ਨਸ ਪ੍ਰੋਵਾਈਡ ਕਰਦਾ ਆ ਫਰੋਮ ਦ ਡੇਟਾਬੇਸ ਐਂਡ। ਮੈਂ ਇੱਕ ਵੱਡੀ ਆਰਗੇਨਾਈਜੇਸ਼ਨ ਦਾ ਇੱਕ ਬਹੁਤ ਹੀ ਛੋਟਾ ਜਿਹਾ ਮਤਲਬ ਪਾਰਟ 'ਚ ਕੰਮ ਕਰਦਾ ਆ ਤੇ ਆਰਗੇਨਾਈਜੇਸ਼ਨ ਤਕਰੀਬਨ 100 ਸਾਲ ਪੁਰਾਣੀ ਹੈਗੀ ਹੈ ਤੇ ਅਸੀਂ ਓਰੈਕਲ ਦੇ ਉੱਤੇ ਕੰਮ ਕਰਦੇ ਹਾਂ। ਮੇਰੇ ਥੱਲੇ ਬਥੇਰੇ ਬੰਦੇ ਨੇ ਜਿਹੜੇ ਮੈਨੂੰ ਰਿਪੋਰਟ ਕਰਦੇ ਨੇ ਤੇ ਅਸੀਂ ਅੱਜ ਮੈਂ ਦੋਵੇਂ ਕੰਮ ਕਰਦਾ ਹਾਂ, ਇੱਕ ਟੈਕਨੀਕਲ ਵੀ ਕੰਮ ਕਰਦਾ ਹੈ, ਇੱਕ ਮੈਨੇਜਰੀਅਲ ਵੀ ਕੰਮ ਕਰਦਾ ਹੈ। ਤੇ ਇਹ ਮੈਨੂੰ ਕਿੱਥੋਂ ਪਤਾ ਲੱਗਦਾ ਹੈ? ਇਹ ਮੈਨੂੰ ਪਤਾ ਲੱਗਦਾ ਹੈ ਕਿ ਮੇਰੇ ਹਿਸਾਬ ਦੀ ਜਿਹੜੀ ਇੱਕ ਜੌਬ ਨਿਕਲਦੀ ਹੈ ਉਹਦੀ ਜੌਬ ਦੇ ਉੱਤੇ ਡਿਸਕ੍ਰਿਪਸ਼ਨ ਤੋਂ ਪਤਾ ਲੱਗਦਾ ਹੈ ਕਿ ਵੀ ਕੰਪਨੀ ਦੀ ਕੀ ਮੰਗ ਹੈਗੀ ਹੈ। ਉਸ ਤਰੀਕੇ ਨਾਲ ਸਾਨੂੰ ਆਪਣੇ ਆਪ ਨੂੰ ਡਿਵੈਲਪ ਕਰਨਾ ਹੈ ਤੇ ਲੁੱਕ ਫॉर ਦੋਜ਼ ਓਪਰਚੁਨਿਟੀਜ਼ ਕਮਿੰਗ ਫਰੋਮ ਦੋਜ਼ ਜੌਬ ਡਿਸਕ੍ਰਿਪਸ਼ਨ। that is an easy way to grab your jobs, first point। ਤੇ ਉਹਦੇ ਬਾਅਦ ਤੁਸੀਂ ਇਹਦੇ ਉੱਤੇ on top of that they mention ਕਿ ਤੁਹਾਨੂੰ additional requirements ਅਗਰ ਇਹ additional ਚੀਜ਼ ਹੋਊਗੀ that person is most welcome to our company। ਤੇ ਉਹ additional ਚੀਜ਼ ਤੁਹਾਨੂੰ ਲੱਭਣੀ ਹੈ। ਉਹਦੇ ਵਿੱਚੋਂ additional ਚੀਜ਼ ਕੀ ਹੁੰਦੀ ਹੈ? ਕਿਸੇ ਵੀ ਇੱਕ ਸਪੈਸ਼ਲਿਸਟ ਬੰਦਾ ਮੰਗਦੇ ਨੇ, ਕਿਸੇ ਵੀ ਚੀਜ਼ ਦਾ ਇੱਕ ਸਪੈਸ਼ਲਿਸਟ ਹੋਣਾ ਚਾਹੀਦਾ ਹੈ। ਸਪੈਸ਼ਲਿਸਟ ਹੁਣ ਮੈਂ ਅੱਜ ਦੀ ਡੇਟ 'ਚ ਮੈਂ ਹੁਣ 6 ਸਰਟੀਫਿਕੇਸ਼ਨ ਕਰਕੇ ਬੈਠਾ ਹਾਂ। ਅਜੇ ਹਾਲ ਹੀ 'ਚ 2 ਦਿਨ ਪਹਿਲਾਂ ਵੀ ਮੈਂ ਸਰਟੀਫਿਕੇਸ਼ਨ ਕਰ ਰਿਹਾ ਸੀਗਾ। ਤੇ ਲਰਨਿੰਗ ਕਦੀ ਵੀ ਨਹੀਂ ਰੁਕਦੀ। ਜੇਕਰ ਤੁਹਾਡਾ ਜੇ ਤੁਸੀਂ ਇੰਟਰਸਟ ਨੂੰ ਅਗਰ ਫੋਲੋ ਕਰਦੇ ਜੇ ਤੇ ਤੁਹਾਡੀ ਲਰਨਿੰਗਸ ਕਦੀ ਨਹੀਂ ਰੁਕੂਗੀ। ਲਰਨਿੰਗਸ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋਗੇ ਤੇ ਉਹੀ ਅਸੀਂ ਕਰਨੀ ਹੈ। ਅਸੀਂ ਇੰਟਰਸਟ ਨੂੰ ਫੋਲੋ ਕਰਨਾ ਹੈ, ਛੋਟੇ ਚੈੱਕ ਪੁਆਇੰਟਸ ਬਣਾਉਣੇ ਨੇ ਕਿ ਅਸੀਂ ਕਿਸ ਤਰ੍ਹਾਂ ਅੱਗੇ ਵਧੀਏ। ਤੇ ਅੱਜ ਮੈਂ ਪਹਿਲਾਂ ਸੋਚਿਆ ਸੀ ਕਿ ਮੈਂ ਪਹਿਲਾਂ ਸਿਰਫ ਇਹੀ ਸੋਚਿਆ ਸੀ ਕਿ ਮੈਂ ਇੱਕ ਡੇਟਾਬੇਸ ਐਡਮਿਨਿਸਟ੍ਰੇਟਰ ਬਣੂੰਗਾ ਤੇ ਹੁਣ ਡੇਟਾਬੇਸ ਐਡਮਿਨਿਸਟ੍ਰੇਟਰ ਮੈਂ ਸ਼ੁਰੂਆਤ ਤੇ ਕੀਤੀ ਮੈਂ ਆਪਣੀ ਸੌਫਟਵੇਅਰ ਇੰਜੀਨੀਅਰ ਤੋਂ। ਫਿਰ ਧੀਰੇ ਮੈਂ ਆਪਣੇ ਆਪ ਨੂੰ ਉਸ ਕਾਬਿਲ ਬਣਾਇਆ। ਮੈਂ ਵੇਖਿਆ ਕਿ ਵੀ ਕੰਪਨੀਆਂ ਦੀ ਕੀ ਮੰਗ ਹੈਗੀ ਆ। ਹੋਰ ਅੱਛਾ ਇਹ ਬੰਦਾ ਮੈਨੂੰ ਸਿਰਫ A ਤੋਂ ਲੈ ਕੇ B ਤਾਈਂ ਨਹੀਂ ਮੰਗਦਾ, ਇਹ ਮੇਰੇ ਤੋਂ B C D E F ਸਭ ਮੰਗਦਾ ਆ। ਤੇ ਮੈਂ A ਤੋਂ ਲੈ ਕੇ B ਤਾਈਂ ਤੁਹਾਨੂੰ ਤੇ ਕਾਲਜ ਵਾਲੇ ਪੜ੍ਹਾ ਦਿੰਦੇ ਨੇ। ਇੱਕ ਬੇਸਿਕ ਤੁਹਾਨੂੰ ਇੱਕ ਫਾਊਂਡੇਸ਼ਨ ਕ੍ਰੀਏਟ ਕਰਦੇ ਨੇ। ਉਹਦੇ ਬਾਅਦ ਸਾਨੂੰ ਆਪਣੇ ਆਪ ਨੂੰ ਸਰਚ ਕਰਨਾ ਆ ਕਿ ਵੀ ਅਸੀਂ ਕਿੱਥੇ ਲੈ ਕੇ ਜਾਣਾ ਹੈ, ਅਸੀਂ ਆਪਣੇ ਆਪ ਨੂੰ ਕਿਹੜੀ ਕੰਪਨੀ 'ਚ ਲੈ ਕੇ ਜਾਣਾ ਹੈ, ਅਸੀਂ ਆਪਣੇ ਆਪ ਨੂੰ ਕਿੱਥੇ ਪਹੁੰਚਾਉਣਾ ਹੈ। ਇੱਕ ਟਾਰਗੇਟ ਸਾਨੂੰ ਜ਼ਰੂਰ ਕਰਨਾ ਚਾਹੀਦਾ ਆਪਣੇ ਮਾਈਂਡ 'ਚ। ਉਹਦੇ ਹਿਸਾਬ ਨਾਲ ਸਾਨੂੰ ਇੱਕ ਛੋਟੇ ਚੈੱਕ ਪੁਆਇੰਟਸ ਬਣਾਉਣੇ ਆ। ਅਸੀਂ ਚਲੋ ਇੱਕ ਫਸਟ ਚੈੱਕ ਪੁਆਇੰਟ ਹੋ ਗਿਆ, ਇਸ ਤਰ੍ਹਾਂ ਦੇ 10 ਚੈੱਕ ਪੁਆਇੰਟ ਬਣਾਓ ਆਪਣੇ ਟਾਰਗੇਟ ਨੂੰ ਅਚੀਵ ਕਰਨ ਵਾਸਤੇ ਤੇ ਉਸ ਤਰ੍ਹਾਂ ਹੀ ਤੁਸੀਂ ਆਪਣੇ ਟਾਰਗੇਟਸ ਅਚੀਵ ਕਰੋਗੇ। ਤੇ ਉਹਦੇ ਬਾਅਦ ਮੈਂ ਕਰੂੰਗਾ ਇੱਕ ਗੱਲ ਸੀਨੀਅਰਸ ਦੇ ਉੱਤੇ ਕਿ ਵੀ ਸਾਨੂੰ ਜਿਹੜੇ ਵੀ ਵੱਡੇ ਨੇ ਸਾਡੇ ਉਹਨਾਂ ਨੂੰ ਅਸੀਂ ਟਰਾਂਸਪੇਰੈਂਟ ਰਹਿਣਾ ਚਾਹੀਦਾ ਹੈ ਕਿ ਵੀ ਹੁਣ ਅਸੀਂ ਜੇ ਇੰਟਰਸਟ ਹੈਗਾ ਮੇਰਾ ਖੇਡਣ 'ਚ ਤੇ ਮੈਂ ਖੇਡੂੰਗਾ ਤੇ ਮੈਂ ਇੱਕ ਸਟੇਟ ਲੈਵਲ 'ਚ ਨਹੀਂ ਖੇਡ ਕੇ ਆਪਣੇ ਆਪ ਨੂੰ ਵਧਾ ਸਕਦਾ। ਮੈਨੂੰ ਇੰਟਰਨੈਸ਼ਨਲ ਲੈਵਲ ਤਾਈਂ ਵੀ ਲੈ ਕੇ ਜਾਣਾ ਆਪਣੇ ਆਪ ਨੂੰ ਤੇ ਮੈਂ ਉਸ ਹਿਸਾਬ ਦੀ ਤਿਆਰੀ ਕਰੂੰਗਾ। ਮੈਂ ਆਪਣੇ ਪੇਰੈਂਟਸ ਨਾਲ, ਆਪਣੇ ਮੈਂਟਰਸ ਨਾਲ ਉਹਦੀ ਗੱਲਬਾਤ ਜ਼ਰੂਰ ਕਰੂੰਗਾ। ਇਹ ਡਰ ਸਾਨੂੰ ਕੱਢਣਾ ਜ਼ਰੂਰੀ ਹੈ ਆਪਣੇ ਦਿਮਾਗ 'ਚੋਂ, ਆਪਣੇ ਦਿਲੋਂ 'ਚੋਂ
ਕਿ ਵੀ ਮੈਨੂੰ ਅਗਲਾ ਬੰਦਾ, ਮੈਂ ਉਹਦੇ ਨਾਲ ਗੱਲ ਕਰ ਲੂੰਗਾ ਤੇ ਮੈਨੂੰ ਡਰ ਲੱਗਦਾ ਕਿ ਵੀ ਮੈਂ ਉਹ ਅਗਲਾ ਕੀ ਬੰਦਾ ਸਮਝੂਗਾ। ਅਗਲਾ ਬੰਦਾ ਕੁਝ ਨਹੀਂ ਸਮਝੂਗਾ, ਅੱਜ ਸਮਝੂਗਾ, ਕੱਲ ਨੂੰ ਭੁੱਲ ਜਾਊਗਾ, ਬਟ ਉਸ ਟਾਈਮ ਲਈ ਉਹ ਤੁਹਾਡਾ ਟਾਈਮ ਰਹੂਗਾ ਕਿ ਵੀ ਉਹ ਤੁਹਾਨੂੰ, ਚਲੋ ਠੀਕ ਹੈ ਗਲਤ ਹੋਗੇ, ਤੁਹਾਨੂੰ ਉਹ ਗਲਤ ਕਹੂਗਾ ਬਟ ਤੁਹਾਡੀ ਹੈਲਪ ਕਰੂਗਾ। ਤੇ ਆਪਾਂ ਨੂੰ ਟਰਾਂਸਪੇਰੈਂਟ ਰਹਿਣਾ ਹੈ ਆਪਣੇ ਮਦਰ ਫਾਦਰ ਨਾਲ, ਆਪਣੇ ਮੈਂਟਰਸ ਨਾਲ। ਉਹ ਸਾਨੂੰ ਇਨਸਪਾਇਰ ਕਰਨਗੇ, ਉਹ ਸਾਡੀ ਇਨਸਪੀਰੇਸ਼ਨ ਦੇ ਉੱਤੇ ਸਾਨੂੰ ਹੈਲਪ ਆਊਟ ਕਰਨਗੇ, ਤੇ ਇਹ ਬਹੁਤ ਜ਼ਰੂਰੀ ਹੈਗਾ। ਤੇ ਆਈਸੋਲੇਟ ਨਹੀਂ ਕਰਨਾ ਸਾਨੂੰ ਆਪਣੇ ਆਪ ਨੂੰ, ਵਰਕaholic ਵੀ ਨਹੀਂ ਬਣਾਉਣਾ ਅਸੀਂ। ਇਸ ਹਿਸਾਬ ਨਾਲ ਨਹੀਂ ਕਿ ਵੀ ਅਸੀਂ ਦੀਨ ਦੁਨੀਆ ਤੋਂ ਦੂਰ ਹੋ ਗਏ ਆ, ਸਾਨੂੰ ਉਸ ਤਰ੍ਹਾਂ ਵੀ ਨਹੀਂ ਕਰਨਾ। ਸਾਨੂੰ ਸੋਸ਼ਲਾਈਜੇਸ਼ਨ ਵੀ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਜਿੰਨਾ ਮਿਲਾਂਗੇ ਵਰਤਾਂਗੇ ਉਹ ਸਾਡੇ ਲਈ ਬੈਸਟ ਹੈਗਾ ਹੈ। ਕਿਉਂਕਿ ਨਵੇਂ ਦਿਮਾਗ ਮਿਲੂਗੇ, ਅਸੀਂ ਸਟੈਗਨੈਂਟ ਨਹੀਂ ਰਵਾਂਗੇ ਇੱਕ ਜਗ੍ਹਾ ਤੇ, ਸਾਨੂੰ ਨਵੇਂ ਦਿਮਾਗ ਮਿਲੂਗੇ, ਅਸੀਂ ਉਹਨਾਂ ਨੂੰ ਗ੍ਰੈਬ ਕਰਾਂਗੇ, ਜੋ ਚੀਜ਼ਾਂ ਪੋਜ਼ਿਟਿਵ ਚੀਜ਼ਾਂ ਉਹ ਅਸੀਂ ਇੰਪਲੀਮੈਂਟ ਕਰਾਂਗੇ ਸਾਡੀ ਲਾਈਫ ਦੇ ਉੱਤੇ, ਤੇ ਇਸ ਤਰ੍ਹਾਂ ਅਸੀਂ ਅੱਗੇ ਵਧਣਾ ਹੈ। ਤੇ ਅਸੀਂ ਪੀਅਰ ਪ੍ਰੈਸ਼ਰ 'ਚ ਨਹੀਂ ਆਉਣਾ, ਕਿਤੇ ਵੀ ਅਸੀਂ ਪੀਅਰ ਪ੍ਰੈਸ਼ਰ 'ਚ ਨਹੀਂ ਆਉਣਾ ਕਿ ਵੀ ਅਗਲਾ ਭੇਡ ਚਾਲ ਨਹੀਂ ਚੱਲਣੀ। ਅਸੀਂ ਪੀਅਰ ਪ੍ਰੈਸ਼ਰ ਇਜ਼ ਵਨ ਆਫ ਦ ਮੋਸਟ ਥਿੰਗ ਜੋ ਅਸੀਂ ਮਤਲਬ ਕਿ ਅੱਗੇ ਜਾ ਕੇ ਅਸੀਂ ਹੁੰਦਾ ਹੀ ਹੈ, ਇਹ ਨੈਚੁਰਲੀ ਆਉਣਾ ਹੀ ਆਉਣਾ, ਤੇ ਅਸੀਂ ਇਹਨਾਂ ਤੋਂ ਦੂਰ ਰਹਿਣਾ ਆ ਕਿ ਵੀ ਅਗਲਾ ਖੱਡੇ 'ਚ ਕੁੱਦ ਰਿਹਾ ਹੈ, ਅਗਲਾ ਕੁੱਦ ਰਿਹਾ ਹੈ, ਤੇ ਉਹਦੀ ਲਾਈਫ ਹੈ, ਉਹ ਉਸ ਤਰ੍ਹਾਂ ਸੋਚਦਾ ਹੈ। ਸਾਨੂੰ ਕੀ ਸੋਚਿਆ, ਅਸੀਂ ਕੀ ਸੋਚਿਆ? ਅਸੀਂ ਸੋਚਿਆ ਵੀ ਅਸੀਂ ਇੰਜੀਨੀਅਰ ਬਣਨਾ, ਅਸੀਂ ਕਾਬਿਲ ਇੰਜੀਨੀਅਰ ਬਣਨਾ, ਤੇ ਅਸੀਂ ਕਾਬਿਲ ਇੰਜੀਨੀਅਰ ਤਾਂ ਹੀ ਬਣਾਂਗੇ ਜੇ ਅਸੀਂ ਉਸ ਹਿਸਾਬ ਦੇ ਤਰੀਕੇ ਨੂੰ ਫੋਲੋ ਕਰਾਂਗੇ। ਪਾਥ ਸਾਨੂੰ ਆਪਣੇ ਆਪ ਨੂੰ ਬਹੁਤ ਜ਼ਰੂਰੀ ਹੈਗਾ, ਜੋ ਅਸੀਂ ਮਤਲਬ ਇੱਕ ਬਹੁਤ ਹੀ ਵੈਲ ਡੈਫੀਨਿਟਿਵ ਪਾਥ ਹੋਣਾ ਚਾਹੀਦਾ ਹੈ ਕਿ ਵੀ ਹਾਂ ਇਹ ਡਿਫਾਈਨ ਕਰਦਾ ਹੈ ਸਾਡੀ ਟਾਰਗੇਟ ਨੂੰ। ਓਕੇ, ਤੇ ਉਸ ਤੋਂ ਬਾਅਦ ਮੈਂ ਕਰੂੰਗਾ ਕਿ ਵੀ ਅਸੀਂ ਫੋਰਨ ਕੰਟਰੀਜ਼ ਵਾਸਤੇ ਰਨ ਨਾ ਕਰੀਏ। ਇੱਕ ਇਹ ਹੰਬਲ ਰਿਕੁਐਸਟ ਹੈਗੀ ਹੈ, ਫੋਰਨ ਕੰਟਰੀਜ਼ ਵਾਸਤੇ ਅਸੀਂ ਰਨ ਨਾ ਕਰੀਏ ਕਿ ਵੀ ਅਸੀਂ ਬਾਹਰ ਹੀ ਹੈਗਾ ਸਾਰਾ ਕੁਝ। ਇੰਡੀਆ 'ਚ ਅਪ ਟੂ ਦ ਲੈਵਲ ਸਾਰਾ ਕੁਝ ਹੈਗਾ, ਸਾਰਾ ਕੁਝ ਅਗਲੇ ਬੰਦੇ ਆਫਸ਼ੋਰ ਕਰਦੇ ਆ ਇੰਡੀਆ 'ਚ ਕਿ ਵੀ ਸਾਨੂੰ ਉੱਥੋਂ ਰਿਸੋਰਸਸ ਸਾਰੇ ਮਿਲ ਜਾਂਦੇ ਨੇ, ਸਾਨੂੰ ਅੱਜ ਕੱਲ ਵਰਚੁਅਲੀ ਸਾਰੀ ਚੀਜ਼ਾਂ ਮਿਲ ਜਾਂਦੀਆਂ ਨੇ, ਤੇ ਅਸੀਂ ਟਰਾਈ ਟੂ ਡੂ ਐਸ ਮਚ ਐਸ ਵੀ ਕੈਨ ਫॉर द ਇੰਡੀਆ। if we look for, if we have studied in India, then we should be doing a betterment for our India. Okay, एक मेरा मतलब हम्बल रिक्वेस्ट हैगी है कि सारे जने इस बारे सोचण। ते ਉਹਦੇ ਬਾਅਦ ਮੈਂ ਇੱਕ ਲਾਸਟ ਪੁਆਇੰਟ ਤੇ ਮੈਂ ਟਾਈਮ ਮੇਰਾ ਹੋਣ ਡਿਆ ਹੈ, ਮੈਂ ਲਾਸਟ ਪੁਆਇੰਟ ਤੇ ਆਉਣਾ ਆ ਕਿ ਵੀ ਆਪਣੇ ਆਪ ਨੂੰ ਕਨਕਲੂਡ ਕਰਦਾ ਆ ਕਿ ਵੀ ਈਜ਼ੀ, ਇਟ ਵੋਂਟ ਬੀ ਈਜ਼ੀ ਬਟ ਇਟ ਵਿਲ ਬੀ ਵਰਥ ਇਟ। ਇਹ ਗੱਲ ਨੂੰ ਸਮਝਿਓ, ਇਹ ਈਜ਼ੀ ਨਹੀਂ ਹੈਗਾ, ਬਟ ਐਟ ਦੀ ਐਂਡ ਆਫ ਦ ਡੇ ਜਦੋਂ ਤੁਹਾਨੂੰ ਤੁਸੀਂ ਉਹ ਅਚੀਵ ਕਰੋਗੇ ਨਾ, ਤੁਹਾਨੂੰ ਮਨ ਦੀ ਸੰਤੁਸ਼ਟੀ ਮਿਲਣੀ ਹੈ ਬਹੁਤ ਹੀ। ਤੁਸੀਂ ਆਪਣੇ ਆਪ ਨੂੰ ਇੱਕ ਜਗ੍ਹਾ, ਆਪਣੇ ਆਪ ਨੂੰ ਇੱਕ ਆਪਣੇ ਆਪ ਨੂੰ ਸਮਝੋਗੇ ਕਿ ਵੀ ਹਾਂ ਮੈਂ ਇੱਕ ਬਹੁਤ ਚੰਗੀ ਚੀਜ਼ ਕੀਤੀ ਹੈ। ਤੇ ਇਹ ਵਰਡ ਨੂੰ ਤੁਸੀਂ ਇਹ ਫਰੇਜ਼ ਨੂੰ ਤੁਸੀਂ ਆਪਣੇ ਹਮੇਸ਼ਾ ਦਿਮਾਗ 'ਚ ਰੱਖਣਾ ਹੈ, ਤੇ ਟਰਾਈ ਟੂ ਰਿਪੀਟ ਇਟ ਐਵਰੀ ਡੇ। I'll say ਕਿ ਵੀ it won't be easy but it will be worth it। ਇਹ ਹੈ, ਤੇ ਬਾਕੀ stay focused and motivated ਰਹੋ। ਲੋਕਡਾਊਨ ਦਾ ਟਾਈਮ ਚੱਲ ਰਿਹਾ ਆ, ਜਿੰਨਾ ਹੋ ਸਕਦਾ ਪੜ੍ਹਾਈ ਕਰੋ, ਆਪਣੇ ਵਿਸ਼ੇ ਦੇ ਉੱਤੇ ਪੜ੍ਹੋ, ਤਾਂ ਹੀ ਤੁਹਾਨੂੰ ਹੋਰ ਇੰਟਰਸਟ ਆਊਗਾ। ਜੋ ਵੀ ਤੁਹਾਡੇ ਵਿਸ਼ੇ ਨੇ ਉਹਦੇ ਉੱਤੇ ਪੜ੍ਹਾਈ ਕਰੋ। ਤੇ ਥੈਂਕ ਯੂ ਐਂਡ ਆਲ ਦਾ ਬੈਸਟ। ਆਈਲ ਹੈਂਡ ਓਵਰ ਟੂ ਅਨੀਤ ਸਿੰਘ ਅਰੋੜਾ ਜੋ ਸਾਨੂੰ ਹੋਰ ਅੱਗੇ ਲੈ ਕੇ ਜਾਣਗੇ ਇਸ ਮੁਹਿੰਮ ਦੇ ਉੱਤੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ ਅਨੀਤ ਸਿੰਘ ਅਰੋੜਾ। ਚੇਤਨ ਨੇ ਬਹੁਤ ਸਾਰੀ ਗੱਲਾਂ ਤੇ ਕਵਰ ਕਰ ਲਈਆਂ ਨੇ। ਮੇਰਾ ਮੇਨ ਫੋਕਸ ਇਜ਼ ਲਰਨਿੰਗ ਬਹੁਤ ਤਰੀਕੇ ਦੀ ਹੁੰਦੀ ਹੈ ਐਂਡ ਇਟ ਨੈਵਰ ਸਟਾਪਸ। ਬੇਸਿਕਲੀ ਫॉर ਸਟੂਡੈਂਟਸ ਜੋ ਅੱਜ ਦੀ ਮੇਨ ਆਡੀਅנס ਹੈ, ਮੈਂ ਦੋ ਤਰੀਕੇ ਦੀ ਲਰਨਿੰਗ ਦੇ ਉੱਪਰ ਫੋਕਸ ਕਰਾਂਗਾ। ਜਿਹੜੀ ਪਹਿਲੀ ਹੈ ਉਹ ਹੈ ਐਕੈਡੈਮਿਕ ਲਰਨਿੰਗ, ਜਿਹੜੀ ਬੇਸਿਕ ਹੁੰਦੀ ਹੈ, ਸਾਰਿਆਂ ਨੂੰ ਜ਼ਰੂਰੀ ਹੁੰਦੀ ਹੈ, ਇਟ ਇਜ਼ ਮੈਂਡੇਟਰੀ ਫॉर ਆਲ। ਸੈਕੰਡ ਇਜ਼ ਵੋਕੇਸ਼ਨਲ ਲਰਨਿੰਗ। ਵੋਕੇਸ਼ਨਲ ਲਰਨਿੰਗ ਜ਼ਰੂਰੀ ਹੁੰਦੀ ਹੈ टू गेट जॉब्स, नॉट ओनली जॉब्स। इफ आपको कोई बिजनेस करना है, तुसी उस बिजनेस से जाना चाहते हो, उस ਲਈ ਵੀ ਤੁਹਾਨੂੰ ਵੋਕੇਸ਼ਨਲ ਲਰਨਿੰਗ ਐਂਡ ਵੋਕੇਸ਼ਨਲ ਟ੍ਰੇਨਿੰਗ ਜ਼ਰੂਰੀ ਹੈ ਤਾਂ ਕਿ ਤੁਸੀਂ ਮਾਰਕੀਟ ਨੂੰ ਸਮਝ ਪਾਓ। ਤੇ ਅੱਜ ਦੀ ਡੇਟ 'ਚ ਜਿਹੜਾ ਬਹੁਤ ਜ਼ਿਆਦਾ ਵੇਖਣੇ ਨੂੰ ਮੈਨੂੰ ਮਿਲਿਆ ਪਰਸਨਲੀ ਕਿ ਸਟੂਡੈਂਟਸ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਕਨਫਿਊਜ਼ ਰਹਿੰਦੇ ਨੇ ਕਿ
ਕੀ ਕਰਨਾ ਚਾਹੀਦਾ ਹੈ ਬੇਸਿਕਲੀ ਉਹ ਆਪਣਾ ਇੰਟਰਸਟ ਖੁਦ ਨਹੀਂ ਐਕਸਪਲੋਰ ਕਰ ਪਾਉਂਦੇ। ਇਨ ਦੈਟ ਕੇਸ ਮੈਂ ਸਾਰੇ ਸਟੂਡੈਂਟਸ ਨੂੰ ਇਹੀ ਕਹਾਂਗਾ ਕਿ ਆਪ ਆਪਣੇ ਸੀਨੀਅਰਸ ਨਾਲ ਗੱਲ ਕਰੋ ਜਿਹੜੇ ਤੁਹਾਡੇ ਸਕੂਲ ਜਾਂ ਕਾਲਜ 'ਚ ਨੇ। ਪਹਿਲੇ ਤਾਂ ਆਇਡੈਂਟੀਫਾਈ ਕਰੋ ਕਿਹੜੇ ਸੀਨੀਅਰਸ ਕੈਪੇਬਲ ਨੇ, ਕਿਹੜੇ ਸੀਨੀਅਰਸ ਗੁੱਡ ਪੋਜੀਸ਼ਨ 'ਚ ਨੇ, ਕੌਣ ਸਹੀ ਤਰੀਕੇ ਨਾਲ ਗਾਈਡ ਕਰ ਸਕਦਾ ਹੈ। ਆਪਣੇ ਟੀਚਰਸ ਨਾਲ ਗੱਲ ਕਰੋ, ਆਪਣੇ ਮੈਂਟਰਸ ਨਾਲ ਗੱਲ ਕਰੋ, ਆਪਣੇ ਪੇਰੈਂਟਸ ਨਾਲ ਗੱਲ ਕਰੋ। ਐਂਡ ਇੱਕ ਚੀਜ਼ ਮੈਂ ਐਮਫੈਸਿਸ ਦੇਣਾ ਕਿ ਜੋ ਤੁਹਾਡੀ ਹੌਬੀ ਹੈ ਬਚਪਨ ਤੋਂ ਲਾਈਕ ਕੁਝ ਪਸੰਦ ਹੈ, ਟਰਾਈ ਟੂ ਫਾइंड ਅ ਫੀਲਡ, ਕੋਈ ਐਸਾ ਵਿਸ਼ਾ ਚੁਣੋ ਜੋ ਉਸ ਤੋਂ ਰਿਲੇਟਡ ਹੋਵੇ। ਤੇ ਜਦ ਅਸੀਂ ਅੱਗੇ ਵਧਾਂਗੇ ਹੁੰਦਾ ਹੈ ਕਿ ਬਈ ਜਿਹੜੀ ਚੇਤਨ ਵੀ ਕਹਿ ਰਿਹਾ ਸੀ ਪੀਅਰ ਪ੍ਰੈਸ਼ਰ। नाउ पीयर प्रेशर इज कि लाइक 9th के बाद हमको एक स्ट्रीम चूज करनी होती है, इधर वी विल गो इन कॉमर्स या हम बायो लेंगे या पीसीएम लेंगे तो इंजीनियरिंग साइड बढ़ेंगे, टेक्निकल साइड बढ़ेंगे। वहाँ पे जनरली बच्चे कर देने कि भाई ओ मेरा फलाना दोस्त ए ले रहा है, ओ मेरा फलाना दोस्त ओ ले रहा है। अल्टीमेटली दोस्त कम आंदे ने बट यू हैव टू गेट अ जॉब, यू हैव टू अर्न समथिंग। तो तुसी अपना इंटरेस्ट किस च है ਉਹਨੂੰ एक्सप्लोर करना बहुत ज़्यादा जरूरी है। ਜਿਹਦੇ ਲਈ ਮੈਂ ਜਿਕਨ ਮੈਂ ਕੀਤਾ ਹੈ ਆਪਣੇ ਸਿੱਖ ਧਰਮ ਦੇ ਬਹੁਤ ਸਾਰੇ ਵੱਡੇ ਵੀਰ ਇਹੋ ਜਿਹੇ ਨੇ ਜਿਹੜੇ ਬਹੁਤ ਚੰਗੀ ਪੋਜੀਸ਼ਨ 'ਚ ਬੈਠੇ ਨੇ। ਮੈਂ ਆਪ ਬੀ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਕਨਫਿਊਜ਼ ਸੀ ਕਿ ਕੀ ਕਰਨਾ ਚਾਹੀਦਾ, ਤੇ ਮੈਂ ਉਹਨਾਂ ਨੂੰ ਕੰਟੈਕਟ ਕੀਤਾ, 4-5 ਹੋਰ ਬੰਦਿਆਂ ਨੂੰ ਕੰਟੈਕਟ ਕੀਤਾ, ਸਾਰਿਆਂ ਤੋਂ ਇਨਪੁਟ ਲਿਆ, ਸੋਚਿਆ ਕੀ ਕਰਨਾ ਚਾਹੀਦਾ। ਦੈਨ ਮੈਂ ਆਪਣੀ ਸਟਰੈਂਥ, ਉਹਨਾਂ ਨੇ ਮੇਰੀ ਸਟਰੈਂਥ ਦੱਸੀਆਂ ਕਿ ਹਾਂ ਤੂੰ ਇਸ ਚੀਜ਼ 'ਚ ਠੀਕ ਹੈ, ਤੂੰ ਇਸ ਚੀਜ਼ 'ਚ ਠੀਕ ਹੈ। ਦੈਨ ਆਈ परस्यूड माई कैरियर कि हाँ ठीक है मैं इस फील्ड से जाना चाहिए, मैंने लगता है कि यह मेरा स्ट्रेंथ है तो इस फील्ड से काम आएगा। तो मैं फिर अपनी फील्ड चूज की थी, मैं प्रोजेक्ट लाइन च घुसिया। लकीली प्रोजेक्ट भी बड़े बड़े मिल गए। सो मैं बेसिकली कहना चाहना कि आप जो लर्न कर रहे हो इवन इन स्कूल या भावे कॉलेज च भी, यू शुड कीप अ गोल कि मेरे को इससे अर्न करना है, मैंने अपनी लाइफ चंगी बनानी है। मैं हाउ कैन आई टर्न दिस स्टडीज जो मैं पढ़ रहा हूँ उसको मैं अपने फ्यूचर जॉब में या फ्यूचर बिजनेस में कैसे चेंज करूँ। नाउ कमिंग टू वोकेशनल लर्निंग, आजकल जिकन कॉलेज से ट्रेंड्स चेंज हो रहे हैं पढ़ाई दे, बहुत सारे कॉलेजेस से ए ट्रेंड इस छत्तीसगढ़ एरिया से चालू करने वाले वीर ਸਾਡੇ ਨਾਲ ਸਾਈਡ ਮੀਟਿੰਗ 'ਚ ਜੁੜੇ ਹੋਏ ਨੇ। ਬਹੁਤ ਸਾਰੇ ਕਾਲਜਸ ਨੇ ਇਨਕਿਊਬੇਸ਼ਨ ਸੈਂਟਰਸ ਚਾਲੂ ਕੀਤੇ ਨੇ। ਉਹਦਾ ਵੀ ਪੈਟਰਨ ਚੇਂਜ ਹੋਇਆ। ਇਨੀਸ਼ੀਅਲੀ ਕੋਈ ਇੱਕ ਸਿੰਗਲ ਬੰਦਾ ਜੁਆਇਨ ਹੁੰਦਾ ਸੀ ਜਿਹਦੇ ਕੋਲ ਕਲਾਇੰਟ ਬੇਸ ਹੁੰਦਾ ਸੀ ਜੋ ਇੱਥੋਂ ਸਟੂਡੈਂਟਸ ਪਿਕ ਕਰ ਸਕੇ ਇੰਸਟੈਡ ਆਫ ਡੂਇੰਗ ਕੈਂਪਸ ਰਿਕਰੂਟਮੈਂਟ। ਇਹ ਇੱਕ ਥੋੜਾ ਜਿਹਾ ਅੱਛਾ ਟ੍ਰੈਂਡ ਹੈ ਆਈ ਥਿੰਕ। एक सर्वे रिपोर्ट सी जिदे च सामने आया सी कि मोस्ट ऑफ द स्टूडेंट्स हु आर पासिंग, जेडे भी स्टूडेंट्स पास आउट हो रहे ने, दे आर नॉट एम्प्लॉयबल। सो इस चीज च कंपनियां ने बहुत मेहनत करनी पई। दे स्टूडेंट्स ਨੂੰ ਲੈ ਕੇ ਜਾਂਦੇ ਸੀ, ਪਹਿਲੇ ਸਾਲ 2 ਸਾਲ ਖੁਦ ਟ੍ਰੇਨਿੰਗ ਦਿੰਦੇ ਸੀ ਤਾਂ ਜਾ ਕੇ ਉਹਨਾਂ ਨੂੰ ਜੌਬਸ ਪ੍ਰੋਵਾਈਡ ਕਰਦੇ ਸੀ। ਨਾਓ in present day scenario ये incubation centers यही काम करते हैं। A group of companies are having tie up with the colleges, सारे colleges नाल tie up है, ਉਹਨਾਂ ਦੇ representatives regularly visit करते हैं। अपने curriculum ਦੇ ਨਾਲ ਉਹ ਸਾਰੇ ਜਿਹੜੇ ਵੀ ਬੱਚੇ talented ਨੇ ਆਪਣੇ ਹਿਸਾਬ ਨਾਲ, ਜਿਸ ਕੰਪਨੀ ਦੇ ਹਿਸਾਬ ਨਾਲ ਜਿਸ ਤਰੀਕੇ ਦੇ ਬੱਚੇ ਚਾਹੀਦੇ ਨੇ ਉਹ ਕਰਿਕੂਲਮ ਦੇ ਨਾਲ ਉਹਨਾਂ ਨੂੰ ਟ੍ਰੇਨ ਕਰਨਾ ਚਾਲੂ ਕਰਦੇ ਨੇ। ਲਾइक इन BE 4 साल का कोर्स है, तो 3rd साल के बाद से ये प्रोसेस दे स्टार्ट। टैलेंट हंट्स होंदे ने, बच्चे सामने आंदे ने, दे शो देयर टैलेंट, कंपनीज ने स्टार्ट ट्रेनिंग देम
ਉਹਨਾਂ ਦੇ ਰਿਪਰੈਜ਼ੈਂਟੇਟਿਵਸ, ਕਾਲਜ ਦੇ ਮੈਨੇਜਮੈਂਟ ਸਾਰੇ ਮਿਲ ਕੇ ਬੱਚੇ ਨੂੰ they are making them job ready, or I will say world ready to go outside the education system and work. तो बहुत ਚੰਗਾ ਆਪਸ਼ਨ ਅੱਜਕੱਲ ਹੈ ਜਿਸ 'ਚ ਬੱਚਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਚੇਤਨ ਵੀ ਕਹਿ ਰਿਹਾ ਸੀ ਕਿ ਤੁਸੀਂ ਸਟੱਡੀ ਕਰੋ, ਲਰਨ ਕਰੋ, ਇੰਟਰਨੈਟ ਤੁਹਾਡੇ ਕੋਲ ਬਹੁਤ ਪਾਵਰਫੁਲ ਟੂਲ ਹੈ। ਉਸ 'ਚ ਟਾਈਮ ਵੇਸਟ ਕਰਨੇ ਤੋਂ ਜ਼ਿਆਦਾ ਅਸੀਂ ਲਰਨਿੰਗ 'ਤੇ ਧਿਆਨ ਦੇਣਾ ਚਾਹੀਦਾ ਹੈ। ਲੀਜ਼ਰ ਟਾਈਮ ਆਫ ਕੋਰਸ ਜ਼ਰੂਰੀ ਹੈ, ਬਟ ਜਿਸ ਏਜ 'ਚ ਤੁਸੀਂ ਹੋ, ਜਿਹੜੇ ਬੱਚੇ ਨੇ 9th 10th 11th, ਇਸ ਟਾਈਮ और स्पेशली कोविड-19 करके जो ए टाइम ਤੁਹਾਨੂੰ ਮਿਲਿਆ ਹੈ 1 ਮਹੀਨਾ 2 ਮਹੀਨਾ 3 ਮਹੀਨਾ ਜਿੰਨਾ ਵੀ ਟਾਈਮ ਹੈ, ਐਗਜ਼ਾਮਸ ਦੀ ਕੋਈ ਟੈਨਸ਼ਨ ਨਹੀਂ ਹੈ। ਜਦੋਂ ਹੋਣਗੇ ਯੂ ਕੀਪ ਯੋਰ ਫੋਕਸ ਔਨ ਲਰਨਿੰਗ, ਡੂ ਸਮ ਸਰਟੀਫਿਕੇਸ਼ਨਸ, ਆਨਲਾਈਨ ਟ੍ਰੇਨਿੰਗਸ ਹੁੰਦੀਆਂ ਨੇ, ਆਨਲਾਈਨ ਕਲਾਸਿਸ ਚੱਲ ਰਹੀਆਂ ਨੇ, ਆਨਲਾਈਨ ਬਹੁਤ ਸਾਰਾ ਡਾਟਾ ਅਵੇਲੇਬਲ ਹੈ ਕਿ ਤੁਸੀਂ ਕੀ ਕਰ ਸਕਦੇ ਹੋ, ਕੀ ਨਹੀਂ ਕਰ ਸਕਦੇ। ਕਿਤੇ ਕਨਫਿਊਜ਼ਨ ਹੈ ਤੇ ਆਨਲਾइन ਮੈਂਟਰਸ बैठे हुए ਨੇ, ਕੰਸਲਟੈਂਟਸ ਨੇ। You just have to explore, मतलब अपने आप ਨੂੰ एक दायरे 'ਚ ਨਾ ਰੱਖੋ, दायरा खोल दो। Discuss with your parents, your friends, parents friends, अपने ਮਾਪਿਆਂ ਦੇ ਜਿਹੜੇ ਫਰੈਂਡਸ ਨੇ ਜੋ ਅੱਛੀ ਜਗ੍ਹਾ ਜੌਬ ਕਰ ਰਹੇ ਉਹਨਾਂ ਨਾਲ ਡਿਸਕਸ ਕਰੋ ਤੇ ਆਪਣਾ ਮਾਈਂਡਸੈਟ ਜਿਹੜਾ ਹੈ ਉਹ ਕਲੀਅਰ ਰੱਖਣਾ ਬਹੁਤ ਜ਼ਰੂਰੀ ਹੈ ਕਿ ਅੱਜ ਦੀ ਡੇਟ 'ਚ ਮੈਂ एक या दो चीज करके मैं कह लिया कि मैं जॉब मिल जाए और मैं जॉब सिक्योरिटी ले लवा एंड आई मेरा जीवन सारा इस तरह निकल जाए, और नहीं होना है। अपना दायरा बढ़ाना बहुत जरूरी है। सेकंड, इन फ्यूचर ਜਿਹੜਾ ਪੜ੍ਹਾਈ ਦਾ ਸਿਸਟਮ ਹੈ ਜੋ ਕਿ ਇੰਡੀਆ ਦਾ ਐਜੂਕੇਸ਼ਨ ਸਿਸਟਮ ਬਹੁਤ ਜ਼ਿਆਦਾ ਹੀ ਵੀਕ ਸੀ, but it is changing. ਅੱਗੇ ਹੋਣਾ ਕੀ ਹੈ, ਮੇਜਰਲੀ the learning will be project based, like एक basic learning सबको पढ़ाई ਜਾਂਦੀ ਹੈ, ਸਕੂਲਾਂ 'ਚ ਪੜ੍ਹਾਈ ਜਾਂਦੀ ਹੈ। ਸਾਨੂੰ ਸਕੂਲ 'ਚ ਜੋ ਪੜ੍ਹਦੇ ਹੈ it is done to enter the college where actual professional learning starts. ਸੋ ਕਾਲਜ 'ਚ ਜਾਣ ਵਾਸਤੇ ਅਸੀਂ ਸਕੂਲ ਤੋਂ ਗੁਜ਼ਰਦੇ ਹਾਂ। ਕਾਲਜ 'ਚ ਐਂਟਰ ਕਰਨ ਤੋਂ ਬਾਅਦ ਵੀ ਸਾਡੇ ਵਿੱਚ ਕਨਫਿਊਜ਼ਨ ਰਹਿਤਾ ਹੈ ਦੀ ਕਾਲਜ ਤੋਂ ਬਾਅਦ ਕੀ, ਜੇ ਜੌਬ ਨਹੀਂ ਮਿਲਿਆ ਕਿਹੜੇ ਜੌਬ 'ਚ ਜਾਣਾ ਚਾਹੀਦਾ ਹੈ। ਕਈ ਵਾਰੀ ਮੈਂ ਤੇ ਵੇਖਿਆ ਹੈ ਕਿ BE ਕਰਨ ਤੋਂ ਬਾਅਦ ਲਾਈਕ BE ਮੈਕੈਨੀਕਲ ਬੰਦਾ ਹੈ, ਕੋਈ IT ਫਰਮ ਆਈ ਉਹਦੇ ਤੇ ਜੌਬ ਮਿਲ ਰਹੀ ਸੀ, ਉਹਦੇ 'ਚ ਘੁਸ ਗਿਆ। ਤੇ ਯੂ ਸਟਿਕ ਟੂ ਯੋਰ aim, like what you want to do, and इंक्यूबेशन सेंटर से कांटेक्ट रखो। बहुत सारे स्टार्टअप्स ਉੱਥੋਂ ਨਿਕਲਦੇ ਨੇ। एंड कॉलेज 'ਚ ਜਾਣ ਤੋਂ ਬਾਅਦ ਚੇਤਨ ਨੇ ਕਿਹਾ ਬਹੁਤ ਸਾਰੇ ਟੈਕਨੀਕਲ ਫੈਸਟ ਅੱਜਕੱਲ ਹੋ ਰਹੇ ਨੇ, ਉਹਨਾਂ ਬਾਰੇ ਜਾਣਕਾਰੀ ਰੱਖੋ। ਕਾਲਜ ਦੇ ਮੈਨੇਜਮੈਂਟ ਨੂੰ ਕੰਟੈਕਟ ਕਰੋ ਕਿ ਸਾਨੂੰ ਉਸ ਟੈਕਨੀਕਲ ਫੈਸਟ 'ਚ ਜਾਣਾ ਹੈ, ਉਹ ਭੇਜਦੇ ਨੇ। ਸੋ ਆਪਣੇ ਆਪ ਨੂੰ ਕੁਐਸਚਨ ਪੁੱਛਣੇ ਤੋਂ ਕਦੇ ਪਿੱਛੇ ਨਾ ਰੱਖੋ ਕਿ ਇਹ ਹੋ ਰਿਹਾ ਤੇ ਇਹ ਕਿਉਂ ਹੋ ਰਿਹਾ, ਇਸ ਤੋਂ ਬਾਅਦ ਕੀ। तो दैट वे ਤੁਸੀਂ क्वेश्चन पूछोगे तो आंसर मिलेंगे, उस आंसर के बाद ਤੁਹਾਡੇ अंदर फिर नए क्वेश्चन पैदा होंगे। ठीक है, मेरा एन आंसर तो मिल गया, देन व्हाट नेक्स्ट। सो दिस व्हाट नेक्स्ट शुड ऑलवेज गो ऑन। सेकंड ਜਿਹੜੀ मैं गल ਕਰਨ ਲੱਗਿਆ ਸੀ ਦੀ ਲਰਨਿੰਗ ਦਾ ਪ੍ਰੋਸੈਸ ਜਿਹੜਾ ਚੇਂਜ ਹੋਣਾ ਹੈ ਅੱਜ ਦੇ ਟਾਈਮ 'ਚ, ਜਿੱਕਨ ਆਪਾਂ ਵੇਖ ਰਹੇ ਹਾਂ ਆਨਲਾਈਨ ਕਲਾसेस ਚਾਲੂ ਹੋ ਰਹੀਆਂ ਨੇ, ਐਗਜ਼ਾਮਸ ਵੀ ਆਨਲਾਈਨ ਹੋਣ ਲੱਗੇ ਨੇ। तो मैं ऐसा सोचता कि यह ट्रेंड अगे कंटिन्यू होगा एंड अपने आप ਨੂੰ ਢਾਲੋ ਇਸ ਚੀਜ਼ 'ਚ। ਇਹ ਜ਼ਰੂਰੀ ਨਹੀਂ ਕਿ ਆਨਲਾਈਨ ਅਸੀਂ ਲੈ ਰਹੇ ਹਾਂ ਤਾਂ ਉਹਨੂੰ ਲਾਈਟਲੀ ਲੈਣਾ ਹੈ। ਮੈਂ ਵੇਖ ਰਿਹਾ ਕਿ ਆਨਲਾਈਨ ਕਲਾसेस ਹੁੰਦੀਆਂ ਨੇ ਬਟ ਬੱਚੇ ਉਹਨੂੰ ਸੀਰੀਅਸਲੀ ਨਹੀਂ ਲੈਂਦੇ ਨੇ। ਮਹੀਨੇ ਭਰ 'ਚ ਸਾਰਾ ਕੋਰਸ ਕੰਪਲੀਟ ਹੋ ਜਾ ਰਿਹਾ ਹੈ। ਇਵਨ टीचर्स also need to work on this. So ਨੈਕਸਟ ਜੋ ਮੈਂ ਗੱਲ ਕਰ ਰਿਹਾ ਪ੍ਰੋਜੈਕਟ ਬੇਸਡ ਲਰਨਿੰਗ ਦੀ, ਆਪਣੇ ਆਪ ਨੂੰ ਜੌਬ ਰੈਡੀ ਕਰਨ ਵਾਸਤੇ ਕਰਿਕੂਲਮ ਦੇ ਨਾਲ ਅੱਜਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਅੱਗੇ ਵਧੇਗਾ ਹੀ, ਦੈਟ ਇਜ਼ ਪ੍ਰੋਜੈਕਟ ਫੀਲਡ ਪ੍ਰੋਜੈਕਟਸ। ਲਾਈਕ ਆਪਕੋ ਬੱਚਿਆਂ ਨੂੰ ਫੀਲਡ 'ਚ ਭੇਜਿਆ ਜਾਏਗਾ ਡਿਫਰੈਂਟ ਕੰਪਨੀਜ਼ 'ਚ, ਤੇ ਉਹਨਾਂ ਨੂੰ ਕੁਝ ਮਾਈਨਰ ਪ੍ਰੋਜੈਕਟਸ ਦਿੱਤੇ ਜਾਣਗੇ
to see how that company works, how the market works, ਕਿ ਕਿਵੇਂ ਚੀਜ਼ਾਂ ਕਰਦੀਆਂ ਨੇ ਕੰਮ ਬਾਹਰ, ਤੇ ਉਸ ਪ੍ਰੋਜੈਕਟ ਬੇਸ ਚੋਂ ਹੀ ਤੁਹਾਨੂੰ ਮਾਰਕਿੰਗਸ ਹੋਣਗੀਆਂ। ਤੇ ਇਹ ਪਹਿਲੇ ਸਾਡੇ ਟਾਈਮ ਤੇ ਵੀ ਹੋਇਆ ਹੈ, ਬਟ ਉਸ ਟਾਈਮ ਉਹਨਾਂ ਸੀਰੀਅਸ ਨਹੀਂ ਸੀ। ਬਟ ਅੱਜ ਦਾ ਜਿਹੜਾ ਟਾਈਮ ਹੈ, ਪ੍ਰੋਜੈਕਟ ਬੇਸਡ ਲਰਨਿੰਗ ਇਜ਼ ਦਾ फ्यूचर, उस तो बिना डेवलपमेंट नहीं होना है। सो जस्ट फोकस ऑन दिस कि हमको कैसे आगे बढ़ना है, किस फील्ड में बढ़ना है। पहले अपने आप का कंफ्यूजन दूर करना है। बच्चे सारे बच्चों तो मेरा यही रिक्वेस्ट है, पहले अपने आप ਨੂੰ क्लियर करो, अपना कंफ्यूजन दूर करो। कंफ्यूजन दूर करने ਲਈ ਲੋਕਾਂ ਨਾਲ ਗੱਲ ਕਰੋ, ਸੀਨੀਅਰਸ ਨਾਲ ਗੱਲ ਕਰੋ। मैं बार बार यही चीज कह रहा, ਆਪਣੇ ਵਿੱਚ ਵੀ ਬਹੁਤ ਸਾਰੇ ਵੀਰ ਇਹੋ ਜਿਹੇ ਨੇ ਜਿਹੜੇ ਬਹੁਤ ਚੰਗੀ ਪੋਜੀਸ਼ਨਸ ਤੇ ਨੇ, ਜੋ ਬਹੁਤ ਚੰਗੀ ਤਰ੍ਹਾਂ ਮੈਂਟਰ ਕਰ ਸਕਦੇ ਨੇ, ਤੇ ਉਹਨਾਂ ਨਾਲ ਗੱਲ ਕਰੋ। ਬਹੁਤ ਜ਼ਰੂਰੀ ਹੈ। ਬੱਚੇ ਜਨਰਲੀ ਹੁੰਦਾ ਕੀ ਹੈ, ਦੇ ਆਰ ਕਨਫਿਊਜ਼ਡ ਔਰ ਉਹ ਕਿਸੇ ਨਾਲ ਗੱਲ ਨਹੀਂ ਕਰਦੇ, ਈਵਨ ਨਾਟ ਵਿਦ ਪੇਰੈਂਟਸ ਆਲਸੋ, ਬਿਕਾਜ਼ ਦੇ ਹੈਵ ਅ ਪ੍ਰੈਸ਼ਰ ਕਿ ਮੈਂ ਬੋਲਾਂਗਾ ਤੇ ਪਾਪਾ ਨੇ ਮੈਨੂੰ ਕਿਹਾ ਸੀ ਨਹੀਂ ਤੂੰ ਤੇ ਬੀ ਕਰਨਾ ਹੈ, ਬਟ ਮੇਰਾ ਮਨ ਹੈ ਕੁਝ ਹੋਰ ਕਰਨੇ ਦਾ। ਸੋ पापा ਨੂੰ या पेरेंट्स ਨੂੰ कन्विंस करो कि तुम ओ क्यों करना चाहते हो, बी क्यों नहीं करना चाहते। सो फॉर दैट आपको अपना सेल्फ एनालिसिस करना है कि मैं क्या करना चाहता हूँ, मैं किस चीज में अच्छा, मेरे स्ट्रेंथ्स की ने, मेरी वीकनेसेस की ने। उस चीज ਨੂੰ बैठ के सोचना बहुत ज्यादा जरूरी है। आज ਦੀ डेट 'ਚ एवरी डे 5 to 10 minutes 15 minutes थिंक ओवर इट कि कल ਜਿਹੜਾ ਆ ਰਿਹਾ ਉਹ ਕਿਸ ਤਰ੍ਹਾਂ ਰਹਿਣਾ ਚਾਹੀਦਾ ਮੇਰੇ ਹਿਸਾਬ ਨਾਲ, ਔਰ ਕੱਲ ਉਸ ਤਰ੍ਹਾਂ ਦਾ ਹੁੰਦਾ ਹੈ ਕਿ ਨਹੀਂ, ਉਹਨੂੰ ਨੈਕਸਟ ਡੇ ਐਨਾਲਾਈਜ਼ ਕਰੋ ਕਿ ਜਿਹੜਾ ਮੈਂ ਕੱਲ ਸੋਚਿਆ ਸੀ ਉਸ ਤਰੀਕੇ ਦਾ ਅੱਜ ਦਾ ਦਿਨ ਗਿਆ ਕਿ ਨਹੀਂ। ਸੋ ਸੈਲਫ ਐਨਾਲਾਈਜ਼ ਕਰੋ, ਆਪਣੇ ਆਪ ਨੂੰ ਕਲੀਅਰ ਰੱਖੋ, ਆਪਣਾ ਕਨਸੈਪਟ ਕਲੀਅਰ ਰੱਖੋ, ਮੈਂ ਇਸ ਲਾਈਨ ਤੇ ਜਾਣਾ ਹੈ। ਦੈਨ ਇੱਕ ਵਾਰੀ ਤੁਸੀਂ ਸੋਚ ਲਿਆ ਤਾਂ ਫਿਰ ਉਸ ਤੋਂ ਭਟਕਣਾ ਨਹੀਂ। ਜੇ ਬਈ ਮੈਂ ਕਹਿ ਦਿੱਤਾ ਯਾਰ ਨਹੀਂ ਤੂੰ ਇਸ ਲਾਈਨ 'ਚ ਨਾ ਜਾ, ਤੂੰ ਉਸ ਲਾਈਨ 'ਚ ਜਾ, ਉਹਦੇ 'ਚ ਫਿਊਚਰ ਬਹੁਤ ਚੰਗਾ ਹੈ, ਪੈਸਾ ਜ਼ਿਆਦਾ ਹੈ, ठीक है, बट ठीक है पैसा मिलेगा, बट यू विल नॉट बी सेटिस्फाइड विद दैट जॉब, क्योंकि वो जो तुमने सोचा वो तुमने नहीं किया। सो मैं वही गल च एम्फेसिस देना कि आप जेड़ा पहले ते एनालिसिस करो, सारे नाल गल करो, अपनी स्ट्रेंथ्स फाइंड आउट करो, देन स्टार्ट वर्किंग ऑन दैट। उस तरीके दी लर्निंग प्रोसेस जाओ। मैं अपना एग्जांपल देना, मैं बी मैकेनिकल की, मैं एक जॉब च घुस गया, मैंने जॉब पसंद नहीं सी, बट पैसे कमाने सी तो घुस गया, नहीं ठीक लग गया। साल भर से आई स्टार्टेड लर्निंग आउट कि मुझे क्या करना है। उस जॉब च रहते रहते मुझे मेरी स्ट्रेंथ पता चली कि मैं मैनेजमेंट से ज्यादा चंगा ना कि फील्ड वर्क च। ਤੇ ਮੈਂ ਉਸ ਤਰੀਕੇ ਨੂੰ ਆਪਣੇ ਆਪ ਨਾਲ ਵਰਕਿੰਗ ਕਰਨੀ ਚਾਲੂ ਕੀਤੀ। ਮੈਂ ਜੌਬ ਅਪੋਰਚੁਨਿਟੀਜ਼ ਮਿਲੀ, ਜੌਬ ਕੀਤੀ 4-5 ਸਾਲ 6 ਸਾਲ। ਉਸ ਜੌਬ ਕਰਦੇ ਕਰਦੇ ਮੈਨੂੰ ਲੱਗਿਆ ਹਾਂ ਨਾਓ ਵਾਟ, ਅਗੇਨ ਆਈ ਵਾਸ ਕਨਫਿਊਜ਼ਡ। ਫਿਰ ਮੈंने ਆਪਣੇ ਇੱਕ ਵੀਰ ਨੇ ਉਹਨਾਂ ਨਾਲ ਗੱਲ ਕੀਤੀ ਕਿ ਭਾਜੀ ਕੀ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਜੋ ਤੂੰ ਕੰਮ ਕਰ ਰਿਹਾ ਹੋ ਠੀਕ ਹੈ, ਉਹਦੇ 'ਚ ਤੂੰ ਸਪੈਸ਼ਲਾਈਜੇਸ਼ਨ ਕਰ, ਸਰਟੀਫਿਕੇਸ਼ਨ ਕਰ, ਉਹਦੇ 'ਚ ਟ੍ਰੇਨਿੰਗ ਲੈ, ਆਪਣੇ ਆਪ ਨੂੰ ਉਸੇ ਲਾਈਨ 'ਚ ਪੋਲਿਸ਼ ਕਰ ਐਂਡ ਉਸੇ ਲਾਈਨ 'ਚ ਅੱਗੇ ਵਧ। 7 ਸਾਲ ਜੌਬ ਕਰਨ ਤੋਂ ਬਾਅਦ ਹੁਣ ਲਾਈਨ ਚੇਂਜ ਕਰਨੇ ਦੀ ਕੋਈ ਜ਼ਰੂਰਤ ਨਹੀਂ, ਯੂ ਵਿਲ ਬੀ ਬੈਕ ਟੂ ਜ਼ੀਰੋ। ਸੋ आई लर्न समथिंग इन दैट। आप डेली कुछ ना कुछ सीखते हो, सीखना बहुत जरूरी है। What next comes is e-learning, ਜਿਹੜਾ ਅੱਜ ਪੈਟਰਨ ਚੱਲ ਰਿਹਾ ਹੈ ਉਸ 'ਚ ਬਹੁਤ ਸਾਰੀ ਖਾਮੀਆਂ ਨੇ, ਕਿਉਂਕਿ ਇਹ ਪੈਟਰਨ ਅਜੇ ਨया ਹੈ। ਇੰਡੀਆ 'ਚ ਇਸ ਪੈਟਰਨ ਨੂੰ ਕੰਮ ਕਰਨੇ 'ਚ ਅਜੇ ਟਾਈਮ ਲੱਗਣਾ ਹੈ, ਬਟ ਬੱਚਿਆਂ ਨੇ ਆਪਣੇ ਆਪ ਨੇ ਉੱਤੇ ਕੰਮ ਕਰਨਾ ਚਾਲੂ ਕਰਨਾ ਚਾਹੀਦਾ ਹੈ ਕਿ ਹਾਊ e-learning 'ਚ ਅਸੀਂ कैसे ਅੱਗੇ ਵਧਾਂਗੇ। ਔਰ ਉਸ ਦੇ ਬਾਰੇ ਮੇਨ ਜਿਹੜੀ ਚੀਜ਼ ਹੈ ਕਿ ਤੁਹਾਨੂੰ ਸੀਰੀਅਸ ਰਹਿਣਾ ਪਏਗਾ ਕਿ ਮੈਨੂੰ ਇਹ ਕਰਨਾ ਹੈ ਤੇ ਕਿੱਕਣ ਕਰਨਾ ਹੈ। ਐਂਡ ਨੈਕਸਟ ਇੱਕ ਜਿਹੜਾ ਮੇਨ ਪੁਆਇੰਟ ਮੈਂ ਸੋਚ ਕੇ ਰੱਖਿਆ ਸੀ ਗੱਲ ਕਰਨ ਵਾਸਤੇ, ਸਕੂਲ 'ਚ ਜਿਹੜੇ ਬੱਚੇ ਨੇ ਜਨਰਲੀ ਹੁੰਦਾ ਹੈ ਕਿ यार मुझे आई एम लर्निंग दिस, मैंने ये चीज पढ़ाई जा रही है, ਇਹਦਾ ਕੰਮ ਕੀ ਹੋਣਾ ਹੈ ਅੱਗੇ। ਮੋਸਟਲੀ ਸਟੂਡੈਂਟਸ ਦੇ ਦਿਮਾਗ 'ਚ ਰਹਿੰਦਾ ਹੈ, ਖਾਸ ਕਰ ਰਿਲੇਟਡ ਟੂ ਮੈਥਸ, ਕਿ ਮੈਨੂੰ ਡਿਫਰੈਂਸ਼ੀਏਸ਼ਨ, ਇੰਟੀਗ੍ਰੇਸ਼ਨ ਐਂਡ ਦਿਸ ਐਂਡ ਦੈਟ ਪੜ੍ਹਾਇਆ ਜਾ ਰਿਹਾ ਹੈ ਤੇ ਇਹਦਾ ਕੀ ਫਿਊਚਰ 'ਚ ਯੂਜ਼ ਹੋਣਾ। ਮੈਨੂੰ ਤੇ ਕੋਈ ਯੂਜ਼ ਨਹੀਂ ਦਿਸਦਾ ਪਿਆ। ਮੈਂ ਵੀ ਸੋਚਦਾ ਸੀ ਤੇ ਬਟ ਮੈਂ ਕਹਾਂਗਾ ਇੱਕ ਚੀਜ਼ ਕਿ
जो भी तुहानू पढ़ाया जा रहा है इट हैज अ फंक्शन, उसका काम है फ्यूचर च, ਉਹਨੂੰ सीरियसली लो, ਉਹਨੂੰ मजाक च ना लो। डोंट ओनली स्टडी टू पास द एग्जाम्स कि बस मैंने एग्जाम पास कर लिया, अगले दिन आई फॉरगॉट एवरीथिंग, मैं सारा कुछ भूल गया, आई विल फ्रेश स्टार्ट। बट वो काम नहीं आंदा। ਤੁਹਾਨੂੰ नहीं पता फ्यूचर च ਕਿਹੜੀ जॉब च तुसी जाना है, तुसी सोच रहे हो जाना है बट जा पाओगे कि नहीं, किसी दूसरे जॉब च चले गए थे, हो सकता है बाई चांस जो चीज तुसी सोच रहे थे मैंने काम नहीं आनी उस जॉब च काम आए। जिकन मेरे नाल होया कि मैं भी सोचता सी बट मैं डिजाइनिंग फील्ड च घुस गया, तो मैंने चीज़ां याद आई कि मैं उस टाइम सीरियसली नहीं लई, बट मैनू यूज हो रही ने अज, ते मैनू फिर तो पढ़नी पई, मैं फिर तो पढ़िया उन्होंने, फिर मैनू ट्रेनिंग लेनी पई ਉਹਦੇ ਵਾਸਤੇ ਜਿਹੜਾ ਮੈਂ ਸਕੂਲ ਚ ਆਲਰੇਡੀ ਪੜਾਇਆ ਜਾ ਚੁੱਕਿਆ, ਜਿਹਨਾਂ ਮੈਂ ਕਾਲਜ ਚ ਪੜਾਇਆ ਜਾ ਚੁੱਕਿਆ। ਸੋ ਇਟ ਵਾਸ ਅ ਵੇਸਟ ਆਫ टाइम। सो मैं अक्सर बच्चे ना लाई होता है कि सर ये चीज कहाँ काम आएगी, छोड़िए ना। तो इट हैपेंस। तो बच्चों में यही चीज कहांगा, जो भी तुसी पढ़ रहे हो ਉਹਨੂੰ सीरियसली लो, ਉਹਦਾ रिविजन बहुत जरूरी है। जो भी तुसी पढ़ते हो तो रिवाइज करना बहुत जरूरी है, भावे कॉलेज च होवे भावे स्कूल च होवे। रिवाइज करके ਉਹਨੂੰ अपने दिमाग च बैठाना बहुत जरूरी है। ठीक है, फॉर टाइम बिंग यू शुड कीप इट असाइड जब तक ਉਹਦਾ यूज नहीं है, बट अगर यूज होता है तो ਤੁਹਾਨੂੰ आना चाहिए है। यह चीज बहुत जरूरी है। अगर उस टाइम सीरियस नहीं रहोगे तो अगे जब जरूरत पड़ेगी देन यू हैव टू स्टार्ट फ्रेशली, जैसे मैंने करना पाया। बट अगर पहले तो थोड़ा बहुत आइडिया रहेगा तो आप ਉਹਨੂੰ जल्दी पिकअप कर सकते हो। सो कीप ऑन लर्निंग इन दैट वे कि जो भी आप पढ़ रहे हो, जो भी आप लर्न कर रहे हो, वो फ्यूचर में काम आएगा। कीप दिस थिंग इन माइंड। नेक्स्ट आई वुड से चिकन में सेमिनार चालू होने तो पहले डिस्कस कर रहे सी, आज दी डेट च ਜਿਹੜੀ कंपनीज ने, बड़ी कंपनीज ने, ਉਹਨਾਂ ਨੂੰ स्पेशलिस्ट चाहिए ने बट वेरी लेस इन नंबर। ਉਹਨਾਂ ਨੂੰ ਚਾਹੀਦੇ ਨੇ ਜਨਰਲਿਸਟ। ਜਨਰਲਿਸਟ मीन्स ਜਿਹੜਾ ਬੰਦਾ ਇੱਕ ਚੀਜ਼ ਤੇ स्पेशलिस्ट है बट ही हैज नॉलेज ऑफ ऑल दी अदर थिंग्स आल्सो। इस टाइप ਦੇ ਬੰਦਿਆਂ ਦੀ ਲੋੜ ਰਹਿੰਦੀ ਹੈ मैनेजमेंट ਚ। ਤੇ ਤੁਸੀਂ ਜੇਕਰ ਟੈਕਨੀਕਲ फील्ड ਚ जाना चाह रहे हो, ठीक है, 2 साल 3 साल एक एक्सपीरियंस गेन करन तो बाद मैं ਤੁਹਾਨੂੰ एडवाइस करांगा कि गो फॉर सम मैनेजरियल स्किल्स। 3-4 साल जॉब करन तो बाद अपना फील्ड जिस तरह का है ਉਹਨੂੰ एनालाइज करन तो बाद गो फॉर एग्जीक्यूटिव MBA, गो फॉर अगर प्रोजेक्ट्स जो जिकन मैं कितना गो फॉर PMP प्रोजेक्ट मैनेजमेंट, गो फॉर अगर इंडस्ट्री च हो तुसी पूरे ਤੁਹਾਡਾ एम है पूरी इंडस्ट्री ਨੂੰ मैनेज करना है तो देयर आर कोर्सेज इन इंडस्ट्रियल मैनेजमेंट, सर्टिफिकेट कोर्सेज भी ने, फुल टाइम कोर्सेज भी ने, गो फॉर दैट। देन एक बहुत चंगा ਜਿਹੜਾ कोर्स है ਜਿਹੜਾ इंजीनियरिंग ਕਰਨ ਤੋਂ ਬਾਅਦ ਵੀ ਅਸੀਂ कर सकते हैं, इट इज कॉल्ड इंजीनियरिंग मैनेजमेंट। यह बहुत ज़्यादा अजे लाइमलाइट च नहीं है। इंजीनियरिंग मैनेजमेंट च बेसिकली की होता है, लाइक एक प्लांट है, देयर आर ऑल काइंड ऑफ इंजीनियर्स, इलेक्ट्रिकल इंजीनियर होगा, मैकेनिकल इंजीनियर विल बी देयर, एवरी काइंड ऑफ इंजीनियर विल बी देयर, यू हैव टू मैनेज देम। उनको मैनेज करने के लिए आपको भी नॉलेज होना बहुत ज़्यादा जरूरी है, सो दैट यू ਉਹਨਾਂ ਦੇ ਸਾਹਮਣੇ ਅਸੀਂ ਬੁਰੇ ਨਾ ਲੱਗਣ। ਤੇ ਉਸ ਟਾਈਪ ਦੀ ਚੀਜ਼ ਨੂੰ ਟੇਕ ਕੇਅਰ ਕਰਨ ਵਾਸਤੇ ਇੰਜੀਨੀਅਰਿੰਗ ਮੈਨੇਜਮੈਂਟ ਦਾ ਕੋਰਸ ਹੈ, ਜਿਹਦੇ 'ਚ बहुत अच्छा स्कोप है फ्यूचर च। ਉਹਦੇ ਬਾਰੇ ਤੁਸੀਂ सर्च करो, पढ़ो। सो अल्टीमेटली यू आर गोइंग टू बी इन एनी इंडस्ट्री। सो इंडस्ट्रियल मैनेजमेंट्स भी हैं। IT सैक्टर का मैंने उतना नॉलेज नहीं है। IT सैक्टर के बारे चेतन ਤੁਹਾਨੂੰ ਦੱਸਿਆ ਹੈ ਕੀ ਪੜ੍ਹਨਾ ਚਾਹੀਦਾ ਹੈ, किस तरीके ਦੀ ਤੁਸੀਂ ਅੱਗੇ ਵੱਧ ਸਕਦੇ ਹੋ। ਤੇ बेसिकली जस्ट कीप ऑन डूइंग समथिंग, खाली नहीं बैठना है। एवरी टाइम कीप बी प्रोडक्टिव, अपने आप की सोच ਨੂੰ पॉजिटिव रखो, प्रोडक्टिव रखो। एक चीज जरूर एनालाइज करो, जो मैं कर रहा ਉਹਦੇ ਨਾਲ या मेरी कम्युनिटी या मेरी सोसाइटी इन जनरल या इंडिया ਉਹਦਾ ਕੀ फायदा है। मैं अगर कोई एक्शन ले रहा तो मैं कितना कंट्रीब्यूट कर रहे हैं अपने सोसाइटी ਦੇ अगेंस्ट एंड अपनी इंडिया ਲਈ मैं की कंट्रीब्यूट कर रहे हैं, वो सोचना
उस लाइन च वर्किंग बहुत ज़्यादा जरूरी है। यू हैव टू बी ऑलवेज पॉजिटिव। मैं बार बार वही चीज़ कहूँगा, प्रोडक्टिव रहो, पॉजिटिव रहो। कभी भी किसी भी तरीके की हेल्प लगती है ਤੁਸੀਂ ਬੇਝਿਜਕ ਆਪਣੇ ਸੀਨੀਅਰਸ ਨਾਲ, ਸਾਡੇ ਨਾਲ ਵੀ ਗੱਲ ਕਰ ਸਕਦੇ ਹੋ, अपने पेरेंट्स नाल गल करो। लर्निंग स्टॉप मत करो। जरूरी नहीं है एवरी लर्निंग हैज सम कॉस्ट। देयर आर मेनी फ्री कोर्सेज आल्सो, आप वो भी पढ़ो। सो माय मेन पॉइंट इज कि लर्निंग नेवर स्टॉप्स। आपको पढ़ना है, पढ़ते रहिए। यू जस्ट एवरी डे ਤੁਸੀਂ ਕੁਝ ਨਾ ਕੁਝ ਨया ਸਿੱਖੋ, ਉਹਦੇ ਬਾਰੇ ਐਨਾਲਿਸਿਸ ਕਰੋ, ਮਾਰਕੀਟ 'ਚ ਕੀ ਟ੍ਰੈਂਡ ਚੱਲ ਰਿਹਾ ਹੈ। देयर आर बहुत सारी ਸਾਈਟਸ ਹੁੰਦੀਆਂ ਨੇ ਜਿਹਦੇ ਟ੍ਰੈਂਡ ਐਨਾਲਿਸਿਸ ਹੁੰਦੇ ਨੇ ਮਾਰਕੀਟ 'ਚ। ਜਿਕਨ ਇੰਜੀਨੀਅਰਿੰਗ ਦਾ ਮਾਰਕੀਟ ਕਿਕਨ ਚੱਲ ਰਿਹਾ ਹੈ, ਆਈਟੀ ਸੈਕਟਰ ਦਾ ਮਾਰਕੀਟ ਕਿਸ ਤਰੀਕੇ ਦਾ ਚੱਲ ਰਿਹਾ ਹੈ, ਕੀ ਮਾਰਕੀਟਸ ਦੀ ਰਿਕੁਆਇਰਮੈਂਟ ਨੇ, ਕਿਸ ਤਰੀਕੇ ਦਾ ਟੈਲੈਂਟ ਚਾਹੀਦਾ ਹੈ ਉਸ ਮਾਰਕੀਟ 'ਚ ਸਰਵਾਈਵ ਕਰਨ ਵਾਸਤੇ। ਉਸ ਟੈਲੈਂਟ ਨੂੰ ਗੇਨ ਕਰਨ ਵਾਸਤੇ ਮੈਨ ਕੀ ਕਰਨਾ ਪੈਣਾ ਹੈ, किस कुछ पढ़ाई करनी पैनी है, किसी तरीके की वोकेशनल ट्रेनिंग, प्रोफेशनल ट्रेनिंग लेनी है। सो इंटरनेट इज अ वेरी बिग टूल, उसको प्रोडक्टिवली यूज करो। सारे बच्चों में खास तौर पे कहूँगा, फेसबुक, व्हाट्सएप, टिकटॉक सब ठीक है, लीजर टाइम चाहिए होता है, बट डोंट वेस्ट योर मैक्सिमम टाइम ऑन दैट एंड कीप योर सेल्फ ट्रेन्ड। सो मेरा टाइम भी आई थिंक हो चुका है। मैं हैंड ओवर करना चाहूँगा मनजीत वीर जी ਨੂੰ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਹਾਂਜੀ, ਆਵਾਜ਼ ਆ ਰਹੀ ਹੈ। ਠੀਕ ਹੈ ਜੀ। ਸੋ ਬਹੁਤ ਵਧੀਆ ਤਰੀਕੇ ਨਾਲ ਵੀ ਚੇਤਨ ਸਿੰਘ ਜੀ ਨੇ ਤੇ ਅਵਨੀਤ ਨੇ ਜਿਹੜਾ ਸਾਨੂੰ ਗਾਈਡ ਕੀਤਾ ਕਿ ਅਸੀਂ ਕੀ ਸਾਨੂੰ ਕੰਮ ਕਰਨੇ ਚਾਹੀਦੇ ਨੇ ਫਿਊਚਰ ਲਰਨਿੰਗ ਦੇ ਸਬਜੈਕਟ ਦੇ ਵਿੱਚ। ਤੇ ਅੱਜ ਜਦੋਂ ਅਸੀਂ ਫਿਊਚਰ ਲਰਨਿੰਗ ਦੀ ਗੱਲ ਕਰ ਰਹੇ ਹਾਂ ਤੇ ਮੈਂ ਸਭ ਤੋਂ ਪਹਿਲਾਂ ਇੱਕ ਐਜੂਕੇਸ਼ਨ ਦੀ ਡੈਫੀਨੇਸ਼ਨ ਵਿਦਿਆਰਥੀਆਂ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਸਾਡੀ ਓਵਰਆਲ ਡਿਵੈਲਪਮੈਂਟ ਦੀ ਗੱਲ ਕਰਦੀ ਹੈ। ਇਹਦੇ ਵਿੱਚ ਅਸੀਂ ਆਪਣੀ ਇੰਡੀਵਿਜੂਅਲ ਜਿਹੜੀ ਹੈ ਫਿਜ਼ੀਕਲੀ, ਮੈਂਟਲ, ਸੋਸ਼ਲ, ਇਮੋਸ਼ਨਲ ਤੇ ਸਪਿਰਿਚੁਅਲ ਦੀ ਗੱਲ ਹੁੰਦੀ ਹੈ ਕਿ ਉਹ ਸਾਡੀ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋਏਗਾ ਜਿਹਦੇ ਨਾਲ ਸਾਡੀ ਇਹ ਸਾਰੀ ਡਿਵੈਲਪਮੈਂਟ ਹੋਏਗੀ। ਪਰ ਲੇਕਿਨ ਜੋ ਅੱਜ ਅਸੀਂ ਹੁਣੇ ਸਾਰੇ ਅਸੀਂ ਗੱਲ ਕਰ ਰਹੇ ਹਾਂ, ਅਸੀਂ ਇੱਕ ਦੂਜੇ ਨੂੰ ਦੇਖਾ ਦੇਖੀ ਇਹ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਨੇ। ਗੁਰਬਾਣੀ ਵੀ ਕਹਿੰਦੀ ਹੈ ਕਿ ਦੇਖਾ ਦੇਖੀ ਸਭ ਕਰੇ ਮਨ ਕੁਛ ਨਾ ਪਾਵੇ। ਵੀ ਅਸੀਂ ਕਿਸੇ ਦੇ ਪਿੱਛੇ ਲੱਗ ਜਾਂਦੇ ਹਾਂ ਪਰ ਅਸੀਂ ਵਿਚਾਰ ਨਹੀਂ ਕਰਦੇ। ਤੇ ਇਸ ਕਰਕੇ ਜਿਹੜਾ ਅੱਜ ਦਾ ਵਿਦਿਆਰਥੀ ਜਿਹੜਾ ਹੈਗਾ, ਜਿਹੜਾ ਅਸੀਂ ਹੁਣ ਵੀ ਗੱਲ ਕਰ ਰਹੇ ਸੀ, ਬੜਾ ਕਨਫਿਊਜ਼ ਹੈ। ਉਹ ਕਨਫਿਊਜ਼ ਕਿਉਂ ਹੈਗਾ? ਕਿਉਂਕਿ ਅਸੀਂ ਉਹਨੂੰ ਗਾਈਡ ਕਰਕੇ ਉਹਨੂੰ ਇਹ ਕਰੀਏ ਕਿ ਉਹ ਆਪਣਾ ਸਪੋਰਟ ਐਨਾਲਿਸਿਸ ਕਰੇ। ਜਿਸ ਤਰ੍ਹਾਂ ਤੁਸੀਂ ਦੋਨਾਂ ਵੀਰਾਂ ਨੇ ਗੱਲ ਕੀਤੀ ਹੈ ਕਿ ਉਹ ਆਪਣੀ ਜਿਹੜੀ ਹੈਗੀ ਹੈ ਸਟਰੈਂਥ ਕੱਢ ਸਕੇ ਕਿ ਉਹਦੀ ਸਟਰੈਂਥ ਕੀ ਹੈ, ਉਹਦੀ ਵੀਕਨੈਸ ਕੀ ਹੈ, ਉਹਦੇ ਕੋਲ ਓਪਰਚੁਨਿਟੀ ਕੀ ਨੇ ਤੇ ਉਹਨੂੰ ਥ੍ਰੈਟ ਕੀ ਨੇ। ਤੇ ਜਦੋਂ ਉਹ ਆਪਣੀ ਸਪੋਰਟ ਐਨਾਲਿਸਿਸ ਕਰਕੇ ਉਹ ਸਾਰਾ ਡੇਟਾ ਜਨਰੇਟ ਕਰ ਲੈਂਦਾ ਹੈ ਤੇ ਜਦੋਂ ਡੇਟਾ ਕਰਕੇ ਉਹ ਬੱਚਾ ਆਪਣੀ ਵੀਕਨੈਸ ਨੂੰ ਸਟਰੈਂਥ ਦੇ ਵਿੱਚ ਕਨਵਰਟ ਕਰੇਗਾ ਤੇ ਉਹ ਜਿਹੜੀ ਚੀਜ਼ ਉਹਨੂੰ ਥ੍ਰੈਟ ਹੋ ਰਹੀ ਹੈ ਉਹ ਉਹਦੀ ਓਪਰਚੁਨਿਟੀ 'ਚ ਕਨਵਰਟ ਹੋ ਜਾਏਗੀ। ਪਰ ਅੱਜ ਕੀ ਆ ਰਿਹਾ ਹੈ ਕਿ ਸਾਡਾ ਐਜੂਕੇਸ਼ਨ ਸਿਸਟਮ ਇੱਕ ਦੂਜੇ ਨੂੰ ਦੇਖ ਕੇ ਅਸੀਂ ਉਹਨੂੰ ਫੋਲੋ ਕਰਦੇ ਲੱਗੇ। ਪਰ ਇਨਸਟੈਡ ਆਫ, ਅਗਰ ਅਸੀਂ ਛੋਟਾ ਜਿਹਾ ਐਗਜ਼ਾਮਪਲ ਲੈਂਦੇ ਹਾਂ ਕਿ ਅਸੀਂ ਘਰ ਦੇ ਵਿੱਚ ਅੱਜ ਅਸੀਂ ਦੀ ਗੱਲ ਕਰਦੇ ਹਾਂ, ਘਰ ਬੱਚਿਆਂ ਨੂੰ ਮੋਬਾਈਲ ਲਿਆ ਕੇ ਦੇ ਦਿੰਦੇ ਹਾਂ। ਛੋਟਾ ਬੱਚਾ ਹੁੰਦਾ ਹੈ, ਉਹਨੂੰ ਅੰਗੇਜ ਕਰਨਾ, ਅੰਗੇਜ ਕਰਨ ਲਈ ਅਸੀਂ ਮੋਬਾਈਲ ਉਹਦੇ ਹੱਥ ਵਿੱਚ ਦੇ ਦਿੰਦੇ ਹਾਂ ਤੇ ਪਰ ਲੇਕਿਨ ਉਹਨੂੰ ਕੁਝ ਵੀ ਨਹੀਂ ਸਿਖਾਉਂਦੇ। ਬੱਚਾ ਉਹਦੇ ਕਰਕੇ ਆਪਣੀ ਸਾਰੀ ਐਕਟੀਵਿਟੀ ਸਟਾਰਟ ਕਰ ਦਿੰਦਾ ਤੇ ਆਪਣੇ ਆਪ ਨੂੰ ਅੰਗੇਜ ਕਰ ਲੈਂਦਾ ਕਿ ਮੈਨੂੰ ਕਿਹੜੀ ਗੇਮ ਖੇਡਣੀ ਹੈ, ਕਿੱਥੋਂ ਕੀ ਕਰਨਾ ਹੈ, ਉਹ ਸਾਰੀ ਐਕਟੀਵਿਟੀ ਕਰਨੀਆਂ ਸਟਾਰਟ ਕਰ ਦਿੰਦਾ। ਇਹਦਾ ਮਤਲਬ ਕਿ ਉਹ ਬੱਚੇ ਦਾ ਜਿਹਦੇ ਕੋਲ ਉਹਦੇ ਆਬਜੈਕਟ ਪਹੁੰਚ ਗਿਆ। ਜਦੋਂ ਆਬਜੈਕਟ ਪਹੁੰਚ ਗਿਆ ਉਹਦੇ ਨਾਲ ਬੱਚੇ ਨੇ ਆਪਣੇ ਆਪ ਨੂੰ ਡਿਵੈਲਪਮੈਂਟ ਕਰਨਾ ਸ਼ੁਰੂ ਕਰ ਦਿੱਤਾ। ਪਰ ਬੱਚੇ ਨੂੰ ਜਦੋਂ ਅਸੀਂ ਜਦੋਂ ਤੱਕ ਗੇਮ ਤੱਕ ਹੈ ਉਦੋਂ ਤੱਕ ਅਸੀਂ ਸਮਝਦੇ ਕਿ ਇਹ ਬੱਚਾ ਆਪਣੇ ਆਪ ਮਸਤ ਰਹੇਗਾ, ਅੰਗੇਜ ਰਹੇਗਾ ਤਾਂ ਠੀਕ ਹੈ। ਪਰੰਤੂ ਜਦੋਂ ਐਜੂਕੇਸ਼ਨ ਦੀ ਗੱਲ ਹੁੰਦੀ ਹੈ ਅਸੀਂ ਉਹ ਬੱਚੇ ਨੂੰ ਕਈ ਵਾਰ ਉਹਦੀ ਰਾਏ ਪੁੱਛੇ ਬਿਨਾਂ ਆਪਣੀ ਰਾਏ ਦੇਣਾ ਸ਼ੁਰੂ ਕਰ ਦਿੰਦੇ। ਉਹ ਬੱਚੇ ਨੂੰ ਅਸੀਂ ਜਿਹੜਾ ਹੁਣੇ ਅਸੀਂ ਪ੍ਰੈਸ਼ਰ ਦੀ ਗੱਲ ਕਰ ਰਹੇ ਹਾਂ, ਚਾਹੇ ਅਸੀਂ ਪੇਰੈਂਟਸ ਪ੍ਰੈਸ਼ਰ ਦੀ ਗੱਲ ਕਰਦੇ ਹਾਂ, ਉਹ ਬੱਚਿਆਂ ਨੂੰ ਕਿ ਤੁਸੀਂ ਇਹ ਨਾਲ ਦਾ ਬੱਚਾ ਇਹ ਕਰ ਰਿਹਾ ਹੈ, ਤੇਰੇ ਰਿਸ਼ਤੇਦਾਰਾਂ ਦੇ ਬੱਚੇ ਇਹ ਕਰ ਰਿਹਾ ਹੈ, ਬੱਚੇ ਦੀ ਤੁਸੀਂ ਵੀ ਇਹੀ ਕਰਨਾ ਹੈਗਾ, ਉਹ ਬੱਚੇ ਤੇ ਇੱਕ ਪ੍ਰੈਸ਼ਰ ਜਨਰੇਟ ਹੋਣਾ ਸ਼ੁਰੂ। ਤੇ ਉਹ ਬੱਚਾ ਜਿਹੜਾ ਆਪਣੀ ਗੱਲ ਜਿਹੜੀ ਹੈ ਉਹ ਸਾਡੇ ਨਾਲ ਨਹੀਂ ਸ਼ੇਅਰ ਕਰ ਪਾਉਂਦਾ। ਇਸ ਕਰਕੇ ਜਿਹੜੀ ਸਾਨੂੰ ਜਿਹੜੀ ਉਹ ਹੈ ਉਹ ਇੱਕ ਫੀਲਡ ਜਿਹੜੀ ਹੈ ਉਹ ਓਪਨਲੀ ਦੇਣੀ ਪਏਗੀ ਤਾਂ ਕਿ ਬੱਚੇ ਆਪਣੇ ਆਪ ਨੂੰ ਡਿਵੈਲਪ ਕਰ ਸਕਣ, ਆਪਣੇ ਆਪ ਨੂੰ ਰੀਪ੍ਰਜੈਂਟ ਕਰ ਸਕਣ ਤੇ ਉਹ ਆਪਣੀ ਰੀਅਲ ਵਰਲਡ ਸਿਚੁਏਸ਼ਨ ਦੇ ਵਿੱਚ ਜਿਹੜੀਆਂ ਆਪਣੀਆਂ ਸਕਿੱਲਸ ਦੇ ਬਾਰੇ ਹੈ ਉਹ ਸਾਡੇ ਨਾਲ ਸ਼ੇਅਰ ਕਰ ਸਕਣ।
ਤੁਸੀਂ ਵੀ ਗੱਲ ਕੀਤੀ ਸੀ ਕਿ ਸਾਨੂੰ ਟਰਾਂਸਪੇਰੈਂਸੀ ਜਿਹੜੀ ਹੈ ਬੱਚਿਆਂ ਨੂੰ ਰੱਖਣੀ ਚਾਹੀਦੀ ਹੈ। ਤਾਂ ਟਰਾਂਸਪੇਰੈਂਸੀ ਆਏਗੀ ਕਿ ਜਦੋਂ ਅਸੀਂ ਬੱਚਿਆਂ ਨੂੰ ਇੱਕ ਉਹ ਫੀਲਡ ਦਿਆਂਗੇ ਜਿਹਦੇ ਵਿੱਚ ਬੱਚੇ ਸਾਡੇ ਨਾਲ ਸਾਰੀ ਗੱਲ ਜਿਹੜੀ ਹੈ ਉਹ ਸ਼ੇਅਰ ਕਰ ਸਕਦੇ। ਤੇ ਜਦੋਂ ਅਸੀਂ ਬੱਚੇ ਸ਼ੇਅਰ ਕਰਨ ਲੱਗ ਜਾਣਗੇ ਫਿਰ ਉਹਨਾਂ ਦੇ ਵਿੱਚ ਇੱਕ ਓਪਨਨੈਸ ਆ ਜਾਏ। ਅੱਜ ਉਹੀ ਵਿਦਿਆਰਥੀ ਦੇ ਵਿੱਚ ਇੱਕ ਹੈ ਕਿ ਵਿਦਿਆਰਥੀ ਅੱਜ ਦਾ ਜਿਹੜਾ ਹੈ ਉਹ ਸਵਾਲ ਨਹੀਂ ਕਰਦਾ, ਕੁਐਸਚਨ ਨਹੀਂ ਕਰਦਾ। ਤੇ ਜਦੋਂ ਕੁਐਸਚਨ ਨਹੀਂ ਕਰਦਾ ਤਾਂ ਫਿਰ ਉਹਨੂੰ ਜਿਹੜੀ ਉਹ ਕਲੈਰਿਟੀ ਨਹੀਂ ਹੁੰਦੀ। ਇਸ ਕਰਕੇ ਸਾਨੂੰ ਉਹ ਫਿਰ ਆਪਣਾ ਓਪੀਨੀਅਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਕਿ ਇਹ ਪਾਪਾ ਕੀ ਕਹਿ ਰਹੇ ਨੇ, ਅੰਕਲ ਕੀ ਕਹਿ ਰਹੇ ਨੇ। ਤੇ ਉਹ ਚੀਜ਼ ਸਾਨੂੰ ਨਹੀਂ, ਜਦਕਿ ਸਾਨੂੰ ਜਿਹੜੀ ਗੁਰਬਾਣੀ ਹੈਗੀ ਹੈ ਉਹ ਇਸ ਤੇ ਬਾਰ-ਬਾਰ ਸਾਨੂੰ ਗਿਆਨ ਦਿੰਦੀ ਹੈ ਕਿ ਵਿਦਿਆ ਤਾਂ ਪਰਉਪਕਾਰੀ ਹੈ। ਤੇ ਜਿਹੜਾ ਹੈਗਾ ਉਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੋਏਗੀ ਜਦੋਂ ਉਹਦੇ ਐਕਸ਼ਨ ਆਉਣਗੇ। ਕਿਉਂਕਿ ਦੇ ਹੈਗੇ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਜਪੋ। ਅਸੀਂ ਉਸ ਫੀਲਡ ਤੇ ਤਾਂ ਹੀ ਪਹੁੰਚਾਂਗੇ ਜੇਕਰ ਅਸੀਂ ਉਸ ਚੀਜ਼ ਨੂੰ ਪ੍ਰਵਾਨ ਕਰਾਂਗੇ। ਤੇ ਉਹਦੇ ਨਾਲ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਪ੍ਰਣਤ ਨਾਨਕ ਗਿਆਨੀ ਕੈਸਾ ਹੋਏ, ਆਪਨ ਪਛਾਣੇ ਬੁੱਝੇ। ਜਿਹੜਾ ਆਪਣੇ ਆਪ ਨੂੰ ਪਛਾਣਦਾ ਹੈ ਤੇ ਆਪ ਵਿਚਾਰੇ ਸੋ ਗਿਆਨੀ ਹੋਏ। ਜਿਹੜਾ ਅੰਦਰ ਆਪਣੇ ਆਪ ਦੀ ਡੀਪ ਸਟੱਡੀ ਕਰਦਾ, ਜੇਕਰ ਅਸੀਂ ਅੰਦਰ ਦੀ ਸਟੱਡੀ ਨਹੀਂ ਕਰਾਂਗੇ, ਅਸੀਂ ਆਪਣੇ ਆਪ ਨੂੰ ਨਹੀਂ ਪਛਾਣਾਂਗੇ ਤਾਂ ਅਸੀਂ ਜਿਹੜੀ ਹੈਗੀ ਹੈ ਉਸ ਫੀਲਡ ਦੇ ਵਿੱਚ ਅੱਗੇ ਨਹੀਂ ਵੱਧ ਸਕਾਂਗੇ। ਜਦੋਂ ਅਸੀਂ ਗੱਲ ਕਰਦੇ ਹਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਕਿ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਦੀ ਵੀ ਹੋਣੀ ਚਾਹੀਦੀ ਹੈ, ਉਹਨਾਂ ਦੀ ਗਰੋਥ ਵੀ ਹੋਣੀ ਚਾਹੀਦੀ ਹੈ। ਸਾਨੂੰ ਉਹਦੀ ਇੱਕ ਐਟਮੋਸਫੇਅਰ ਜਿਹੜਾ এনवायरमेंट ਹੈ ਜਿਹੜਾ ਹੋਣਾ ਪਏਗਾ ਜਿਹਦੇ ਵਿੱਚ ਉਹ ਡੀਪਰ ਜਿਹੜਾ ਕੰਪਰੀਹੈਂਸ਼ਨ ਕਰਨ ਐਂਡ ਉਹ ਥਿੰਕ ਕ੍ਰਿਟੀਕਲੀ, ਉਹ ਕ੍ਰਿਟੀਕਲੀ ਸੋਚਣਾ ਸ਼ੁਰੂ ਕਰਨ। ਜਿਹਦੇ ਨਾਲ ਕੀ ਹੋਏਗਾ ਕਿ ਉਹਨਾਂ ਦੇ ਅੰਦਰ ਇੱਕ ਇਗਨਾਈਟਿੰਗ ਪੈਸ਼ਨ ਹੋਏਗਾ। ਪੈਸ਼ਨ ਤੇ ਆਈਡੀਆ ਆਉਣੇ ਸ਼ੁਰੂ ਹੋਣਗੇ। ਜਦੋਂ ਆਈਡੀਆ ਆਉਣਗੇ ਫਿਰ ਉਹਨੂੰ ਜਿਹੜਾ ਹੈਗਾ ਇੰਪਲੀਮੈਂਟ ਕਰਨ ਵੱਲ ਚੱਲਣ। ਇਹ ਸਾਨੂੰ ਬੱਚਿਆਂ ਨੂੰ ਜਿਹੜਾ ਹੈਗਾ ਉਹ ਬਾਰ-ਬਾਰ ਸਾਨੂੰ ਉਹਨਾਂ ਨੂੰ ਤਿਆਰ ਕਰਨਾ ਪਏਗਾ। ਸਾਨੂੰ ਉਹਨਾਂ ਦੀ ਹੈਂਡ ਹੋਲਡਿੰਗ ਕਰਨੀ ਪਏਗੀ ਤਾਂ ਕਿ ਜਦੋਂ ਫਿਊਚਰ ਦੇ ਵਿੱਚ ਬੱਚਿਆਂ ਦੇ ਵਿੱਚ, ਕਿਉਂਕਿ ਬੱਚਿਆਂ ਨੂੰ ਅਸੀਂ ਸਾਰੇ ਪੇਰੈਂਟਸ ਜਿਹੜੇ ਹੈ ਉਹ ਅੰਗੇਜ ਹੋ, ਬੱਚਿਆਂ ਲਈ ਸਾਡੇ ਕੋਲ ਸਮਾਂ ਨਹੀਂ ਹੈਗਾ। ਜਦੋਂ ਅਸੀਂ ਸਮਾਂ ਨਹੀਂ ਹੁੰਦਾ ਤੇ ਅਸੀਂ ਉਹਨਾਂ ਨੂੰ ਗਾਈਡ ਨਹੀਂ ਕਰ ਪਾਉਂਦੇ। ਪਹਿਲਾ ਸਮਾਂ ਸੀਗਾ ਉਹਦੇ ਵਿੱਚ ਜਿਹੜਾ ਹੁੰਦਾ ਸੀ ਜੁਆਇੰਟ ਫੈਮਿਲੀ ਸਿਸਟਮ ਦੇ ਵਿੱਚ ਹੁੰਦਾ ਸੀਗਾ ਕਿ ਅਗਰ ਪੇਰੈਂਟਸ ਅੰਗੇਜ ਨੇ ਤੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਜਾਂ ਉਹਨਾਂ ਦੇ ਚਾਚੀ ਨੇ ਜਾਂ ਮਾਮਾ ਮਾਮੀ ਨੇ ਉਹ ਉਹਨਾਂ ਨੂੰ ਗਾਈਡ ਕਰਦੇ। ਪਰ ਅੱਜ ਦਾ ਸਿਨੈਰੀਓ ਛੋਟੀ ਸਮਾਲ ਫੈਮਿਲੀ ਹੋਣ ਕਰਕੇ ਜਿਹੜਾ ਪੁਰਾਣਾ ਕਲਚਰ ਸੀਗਾ, ਕਿਉਂਕਿ ਇੰਡੀਅਨ ਕਲਚਰ ਨੂੰ ਅਸੀਂ ਵੀ ਕਹਿੰਦੇ ਹਾਂ ਇਹ ਇੱਕ ਦਾਦੀ ਮਾਂ ਦਾ ਗ੍ਰੈਂਡ ਮਦਰ ਦਾ ਕ੍ਰੀਏਟ ਕੀਤਾ ਹੋਇਆ ਕਲਚਰ ਹੈ। ਕਿਉਂਕਿ ਦਾਦੀ ਮਾਂ ਦੀਆਂ ਜਿਹੜੀਆਂ ਅਸੀਂ ਸਾਖੀਆਂ ਸਟੋਰੀਆਂ ਸੁਣਦੇ ਸੀ ਉਹਦੇ ਨਾਲ ਉਹ ਕਲਚਰ ਬਣਦਾ ਚਲਾ ਜਾਂਦਾ ਸੀ। ਤਾਂ ਕਿ ਦਾਦੀ ਮਾਂ ਇਹ ਕਹਿੰਦੀ ਸੀ ਕਿ ਉਹਨੇ ਜਦੋਂ ਇੰਟੀਗ੍ਰੇਟ ਦੀ ਗੱਲ ਹੈ, ਪਵਿੱਤਰਤਾ ਦੀ ਗੱਲ ਹੈ, ਉਹਨੂੰ ਸਾਹਸੀ ਦੀ ਗੱਲ ਹੈ, ਉਹਨੂੰ ਸੱਚ ਬੋਲਣ ਦੀ ਗੱਲ ਹੈ, ਉਹਨੂੰ ਮਿਹਨਤ ਦੀ ਗੱਲ ਹੈ, ਜਦੋਂ ਇੱਦਾਂ ਦੀਆਂ ਸਟੋਰੀਆਂ ਹੁੰਦੀਆਂ ਸੀ ਤੇ ਉਹ ਬੱਚੇ ਦੇ ਵਿੱਚ ਮਾਈਂਡ ਬਿਲਡ ਹੋ ਜਾਂਦਾ ਸੀ ਕਿ ਮੈਂ ਇਸ ਤਰ੍ਹਾਂ ਦੀ ਐਕਟੀਵਿਟੀ ਕਰਨਾ। ਪਰੰਤੂ ਅੱਜ ਜਦੋਂ ਅਸੀਂ ਦੌੜ ਦੇ ਵਿੱਚ ਲੱਗ ਕੇ ਉਸ ਦੌੜ ਦੇ ਵਿੱਚ ਜਿਹੜਾ ਵਿਦਿਆਰਥੀ ਹੈ ਉਹ ਆਪਣੇ ਆਪ ਨੂੰ ਅੰਡਰਸਟੈਂਡ ਨਹੀਂ ਕਰ ਪਾ ਰਿਹਾ ਔਰ ਉਹਨੂੰ ਕੋਈ ਗਾਈਡ ਵੀ ਨਹੀਂ ਮਿਲ ਰਿਹਾ ਜਿਹੜਾ ਕਿ ਉਹਦੀ ਹੈਂਡ ਹੋਲਡਿੰਗ ਕਰਕੇ ਉਹਨੂੰ ਗਾਈਡ ਕਰੇ। ਬਸ ਇੰਨਾ ਕਿਹਾ ਜਾ ਰਿਹਾ ਕਿ ਬੇਟੇ ਉਸਦੇ ਇੰਨੇ ਸਕੋਰ ਆਏ, ਤੇਰੇ ਸਕੋਰ ਕਿੰਨੇ ਆਏ, ਐਡਮਿਸ਼ਨ ਇਸ ਸਕੂਲ ਵਿੱਚ ਇਸ ਕਾਲਜ ਵਿੱਚ ਹੋ ਜਾਣੀ ਚਾਹੀਦੀ ਹੈ, ਉਹਦੇ ਲਈ ਇੰਨੀ ਸਕੂਲ ਚਾਹੀਦੀ। ਤਾਂ ਅਸੀਂ ਇੱਕ ਐਜ਼ ਏ ਪੇਰੈਂਟ ਅਸੀਂ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ ਜਿਹੜਾ ਬਿਲਟ ਅਪ ਕਰਦੇ। ਤੇ ਜਦੋਂ ਅਸੀਂ ਅੱਜ ਅਸੀਂ ਇੱਕ ਹੋਰ ਐਨਾਲਿਸਿਸ ਕਰਦੇ ਹਾਂ, ਜਦੋਂ ਹੁਣ ਲਰਨਿੰਗ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਇੱਕ ਗੱਲ ਦੇਖਦੇ ਹਾਂ ਕਿ ਅਗਰ ਅਸੀਂ ਬੱਚਿਆਂ ਦੇ ਸਾਹਮਣੇ ਰੱਖੀਏ ਬੱਚਿਓ ਕਿ ਕਿਹੜੀ ਇੰਡਸਟਰੀ ਜਿਹੜੀ ਹੈਗੀ ਹੈ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਆ ਉਹ ਸਿਸਟਮ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ ਤੇ ਕਿਹੜੀ ਇੰਡਸਟਰੀ ਜਿਹੜੀ ਹੈ ਉਹ ਫਿਊਚਰ ਦੇ ਵਿੱਚ ਆਉਣ ਵਾਲੀ ਹੈ। ਜਿੱਦਾਂ ਅਸੀਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਸਾਡੇ ਸਾਹਮਣੇ ਲੋਕਡਾਊਨ ਹੋਇਆ ਤੇ ਕਰੋਨਾ ਵਾਇਰਸ ਆ। ਕਰੋਨਾ ਵਾਇਰਸ ਆਉਣ ਦੇ ਨਾਲ ਕੀ ਚੀਜ਼ਾਂ ਚੇਂਜ ਹੋਈਆਂ। ਇੱਕ ਤਰ੍ਹਾਂ ਦੁਨੀਆ ਇੱਕ ਜਗ੍ਹਾ ਥੰਮ ਗਈ। ਹੁਣ ਦੁਨੀਆ ਜਦੋਂ ਥੰਮ ਗਈ ਤਾਂ ਹੋਇਆ ਕਿ ਜਿਹੜੇ ਲੋਕ ਤਿਆਰ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਸਿਸਟਮ ਦੇ ਵਿੱਚ ਹੋਇਆ ਉਹਨਾਂ ਨੇ ਕੀ ਲਰਨਿੰਗ ਪ੍ਰੋਗਰਾਮ ਜਿਹੜੇ ਆ ਲਾ ਦਿੱਤੇ ਤਾਂ ਕੀ ਲਰਨਿੰਗ ਦੇ ਨਾਲ ਸਿਸਟਮ ਜਿਹੜਾ ਹੈ ਜੁੜ ਜਾਵੇ। ਉਹ ਬਿਜ਼ਨਸ ਇੱਕ ਬੜੇ ਜਿਹੜਾ ਅਜੇ ਉਹਦੀ ਤਿਆਰੀ ਨਹੀਂ ਸੀਗੀ, ਅਸੀਂ ਉਹਦੇ ਲਈ ਪ੍ਰਪੇਅਰਡ ਨਹੀਂ ਸੀਗੇ, ਪਰ ਲੇਕਿਨ ਉਹ ਇੱਕ ਬਿਜ਼ਨਸ ਜਿਹੜਾ ਉਹ ਸਿਸਟਮ ਦੇ ਵਿੱਚ ਆ ਗਿਆ ਕਿ ਸਾਰੇ ਸਕੂਲ ਕਾਲਜ ਦੇ ਸਟੂਡੈਂਟ ਉਹ ਕੀ ਲਰਨਿੰਗ ਦੇ ਥਰੂ ਜਿਹੜੇ ਆ ਉਹਨਾਂ ਦੀ ਐਜੂਕੇਸ਼ਨ ਸਟਾਰਟ। ਦੂਜਾ ਕੀ ਹੋਇਆ ਕਿ ਮੈਡੀਕਲ ਪ੍ਰੋਡਕਟ ਇੱਕਦਮ ਮਾਰਕੀਟ ਦੇ ਵਿੱਚ ਰਿਕੁਆਇਰਮੈਂਟ ਵੱਧ ਗਈ। ਉਸ ਦੇ ਨਾਲ ਜਿਹੜਾ ਹੈਗਾ ਸਾਡੀ ਟੌਪ ਇੰਡਸਟਰੀ ਵੱਧ ਗਈ। ਉਸ ਦੇ ਨਾਲ ਸਾਡੇ ਇੰਡਸਟਰੀ ਇੰਕਰੀਜ਼ ਹੋ ਗਈ। ਉਸ ਤੋਂ ਬਾਅਦ ਸਾਡੀ ਨੈਕਸਟ ਜਿਹੜੀ ਇੰਡਸਟਰੀ ਡਿਵੈਲਪ ਹੋ ਗਈ ਉਹ ਹੋ ਗਈ ਡਿਲੀਵਰੀ ਅਸੀਂ ਸਰਵਿਸਿਜ਼ ਕਿੱਦਾਂ ਦੇਣੀ ਹੈ ਕਿਉਂਕਿ ਸਿਸਟਮ ਸਾਰਾ ਬੰਦ ਹੈ ਤੇ ਡਿਲੀਵਰੀ ਸਰਵਿਸ ਹੋ। ਉਸ ਤੋਂ ਨੈਕਸਟ ਜਿਹੜਾ ਆ ਗਿਆ ਹੋਮ ਐਂਟਰਟੇਨਮੈਂਟ ਸ਼ੁਰੂ ਹੋ ਗਈ ਕਿ ਲੋਕ ਹੁਣ ਘਰ ਦੇ ਵਿੱਚ ਨੇ ਉਹਨਾਂ ਨੇ ਆਪਣੇ ਆਪ ਨੂੰ ਅੰਗੇਜ ਕਿੱਦਾਂ ਰੱਖਿਆ, ਉਹਨਾਂ ਨੇ ਆਪਣੀ ਐਂਟਰਟੇਨਮੈਂਟ ਸ਼ੁਰੂ ਕਰ ਦਿੱਤੀ ਹੈ। ਫਿਰ ਉਸ ਤੋਂ ਬਾਅਦ ਆਨਲਾਈਨ ਗੇਮਿੰਗ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਹੁਣ ਕੀ ਹੈ ਕਿ ਜਦੋਂ ਸਾਰੇ ਜਿਹੜੇ ਵਰਕ ਫਰੋਮ ਹੋਮ ਕਰ ਰਹੇ ਨੇ ਆਫਿਸ ਤੋਂ ਹੁਣ ਉਹਨਾਂ ਦਾ ਆਨਲਾਈਨ ਡੇਟਿੰਗ ਸ਼ੁਰੂ ਹੋ ਗਈ ਹੈ। ਆਨਲਾਈਨ ਡੇਟਿੰਗ ਤੋਂ ਬਾਅਦ ਹੁਣ ਆ ਗਿਆ ਉਹ ਆ ਗਿਆ ਜੀ ਸੁਪਰ ਮਾਰਕੀਟ ਹੋ ਗਿਆ। ਔਰ ਸੁਪਰ ਮਾਰਕੀਟ ਤੋਂ ਬਾਅਦ ਇੱਕ ਜਿਹੜਾ ਕਰੋਨਾ ਵਾਇਰਸ ਕਰਕੇ ਸਾਰਿਆਂ ਨੂੰ ਲੱਗਿਆ ਕਿ ਇਮਿਊਨਿਟੀ ਸਿਸਟਮ ਜਿਹੜਾ
ਜਿਹੜਾ ਬੜਾ ਵੀਕ ਹੈ, ਉਹਦੇ ਨਾਲ ਕੀ ਹੋ ਗਿਆ, ਸਪਲੀਮੈਂਟ ਦੀ ਜਿਹੜੀ ਸਪਲਾਈ ਜਿਹੜੀ ਉਹ ਇਨਕਰੀਜ਼ ਹੋ ਗਈ, ਲੋਕਾਂ ਨੇ ਆਪਣਾ ਇਮਿਊਨਿਟੀ ਕਰਨ ਲਈ ਸਪਲੀਮੈਂਟ ਮਾਰਕੀਟ ਉੱਤੇ focus ਕਰਨਾ। ਉਸ ਤੋਂ ਪਹਿਲੇ ਜਿਹੜਾ ਕਲੀਨਿੰਗ ਬਿਜ਼ਨਸ ਹੈ ਉਹ ਜਿਹੜਾ ਆਮ ਬਿਜ਼ਨਸ ਸਮਝਿਆ ਜਾਂਦਾ ਸੀ, ਪਰ ਹੁਣ ਕਲੀਨਿੰਗ ਬਿਜ਼ਨਸ ਜਿਹੜਾ ਹੈ ਉਹ ਸਟਰੋਂਗ ਬਿਜ਼ਨਸ, ਕਿਉਂਕਿ ਹਰ ਇੱਕ ਜਗ੍ਹਾ ਨੂੰ ਦਫ਼ਤਰ, ਆਫਿਸ, ਸਕੂਲ, ਕਾਲਜ ਜੋ ਵੀ ਹੈ ਉਹ ਸਾਰੇ ਸੈਨੀਟਾਈਜ਼ ਕਰ, ਚਾਹੇ ਸਾਡੀਆਂ ਮਿਊਨਿਸਪੈਲਿਟੀ ਨੇ, ਉਹ ਇੰਨਾ ਵੱਡੇ ਲੈਵਲ ਤੇ ਜਿਹੜਾ ਹੈਗਾ ਇਹ ਕਰੋਨਾ ਵਾਇਰਸ ਦੇ ਕਰਕੇ ਨਵੇਂ ਬਿਜ਼ਨਸ ਜਿਹੜੇ ਡਿਵੈਲਪ। ਹੁਣ ਜੇ ਅੱਜ ਦਾ ਸਟੂਡੈਂਟ ਸਾਡਾ ਮਲਟੀ ਸਕਿੱਲ ਹੋਏਗਾ, ਜਦੋਂ ਉਹਨੇ ਆਪਣੀ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਦੇ ਨਾਲ ਆਪਣੀ ਤਿਆਰੀ ਕੀਤੀ ਹੋਏਗੀ, ਤੇ ਉਹ ਜਦੋਂ ਤਿਆਰ ਹੋਏਗਾ ਉਹ ਕਿਸੇ ਵੀ ਬਿਜ਼ਨਸ ਦੇ ਵਿੱਚ ਆਪਣੇ ਆਪ ਨੂੰ ਕਰ ਲਏਗਾ। ਪਰੰਤੂ ਜੇਕਰ ਉਹ ਸਿਰਫ ਇੱਕੋ ਜਗ੍ਹਾ ਤੇ ਹੀ ਰਹੇਗਾ, ਉਹਨੇ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ ਹੋਏਗਾ, ਤਾਂ ਉਹ ਕੰਪੀਟੀਸ਼ਨ ਜਿਹੜਾ ਕੰਪੀਟ ਨਹੀਂ ਕਰ ਪਾਏਗਾ। ਸੋ ਇਸ ਕਰਕੇ ਜਿਹੜਾ ਸਾਨੂੰ ਜਿਹੜਾ ਹੈਗਾ ਉਸ ਲੈਵਲ ਤੇ ਸਟੂਡੈਂਟ ਜਿਹੜਾ ਹੈ ਉਹ ਤਿਆਰੀ ਕਰਨੀ ਪਏਗੀ, ਤਾਂ ਹੀ ਗੱਲ ਉਹ ਅੱਗੇ ਚੱਲੇ। ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਕਨਸੈਪਟ ਸੀਗਾ, ਉਹ ਗੁਰੂ ਨਾਨਕ ਸਾਹਿਬ ਦੇ ਸਾਨੂੰ ਜਿਹੜਾ ਕਨਸੈਪਟ ਦਿੱਤਾ ਸੀਗਾ, ਉਹ ਜਿਹੜਾ ਕਿਰਤ ਉਹਦਾ ਸਾਨੂੰ ਕਨਸੈਪਟ ਦਿੱਤਾ ਸੀ, ਉਹਦੇ ਵਿੱਚ ਕਿ ਅਸੀਂ ਸੇਵਾ ਕਰਨੀ। ਹਿਊਮੈਨਿਟੀ ਦੀ ਸੇਵਾ ਅਸੀਂ ਤਾਂ ਕਰ ਸਕਦੇ ਹਾਂ ਜੇਕਰ ਸਾਡੇ ਵਿੱਚ ਸੈਲਫ ਰਿਸਪੈਕਟ ਹੋਵੇ। ਸੈਲਫ ਰਿਸਪੈਕਟ ਤੋਂ ਬਾਅਦ ਸਾਡਾ ਸੈਲਫ ਹੋਏ, ਇਹ ਅਸੀਂ ਤਿਆਰ ਕਰ। ਅੱਜ ਦਾ ਸਟੂਡੈਂਟ ਜਿਹੜਾ ਹੈ ਉਹ ਆਪਣੀ ਸੈਲਫ ਰਿਸਪੈਕਟ ਲਈ ਪਹਿਲੇ ਆਪਣੇ ਆਪ ਨੂੰ ਅਪਗ੍ਰੇਡ ਕਰੇਗਾ, ਉਹਨੂੰ ਆਪਣੀ ਪਰਸਨੈਲਿਟੀ ਜਿਹੜੀ ਹੈ ਉਹ ਉਸ ਤਰੀਕੇ ਨਾਲ ਜਿਹੜੀ ਹੈ ਡਿਵੈਲਪ ਕਰ। ਅਸੀਂ 3 ਪੱਤੀਆਂ ਦੀ ਗੱਲ ਕਰਦੇ ਹਾਂ, ਉਹਨੇ ਕਿ 3 ਇੱਕ ਹੈਗੀ ਹੈ ਪਰਸਨੈਲਿਟੀ ਲਾਈਕ ਏ ਓਸ਼ਨ। ਇੱਕ ਜਿਸ ਤਰ੍ਹਾਂ ਅਸੀਂ ਸਾਗਰ ਦੀ ਗੱਲ ਕਰਦੇ ਹਾਂ ਕਿ ਉਹ ਸਾਗਰ ਦੇ ਵਿੱਚ ਪਾਣੀ ਤਾਂ ਬਹੁਤ ਹੈ, ਪਰ ਉਸ ਪਾਣੀ ਇੰਨਾ ਖਾਰਾ ਹੈ। ਅੱਜ ਦੇ ਸਟੂਡੈਂਟ ਦੇ ਵਿੱਚ ਦੇ ਵਿੱਚ ਡਿਗਰੀਆਂ ਤਾਂ ਬਹੁਤ, ਪਰ ਲੇਕਿਨ ਉਹ ਡਿਗਰੀਆਂ ਦਾ ਕੋਈ ਯੂਟਿਲਾਈਜੇਸ਼ਨ ਨਹੀਂ ਹੈ, ਕਿਉਂਕਿ ਉਸ ਡਿਗਰੀਆਂ ਦੇ ਬੇਸ ਤੇ ਉਹਨੂੰ ਕੋਈ ਚੀਜ਼ ਵੀ ਜਿਹੜੀ ਹੈ ਉਹ ਨਹੀਂ ਮਿਲ ਪਾ ਰਹੀ ਉਹਨੂੰ ਚਾਹੀਦੀ ਹੈ। ਉਸ ਤੋਂ ਬਾਅਦ ਅਸੀਂ ਜਿਹੜੀ ਗੱਲ ਕਰਦੇ ਹੈਗੇ ਆ ਕਿ ਉਹ ਜਿਹੜਾ ਹੈਗਾ ਮਰਸੀ ਲੇਕ ਦੀ ਗੱਲ ਕਰਦੇ। ਮਰਸੀ ਲੇਕ ਦੇ ਵਿੱਚ ਜਿਸ ਤਰ੍ਹਾਂ ਹੈ ਕਿ ਇੱਕ ਜਿਹੜੀ ਲੇਕ ਹੈ ਉਹਦੇ ਵਿੱਚ ਪਾਣੀ ਖੜਾ ਹੈ, ਸਟੂਡੈਂਟ ਦੇ ਕੋਲ ਐਜੂਕੇਸ਼ਨ ਹੈਗੀ ਹੈ, ਪਰ ਉਹਨੂੰ ਯੂਜ਼ ਨਾ ਕਰਕੇ ਉਹ ਸਾਰਾ ਉਹ ਜੰਗ ਲੱਗ ਰਿਹਾ ਹੈਗਾ, ਉਹ ਖਰਾਬ ਹੋ ਰਿਹਾ ਹੈਗਾ, ਤੇ ਉਹ ਆਪਣੇ ਆਪ ਨੂੰ ਮਕੈਨੀਕਲ ਬਣ ਕੇ ਉਹ ਸਾਰਾ ਕਾਰਜ ਕਰੀ ਜਾ ਰਿਹਾ। ਪਰ ਜੇਕਰ ਅਸੀਂ ਉਸ ਦੀ ਜਗ੍ਹਾ ਤੇ ਅਗਰ ਤੀਸਰੀ ਪਰਸਪੈਕਟਿਵ ਦੀ ਗੱਲ ਕਰਾਂਗੇ, ਉਹ ਹੈਗੀ ਹੈ ਇੱਕ ਵੈਲ, ਇੱਕ ਜਸਟ ਲਾਈਕ ਇਟ, ਜਿਹਦੇ ਵਿੱਚ ਜਿੰਨਾ ਅਸੀਂ ਆਪਣੇ ਆਪ ਨੂੰ ਅੰਦਰ ਡੀਪਰ ਦੇਖਾਂਗੇ, ਜਿੰਨਾ ਅਸੀਂ ਅੰਦਰ ਆਪਣੇ ਆਪ ਨੂੰ ਸਟੱਡੀ ਕਰਾਂਗੇ, ਜਦੋਂ ਅਸੀਂ ਆਪਣੀ ਡੀਪ ਸਟੱਡੀ ਕਰਾਂਗੇ, ਸਾਨੂੰ ਅੰਦਰੋਂ ਜਿਹੜਾ ਜਿਹਦੇ ਸ਼ਾਂਤੀ ਖੁਸ਼ੀ ਮਿਲਦੀ। ਇਹ ਜਿਹੜੀ ਖੁਸ਼ੀ ਲੈਣ ਲਈ ਸਾਨੂੰ ਆਪਣੇ ਆਪ ਨੂੰ ਜਿਹੜਾ ਅੰਤਰ ਗਿਆਨ ਹੋਣਾ ਪਏਗਾ, ਸਾਨੂੰ ਅੰਦਰ ਆਪਣੇ ਆਪ ਨੂੰ ਪਛਾਣਨਾ ਪਏਗਾ, ਸਾਨੂੰ ਆਪਣੇ ਆਪ ਨੂੰ ਇਨਸਾਈਟ ਦੇਖਣਾ ਪਏਗਾ। ਸੋ ਇਹ ਜਿਹੜੀ ਇਨ ਪਰਸਨੈਲਿਟੀ ਇਹਦੇ ਉੱਤੇ ਜਦੋਂ ਅਸੀਂ ਕੰਮ ਕਰਾਂਗੇ, ਸਾਨੂੰ ਬਹੁਤ ਜ਼ਿਆਦਾ ਐਜੂਕੇਸ਼ਨ ਵੱਲ ਨਹੀਂ ਜਾਣ ਦੀ ਲੋੜ, ਇੱਕ ਜਗ੍ਹਾ ਰੁਕਣ ਦੀ ਲੋੜ ਨਹੀਂ, ਕਿਉਂਕਿ ਸਾਨੂੰ ਅਸੀਂ ਡੇਲੀ ਇੱਕ ਵੀਰ ਜੀ ਚੇਤਨ ਜੀ ਨੇ ਬੜੀ ਵਧੀਆ ਗੱਲ ਕਹੀ ਸੀਗੀ ਕਿ ਅਸੀਂ ਜਿਹੜਾ ਗੱਲ ਕਰਦੇ ਹਾਂ ਉਹ ਅਸੀਂ ਲਰਨ ਕਰਨਾ ਹੈ, ਫਿਰ ਅਨਲਰਨ ਕਰਨਾ। ਜੋ ਅਸੀਂ ਕੀਤਾ ਉਦੋਂ ਜਿਹੜਾ ਠੀਕ ਨਹੀਂ ਹੈਗਾ ਉਹ ਅਸੀਂ ਛੱਡ ਵੀ ਦੇਣਾ, ਇਹ ਨਹੀਂ ਕਿ ਅਸੀਂ ਉਹਨੂੰ ਨਾਲ ਲੈ ਕੇ ਰੱਖੀਏ। ਫਿਰ ਉਸ ਤੋਂ ਸਾਨੂੰ ਰੀਲਰਨ ਕਰਨਾ, ਕਿ ਜਦੋਂ ਅਸੀਂ ਰੀਲਰਨ ਕਰਾਂਗੇ ਤਾਂ ਹੀ ਜਿਹੜੀ ਗੱਲ ਹੈ ਉਹ ਸਾਡੇ ਅੰਦਰ ਮਨ ਦੇ ਵਿੱਚ ਦੁਬਾਰਾ ਜਾਏਗੀ, ਤਾਂ ਹੀ ਅਸੀਂ ਜਾ ਕੇ ਸਿੱਖਾਂਗੇ। ਤੇ ਅਸੀਂ ਅੰਦਰ ਜਿਹੜਾ ਸਾਡਾ ਮਾਈਂਡ ਹੈ ਉਹ ਪੂਰਾ ਫੁੱਲ ਹੋ ਚੁੱਕਾ। ਅਗਰ ਉਹਦੇ ਵਿੱਚ ਅਸੀਂ ਗਾਰਬੇਜ ਬਹੁਤ ਇਕੱਠੀ ਕਰ ਲਈ ਹੈ ਔਰ ਅਸੀਂ ਉਸ ਗਾਰਬੇਜ ਨੂੰ ਬਾਹਰ ਨਹੀਂ ਕੱਢ, ਔਰ ਸਾਡੇ ਕੋਲ ਫਿਰ ਨਵੀਂ ਐਂਟਰੀ ਕੋਈ ਵੀ ਅੰਦਰ ਨਹੀਂ ਜਾਏ। ਇਸ ਕਰਕੇ ਸਾਨੂੰ ਰੋਜ਼ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਸਾਨੂੰ ਐਨਾਲਿਸਿਸ ਕਰਨਾ, ਅਸੀਂ ਫਿਲਟਰ ਕਰਨਾ, ਤੇ ਜਿਹੜੀਆਂ ਚੀਜ਼ਾਂ ਸਾਨੂੰ ਪਸੰਦ ਨਹੀਂ ਹੈਗੀਆਂ, ਜਿਹੜੀਆਂ ਸਾਡੇ ਗੋਲ ਦੇ ਨਾਲ ਟਾਰਗੇਟ ਦੇ ਨਾਲ ਨਹੀਂ ਲੱਗਦੀਆਂ, ਉਹ ਸਾਨੂੰ ਸਾਰੀਆਂ ਆਪਣੇ ਮਾਈਂਡ ਦੇ ਪੈਣਗੀਆਂ। ਜਦੋਂ ਅਸੀਂ ਆਪਣੇ ਉਹਨੂੰ ਮਾਈਂਡ ਦੇ ਵਿੱਚੋਂ ਕੱਢ ਦੇਵਾਂਗੇ, ਫਿਰ ਜਿਹੜੀ ਸਾਡੀ ਡਿਵੈਲਪਮੈਂਟ ਜਿਹੜੀ ਹੈ ਉਹ ਸ਼ੁਰੂ ਹੋਈ। ਸੋ ਇਸ ਕਰਕੇ ਸਾਨੂੰ ਜਿਹੜਾ ਹੈਗਾ ਬਾਰ-ਬਾਰ ਇਸ ਤਰ੍ਹਾਂ ਤੇ ਕਰਨਾ, ਅਸੀਂ ਲਰਨ ਕਰਨਾ ਹੈਗਾ, ਫਿਰ ਉਸ ਤੋਂ ਬਾਅਦ ਅਨਲਰਨ ਵੀ ਕਰਨਾ, ਜਿਹੜੀਆਂ ਚੀਜ਼ਾਂ ਨੂੰ ਅਸੀਂ ਕੱਢਣਾ ਹੈਗਾ, ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਰੀਲਰਨ ਵੀ ਕਰਨਾ, ਅਸੀਂ ਨਵੀਂ ਚੀਜ਼ਾਂ ਨੂੰ ਫਿਰ ਲੈਣਾ। ਸਾਨੂੰ ਬਾਰ-ਬਾਰ ਇਹ ਗੱਲ ਨੂੰ ਕਰਨਾ ਪੈਣਾ। ਤੇ ਗੁਰੂ ਸਾਹਿਬ ਸਾਨੂੰ ਇਹੀ ਕਹਿੰਦੇ ਨਾ, ਪੜ੍ਹਿਆ ਬੁਝੇ ਸੋ ਪ੍ਰਵਾਨ, ਜੋ ਪੜ੍ਹੇਗਾ। ਤੇ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਅਸੀਂ ਇਹ ਗਿਆਨ ਹੋਏ ਜਿਹੜਾ ਚੇਤਨ ਹੈ, ਜਿਹੜਾ ਚੇਤਨ ਨਹੀਂ ਹੈ ਉਹ ਗਿਆਨੀ ਨਹੀਂ। ਗਿਆਨ ਦੀ ਜਦੋਂ ਨੌਲੇਜ, ਸਾਡੀ ਸਕਿੱਲ, ਕੰਮ ਕਰਨ ਦੇ ਤਰੀਕੇ ਹੈ, ਤੇ ਸਾਡਾ ਐਟੀਟਿਊਡ ਹੈ, ਜਦੋਂ ਸਾਡੇ ਇਨ ਲਾਈਨ ਹੋ ਜਾਏਗਾ, ਤੇ ਫਿਰ ਸਾਡੀ ਡਿਵੈਲਪਮੈਂਟ ਹੋ ਜਾਏਗੀ। ਤੇ ਜਿਹੜੇ ਸਾਨੂੰ ਦੇ ਕੰਮ ਦਿੱਤੇ ਹੈ, ਫਿਰ ਅਸੀਂ ਉਸ ਕਿੰਨੇ ਸਮਾਂ ਦੇ ਉੱਤੇ ਪੂਰੇ ਉਤਰਾਂਗੇ, ਕਿਉਂਕਿ ਕਿਰਤ ਕਰੂ ਨਾਮ ਜਪੂ ਤੇ ਬਣ ਕਿਰਤ ਤਾਂ ਹੀ ਹੋਏਗੀ ਜੇ ਸਾਡਾ ਇਹ ਜਿਹੜਾ ਕੰਮ ਹੋਏਗਾ। ਜੇ ਚਾਹੇ ਅਸੀਂ ਵਿਦਿਆਰਥੀ ਹਾਂ ਤਾਂ ਸਾਡੀ ਕਿਰਤ ਹੈ ਉਹ ਸਾਡੀ ਵਿਦਿਆ, ਅਸੀਂ ਪੜ੍ਹਾਈ ਕਰਨਾ, ਅਸੀਂ ਉਹਨੂੰ ਸੁਚੱਜੇ ਸੁਚਾਰੂ ਢੰਗ ਦੇ ਨਾਲ ਲੈਣਾ। ਅਸੀਂ ਉਹਦੇ 'ਚ ਆਪਣੇ ਆਪ ਨੂੰ ਚੀਟਿੰਗ ਨੂੰ, ਅਸੀਂ ਕੋਪਿੰਗ ਸਿਸਟਮ ਨੂੰ, ਜਦੋਂ ਅਸੀਂ ਕੋਪਿੰਗ ਨਹੀਂ ਕਰਾਂਗੇ, ਸਾਨੂੰ ਸਮਾਂ ਜ਼ਰੂਰ ਲੱਗੇਗਾ ਆਪਣੇ ਆਪ ਨੂੰ ਡਿਵੈਲਪਮੈਂਟ ਕਰਨ ਲਈ, ਸਾਨੂੰ ਆਪਣੇ ਆਪ ਤੇ ਇਨਵੈਸਟਮੈਂਟ ਬਹੁਤ ਕਰਨੀ ਪਏਗੀ, ਸਾਡੀ ਕੁਆਲਿਟੀ ਨਿਖਰ ਕੇ ਥੋੜ੍ਹਾ ਸਮਾਂ ਲੱਗੇਗਾ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਾਰੀ ਐਕਟੀਵਿਟੀ ਕਰਨ ਲਈ 239 ਸਾਲ ਦਾ ਸਮਾਂ ਲਗਾ ਕੇ ਦਿੱਤਾ।
ਤੇ ਤਾਂ ਸਾਡੀ ਸਿੱਖ ਦੀ ਜਿਹੜੀ ਹੈ ਯੂਨੀਕ ਜਿਹੜੀ ਹੈ ਆਇਡੈਂਟੀਟੀ ਬਣ। ਮੈਂ ਤਾਂ ਸੋਚ ਰਿਹਾ ਸੀ ਅੱਜ ਕਿ ਜਦੋਂ ਅਸੀਂ ਅੱਜ ਇਹ ਸਬਜੈਕਟ ਨੂੰ ਲਿਆ ਲਰਨਿੰਗ ਦੇ ਉੱਤੇ, ਫਿਊਚਰ ਲਰਨਿੰਗ ਦੇ ਉੱਤੇ, ਮੈਂ ਸੋਚ ਰਿਹਾ ਸੀ ਵੀ ਸਿੱਖ ਨੂੰ ਅਸੀਂ ਇਹ ਤਾਂ ਸੋਚਦੇ ਸੀ ਵੀ ਸਿੱਖ ਨੇ ਸੇਵਾ ਕਰਨੀ ਹੈ, ਸਿੱਖ ਨੇ ਸਿਮਰਨ ਕਰਨਾ ਹੈ, ਸਿੱਖ ਨੇ ਸਮਰਪਣ ਹੋਣਾ ਹੈ। ਪਰ ਲੇਕਿਨ ਉਹਦੇ ਨਾਲ ਮੈਂ ਕਹਿ ਰਿਹਾ ਸੀ ਕਈ ਧੱਕੇ ਦਾ ਵੀ ਕੋਈ ਮਤਲਬ ਹੋਏਗਾ, ਤਾਂ ਸਿੱਖ ਨੇ ਖੋਜੀ ਵੀ ਹੋਣਾ, ਕਿ ਉਹ ਖੋਜ ਕਰਦਾ ਰਹੇਗਾ, ਰੋਜ਼ ਨਵਾਂ ਕੁਝ ਨਾ ਕੁਝ ਖੋਜਦਾ ਰਹੇਗਾ। ਜਦੋਂ ਅੰਦਰ ਖੋਜੇਗਾ ਤਾਂ ਹੀ ਉਹ ਚੀਜ਼ ਨੂੰ ਬਾਹਰ ਲਿਆਏਗਾ। ਤੇ ਜਦੋਂ ਅਸੀਂ ਆਪਣੇ ਆਪ ਨੂੰ ਡਿਵੈਲਪ ਕਰਾਂਗੇ ਤਾਂ ਇਸ ਸਿਸਟਮ ਦੇ ਅੰਦਰ ਆਵਾਂਗੇ। ਇਸੇ ਕਰਕੇ ਸਾਡੀ ਗੁਰੂ ਸਾਹਿਬ ਨੇ ਸਾਡੇ ਅੰਦਰ ਇੱਕ ਯੂਨੀਕਨੈਸ ਪਾ ਦਿੱਤੀ ਕਿ ਸਿੱਖ ਜਿਹੜਾ ਹੈ ਬਾਕੀਆਂ ਨਾਲੋਂ ਯੂਨੀਕ ਹੈ। ਤੇ ਉਹਨੂੰ ਆਪਣੇ ਆਪ ਨੂੰ ਜਿੰਨੀ ਵੀ ਐਜੂਕੇਸ਼ਨ ਸਿਸਟਮ ਹੈ ਤੇ ਉਹਦੇ ਵਿੱਚ ਇੱਕੋ ਹੀ ਸਿਸਟਮ ਹੈ ਕਿ ਅਸੀਂ ਜਦੋਂ ਵੀ ਕੋਈ ਕਾਰਜ ਕਰੀਏ, ਜੋ ਗੁਰੂ ਸਾਹਿਬ ਨੇ ਸਾਨੂੰ ਮਰਿਆਦਾ ਚ ਵੀ ਕਿਹਾ ਹੈ ਕਿ ਅਸੀਂ ਰੋਜ਼ ਸਵੇਰੇ ਤੇ ਸ਼ਾਮ ਦੀ ਅਰਦਾਸ ਆਪਣਾ, ਉਹ ਸਾਡੇ ਲਈ ਬੜੀ ਇੰਪੋਰਟੈਂਟ ਹੈ। ਉਹਦੇ ਨਾਲ ਕੀ ਹੋਏਗਾ, ਸਾਡਾ ਮਨ ਤੇ ਮਤ, ਤੇ ਜਦੋਂ ਮਤ ਉੱਚੀ ਹੋਵੇ ਫਿਰ ਅਸੀਂ ਸੰਸਾਰ ਦੇ ਵਿੱਚ ਆਪਣੇ ਕਾਰਜ ਕਰਨ ਦੀ ਤਿਆਰ। ਤੇ ਇਸ ਕਰਕੇ ਅਸੀਂ ਰੋਜ਼ ਗੁਰੂ ਸਾਹਿਬ ਦੇ ਜਦੋਂ ਅੱਗੇ ਅਰਦਾਸ ਕਰੀਏ ਤੇ ਫਿਰ ਸਾਡੇ ਬਾਰ-ਬਾਰ ਜਿਹੜੀ ਅੰਦਰ ਹੁੰਦੀ ਹੈ ਉਹ ਸਾਡੇ ਅੰਦਰ ਅਸੀਂ ਦੇਖਣਾ ਸ਼ੁਰੂ ਕਰ ਦਾਂਗੇ। ਫਿਰ ਸਾਡਾ ਕੰਪੈਰੀਜ਼ਨ ਨਹੀਂ ਆਏਗਾ, ਕਿਉਂਕਿ ਜਦੋਂ ਅਸੀਂ ਕੰਪੈਰੀਜ਼ਨ ਤਾਂ ਕਰਦੇ ਹਾਂ ਜਦੋਂ ਅਸੀਂ ਆਪਣੇ ਨੂੰ ਉੱਚਾ ਸਮਝਦੇ ਹਾਂ। ਜਦੋਂ ਅਸੀਂ ਨੀਵਾਂ ਕਰ ਲਿਆ ਕਿ ਮੇਰਾ ਮਨ ਨੀਵਾਂ ਹੈ ਤੇ ਮਤ ਉੱਚੀ ਹੈ, ਮੈਂ ਰੋਜ਼ ਵੀ ਮੈਂ ਅਰਦਾਸ ਦੇ ਵਿੱਚ ਪੜ੍ਹਦਾ, ਹੁਣ ਮੈਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨਾ ਹੈ, ਤੇ ਫਿਰ ਮੈਂ ਹਰ ਚੀਜ਼ ਨਵੀਂ ਚੀਜ਼ ਲੈਣ ਨੂੰ ਤਿਆਰ। ਜਿਹੜੀਆਂ ਸਾਨੂੰ ਸੁਣੀਆਂ ਦੀਆਂ ਪੌੜੀਆਂ ਜਪਜੀ ਸਾਹਿਬ ਕਹੀਆਂ, ਫਿਰ ਸਾਨੂੰ ਸੁਣਨਾ, ਫਿਰ ਸਾਨੂੰ ਗੁਰੂ ਸਾਹਿਬ ਨੇ ਮੰਨਣ ਦੀਆਂ ਪੌੜੀਆਂ ਕਹੀਆਂ, ਫਿਰ ਸਾਨੂੰ ਮੰਨਣਾ ਆ ਜਾਏਗਾ। ਤੇ ਜਦੋਂ ਸੁਣਨਾ ਤੇ ਮੰਨਣਾ ਆ ਗਿਆ ਫਿਰ ਸਾਡੇ ਉਹ ਐਕਸ਼ਨ ਦੇ ਵਿੱਚ ਆ ਜਾਏਗਾ ਕਿ ਅਸੀਂ ਆਪਣੇ ਆਪ ਨੂੰ ਡਿਵੈਲਪ ਕਿੱਦਾਂ ਕਰਨਾ। ਔਰ ਸਾਡੇ ਕੋਲ ਇੱਕ ਇਸ ਤਰ੍ਹਾਂ ਦਾ ਸਪੇਸ ਜ਼ਰੂਰ ਹੋਣਾ ਚਾਹੀਦਾ ਜਿਹਦੇ ਵਿੱਚ ਅਸੀਂ ਆਪਣੇ ਐਜ਼ ਏ ਵਿਦਿਆਰਥੀਆਂ ਨੂੰ ਇੱਕ ਏਰੀਆ ਸੀਗੇ ਜਿਹਦੇ ਵਿੱਚ ਵਿਦਿਆਰਥੀ ਆਪਣੇ ਆਈਡੀਆ ਸ਼ੇਅਰ ਕਰ। ਉਹ ਜਦੋਂ ਇਹ ਆਈਡੀਆ ਆਪਣੇ ਨਾਲ ਸ਼ੇਅਰ ਕਰੇਗਾ, ਉਹ ਸਾਡੇ ਜਿਹੜੇ ਹੈਗੇ ਆ ਉਹ ਜਦੋਂ ਸ਼ੇਅਰ ਕਰੇਗਾ ਉਹਦੇ ਨਾਲ ਖੁਸ਼ੀ ਮਿਲੇਗੀ ਕਿ ਮੈਂ ਆਪਣਾ ਆਈਡੀਆ ਸ਼ੇਅਰ ਕੀਤਾ। ਤੇ ਜਦੋਂ ਉਹਦੇ ਆਈਡੀਏ ਨੂੰ ਅਸੀਂ ਐਕਸੈਪਟ ਕਰ ਲਾਂਗੇ ਤਾਂ ਉਹ ਜਿਹੜੀ ਉਸ ਟਾਈਮ ਤੇ ਉਹਨੂੰ ਐਪਰੀਸ਼ੀਏਸ਼ਨ ਮਿਲੇਗੀ ਆਪਣੇ ਆਪ, ਉਹ ਉਹਦੀ। ਸੋ ਸਾਡਾ ਐਜ਼ ਹੈਗੇ ਆ, ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਵਿਦਿਆਰਥੀ ਕਰੀਏ ਔਰ ਉਹਨਾਂ ਨੂੰ ਇਸ ਗੱਲ ਤੇ ਗਾਈਡ ਕਰਦੇ ਰਹੀਏ ਕਿ ਤੁਸੀਂ ਕਰਨਾ ਕੀ ਹੈ। ਔਰ ਫਿਊਚਰ ਦੇ ਵਿੱਚ ਜੋ ਅੱਜ ਮਾਰਕੀਟ ਰਿਕੁਆਇਰਮੈਂਟਸ ਆ ਰਹੀਆਂ, ਜਿਸ ਤਰ੍ਹਾਂ ਮੈਂ ਹੁਣੇ ਕਰੋਨਾ ਵਾਇਰਸ ਬਾਰੇ ਤੁਹਾਨੂੰ ਕਿਹਾ ਕਿ 10 ਤਰ੍ਹਾਂ ਦੀ ਇੰਡਸਟਰੀ ਜਿਹੜੀ ਡਿਵੈਲਪ ਹੋਈ ਹੈ, ਜਿਹਨੇ ਅੱਗੇ ਬਹੁਤ ਵਧਣਾ ਹੈ। ਇਸ ਤੋਂ ਇਲਾਵਾ ਜਿਹੜੀ ਆਪਾਂ ਹੋਰ ਇੰਡਸਟਰੀ ਦੀ ਗੱਲ ਕਰ ਲੈਂਦੇ ਹਾਂ ਕਿ ਹੁਣ ਇੱਕੋ ਗ੍ਰੀਨ ਐਨਰਜੀ ਦੀ ਗੱਲ ਹੋ ਰਹੀ ਹੈ, ਈ ਕਮਰਸ ਦੀ ਗੱਲ ਹੋ ਰਹੀ ਹੈ, ਕੰਸਲਟਿੰਗ ਦੀ ਗੱਲ ਹੋ ਰਹੀ ਹੈ, ਕੰਟੈਂਟ ਮਾਰਕੀਟਿੰਗ ਦੀ ਗੱਲ ਹੋ ਰਹੀ ਹੈ, ਬਿਊਟੀ ਟੈਕਨੋਲੋਜੀ ਜਿਹੜੀ ਹੈ ਬਹੁਤ ਵੱਧ ਰਹੀ ਹੈ, ਇਨਫਲੂਐਂਸਰ ਜਿਹੜੇ ਆ ਇਨਕਰੀਜ਼ ਹੋ ਰਹੇ। ਇਨਫਲੂਐਂਸਰ ਦੇ ਵਿੱਚ ਆਪਾਂ ਹੁਣ ਐਗਜ਼ਾਮਪਲ ਵੀ ਦਿੱਤਾ ਹੈ ਕਿ ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਇਹ ਸਾਰੀਆਂ ਜਿਹੜੀਆਂ ਇਹਦੇ ਵਿੱਚ ਇਨਫਲੂਐਂਸਰ ਹੋ ਰਹੇ ਨੇ, ਸਟੂਡੈਂਟ ਉਹਦੇ ਨਾਲ ਜੁੜ ਰਹੇ ਨੇ। ਉਸ ਤੋਂ ਇਲਾਵਾ ਜਿਹੜੀ ਫਾਰਮਾ ਇੰਡਸਟਰੀ ਹੈ ਉਹ ਇਨਕਰੀਜ਼ ਹੋ ਰਹੀ ਹੈ। ਔਰ ਇਸ ਤੋਂ ਇਲਾਵਾ ਇੱਕ ਨਵੀਂ ਹੋਰ ਇੰਡਸਟਰੀ ਜਿਹੜੀ ਆਪਣੇ ਆਪ ਬੜਾ ਵੱਡਾ ਕੰਮ ਕਰ ਰਹੀ ਹੈ, ਕਿਉਂਕਿ ਅਸੀਂ ਹਿੰਦੁਸਤਾਨ ਦੀ ਪੋਪੂਲੇਸ਼ਨ ਜਿਹੜੀ ਹੈ 135 ਕਰੋੜ ਬਣ ਰਹੇ ਹਾਂ। ਉਹਦੇ ਚੋਂ ਕਿੰਨੇ ਹੀ ਜਿਹੜੇ ਸਟੂਡੈਂਟ ਹੈ ਸਾਡੇ ਆਪਣੇ ਕੰਮਾਂ ਕਰਕੇ, ਆਪਣੇ ਰੁਜ਼ਗਾਰ ਕਰਕੇ, ਆਪਣੇ ਘਰ ਛੱਡ ਕੇ, ਆਪਣੀ ਸਿਟੀ ਨੂੰ ਛੱਡ ਕੇ ਦੂਸਰੀ ਸਿਟੀ ਦੇ ਵਿੱਚ ਚਲੇ ਗਏ, ਜਾਂ ਸਾਡੇ ਬੱਚੇ ਜਿਹੜੇ ਆ ਫੋਰਨ ਦੇ ਵਿੱਚ ਚਲੇ ਗਏ। ਹੁਣ ਜਿਹੜੇ ਐਲਡਰ ਬੱਚੇ ਨੇ, ਜਿਹੜੇ ਵੱਡੇ ਬਜ਼ੁਰਗ ਨੇ, ਜਿਹੜੇ ਮਾਂ ਪਿਓ ਨੇ, ਉਹ ਇਕੱਲੇ ਹੁੰਦੇ ਜਾ ਰਹੇ। ਸੋ ਐਲਡਰ ਕੇਅਰਿੰਗ ਕਰਨ ਲਈ ਇੱਕ ਬੜੀ ਵੱਡੀ ਇੰਡਸਟਰੀ ਆ ਰਹੀ ਹੈ। ਤੇ ਸਿੱਖ ਕੋਲ ਜਿਹੜੀ ਇਹ ਬੜਾ ਵੱਡਾ ਕੰਮ ਹੈ ਕਿ ਉਹ ਅਗਰ ਉਹਦੇ ਚ ਹਿਊਮੈਨਿਟੀ ਦੀ ਸੇਵਾ ਵੀ ਹੋਏਗਾ ਤੇ ਉਹ ਇੱਕ ਐਜ਼ ਏ ਬਿਜ਼ਨਸ ਵੀ ਕਾਰਜ ਸ਼ੁਰੂ ਹੋ ਸਕਦਾ ਹੈ ਕਿ ਉਹਦੇ ਵਿੱਚ ਉਹਨਾਂ ਪੇਰੈਂਟਸ ਨੂੰ ਲਿਆ ਕੇ ਉਹਨਾਂ ਦੀ ਕੇਅਰਿੰਗ ਕੀਤੀ ਜਾਵੇ, ਕਿਉਂਕਿ ਉਹ ਬੱਚੇ ਜਿਹੜੇ ਉਹ ਦੂਰ ਬੈਠੇ ਨੇ, ਉਹ ਆਪਣੇ ਪੇਰੈਂਟਸ ਦੀ ਕੇਅਰ ਨਹੀਂ ਕਰ ਪਾ ਰਹੇ। ਤੇ ਉਸ ਤੋਂ ਬਾਅਦ ਜਿਹੜੀ ਇੱਕ ਵਿਧੀ ਨੇ ਤਾਂ ਡਾਟਾ ਐਨਾਲਿਸਿਸ ਦੀ ਗੱਲ ਕੀਤੀ ਸੀ, ਉਹਦੇ ਵਿੱਚ ਸਾਨੂੰ ਅੱਗੇ ਵਧਣ ਦੀ ਲੋੜ ਹੈ ਕਿ ਜਿੱਦਾਂ ਡਾਟਾ ਦੇ ਵਿੱਚ ਹੈਗਾ ਕਿ ਉਹਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਵੇਅਰ ਹਾਊਸ ਡਾਟਾ ਦੇ ਬਣਾਉਣੇ ਪੈ ਰਹੇ ਨੇ, ਜਿਹੜੇ ਹਰ ਸਾਲ ਦੇ ਵਿੱਚ ਕਿੰਨਾ ਡਾਟਾ ਉਹਦੇ ਵਿੱਚ ਆਏਗਾ। ਉਹਦੇ ਨਾਲ ਮੈਂ ਕਹਿੰਦਾ ਇੱਕ ਸਾਈਬਰ ਸਿਕਿਉਰਿਟੀ ਹੈ, ਕਿਉਂਕਿ ਜਦੋਂ ਇੰਨਾ ਕੰਮ ਆਨਲਾਈਨ ਹੋ ਰਿਹਾ ਤਾਂ ਉਹਦੇ ਸਾਈਬਰ ਸਿਕਿਉਰਿਟੀ ਦਾ ਵੀ ਬਹੁਤ ਵੱਡਾ ਰੋਲ ਜਿਹੜਾ ਹੈ ਇਨਕਰੀਜ਼ ਹੁੰਦਾ ਜਾ ਰਿਹਾ। ਸੋ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਲਈ ਗਾਈਡ ਕਰੀਏ। ਜਦੋਂ ਅਸੀਂ ਬੱਚਿਆਂ ਨੂੰ ਗਾਈਡ ਕਰਾਂਗੇ ਤਾਂ ਬੱਚਿਆਂ ਦਾ ਮਾਈਂਡ ਉਸ ਤਰੀਕੇ ਨਾਲ ਸੋਚਣਾ ਸ਼ੁਰੂ ਹੋ ਜਾਏਗਾ ਕਿ ਮੈਂ ਇਹਦੇ 'ਚ ਕੀ ਇਨੋਵੇਟ ਕਰ ਸਕਦਾ। ਕਿਸੇ ਦੱਸਿਆ ਕਿ ਪ੍ਰੋਬਲਮ ਸੋਲਵਿੰਗ ਹੈ ਕਿ ਮੈਂ ਪ੍ਰੋਬਲਮ ਸੋਲਵ ਕਰਦਾ, ਉਹਨਾਂ ਨੂੰ ਲੋਕਾਂ ਨੂੰ ਸੋਲੂਸ਼ਨ ਦੇਣਾ। ਉਹ ਸੋਲੂਸ਼ਨ ਤਾਂ ਹੀ ਦੇ ਪਾਉਂਦੇ ਕਿਉਂਕਿ ਜੇਕਰ ਤੁਹਾਨੂੰ ਫੀਲਡ ਮਿਲੀ ਹੈ, ਤੁਸੀਂ ਇੰਡੀਪੈਂਡੈਂਟ ਸੋਚਦੇ ਹੋ ਤਾਂ ਫਿਰ ਉਹਦੇ ਲਈ ਸੋਲੂਸ਼ਨ ਦੇਣਾ। ਤੇ ਜਦੋਂ ਅਸੀਂ ਬੱਚਿਆਂ ਨੂੰ ਇਹ ਆਪਾਂ ਸਾਰਿਆਂ ਨੂੰ ਇਹ ਗੱਲ ਦੱਸਾਂਗੇ, ਫਿਰ ਉਹਦੇ ਨਾਲ ਬੱਚੇ ਇਹ ਆਪਣੀਆਂ ਪ੍ਰੋਬਲਮ ਸੌਟ ਆਊਟ ਕਰਨ ਲੱਗ ਜਾਣਗੇ। ਇਹ ਉਸੇ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਉਹ ਆਪਣੇ ਮੋਬਾਈਲ ਦੇ ਵਿੱਚ ਆਪਣੀਆਂ ਗੇਮਸ ਦੇ ਵਿੱਚ ਖੇਡਦੇ ਹੋਏ ਆਪਣੇ ਆਪ ਨੂੰ ਇੰਡੀਪੈਂਡੈਂਟ ਸਮਝ ਕੇ ਆਪਣੀਆਂ ਸਾਰੀਆਂ ਪ੍ਰੋਬਲਮ ਉਹ ਸੋਲਵ। ਸੋ ਸਾਡਾ ਜਿਹੜਾ ਹੈ ਇਹ ਫਰਜ਼ ਹੈਗਾ ਕਿ ਬੱਚਿਆਂ ਨੂੰ ਗਾਈਡ ਕਰਦੇ ਰਹੀਏ ਤੇ ਉਹ ਬੱਚੇ ਜਿਹੜੀ ਹੈ ਇਸ ਰਸਤੇ ਤੇ ਚੱਲਦੇ ਹੋਏ ਉੱਥੇ ਸਾਡੇ ਦਿੱਤੇ ਹੋਏ ਜਿਹੜੇ ਹੈ ਉਹਨੂੰ ਕਦੀ ਨਾ ਭੁੱਲਣ ਕਿ ਕਿਰਤ ਕਰੋ, ਨਾਮ ਜਪੋ, ਬਣ ਚੱਕੋ, ਇਹਦੇ ਨਾਲ ਜੁੜਦੇ ਰਹਿਣਾ ਹੈ। ਜਦੋਂ ਤੱਕ ਅਸੀਂ ਇਹਦੇ ਨਾਲ ਜੁੜੇ ਰਵਾਂਗੇ ਉਦੋਂ ਜਿਹੜੀ ਸਾਡੀ ਅਲੱਗ ਜਿਹੜੀ ਆਇਡੈਂਟੀਟੀ ਹੈ ਉਹ ਬਣੀ। ਇੱਕ ਇਹਦੇ ਨਾਲ ਹੋਰ ਮੈਂ ਕਹਿਣਾ ਚਾਹਾਂਗਾ ਕਿ ਠੀਕ ਹੈ ਕਿ ਸਾਡੇ ਲਈ ਅੱਜ ਬਿਜ਼ਨਸ ਰਿਕੁਆਇਰਮੈਂਟ ਹੈ ਕਿ
ਇੰਗਲਿਸ਼ ਜਿਹੜੀ ਹੈ ਬੜੀ ਇੰਪੋਰਟੈਂਟ ਲੈਂਗੁਏਜ ਹੋ ਗਈ ਹੈ, ਜਿਹਦੇ ਨਾਲ ਸਾਰੇ ਪਾਸੇ ਕਮਿਊਨੀਕੇਸ਼ਨ ਹੋ ਸਕਦਾ। ਵੀ ਜਿੱਥੇ ਜਿਹੜੀ ਆਰੰਭ ਕੀਤੀ ਸੀ ਉਹ ਕਮਿਊਨੀਕੇਸ਼ਨ ਤੋਂ ਕੀਤੀ ਸੀ ਕਿ ਅਸੀਂ ਰੀਚ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਹਰ ਇੱਕ ਜਗ੍ਹਾ ਰੀਚ ਹੋਵਾਂਗੇ ਤੇ ਸਾਡਾ ਜਦੋਂ ਕਮਿਊਨੀਕੇਸ਼ਨ ਰੀਚ ਹੋਏਗਾ ਤਾਂ ਸਾਡੀ ਐਕਟੀਵਿਟੀ ਜਿਹੜੀਆਂ ਉਹ ਵਧਣਗੀਆਂ, ਸਾਡਾ ਜ਼ਿਆਦਾ ਬੈਟਰ ਹੋਏਗਾ। ਪਰ ਮੈਂ ਦੂਸਰੇ ਪਾਸੇ ਇਹਦਾ ਕੰਪੈਰੀਜ਼ਨ ਕਰਦਾ ਕਿ ਅਗਰ ਅਸੀਂ ਜਾਪਾਨ ਦੀ ਗੱਲ ਕਰਦੇ ਹਾਂ, ਅਸੀਂ ਜੇ ਇਸ ਟਾਈਮ ਤੇ ਗੱਲ ਕਰਦੇ ਹਾਂ ਚਾਈਨਾ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਮੈਂ ਆਪਣੇ ਇੰਡੀਆ ਦੇ ਵਿੱਚ ਜੇ ਤਾਮਿਲਨਾਡੂ ਦੀ ਗੱਲ ਕਰਦਾ ਤੇ ਇਹ ਉਹ ਸਟੇਟ ਨੇ ਜਿਨ੍ਹਾਂ ਨੇ ਬਹੁਤ ਵਧੀਆ ਸਕੋਲਰ ਵੀ ਅੱਜ ਦੀ ਡੇਟ ਪੜ੍ਹ ਕੇ ਦਿੱਤੇ ਨੇ, ਬੜੇ ਇੰਟੈਲੀਜੈਂਟ ਲੋਕ ਵੀ ਦਿੱਤੇ ਨੇ ਸੋਸਾਇਟੀ ਨੂੰ। ਉਹ ਲੋਕਾਂ ਨੇ ਆਪਣੀ ਲੈਂਗੁਏਜ ਨੂੰ ਛੱਡਿਆ ਨਹੀਂ, ਆਪਣੀ ਲੈਂਗੁਏਜ ਨੂੰ ਫੋਕਸ ਰਹੇ ਨੇ, ਕਿਉਂਕਿ ਜਦੋਂ ਆਪਣੀ ਲੈਂਗੁਏਜ ਫੋਕਸ ਰਹਿ ਕੇ ਗੱਲ ਕਰੋਗੇ ਉਹ ਗੱਲ ਬੜੀ ਬਿਹਤਰੀਨ ਤਰੀਕੇ ਨਾਲ ਕਰ ਸਕਦੇ ਹੋ। ਜਦੋਂ ਬਿਹਤਰੀਨ ਤਰੀਕੇ ਨਾਲ ਗੱਲ ਕਰ ਸਕਦੇ ਹੋ ਤੁਹਾਡੀ ਗੱਲ ਸਾਰੀ ਪਹੁੰਚ ਸਕਦੀ ਹੈ, ਉਹਦੇ ਤੁਹਾਡੇ ਇਮੋਸ਼ਨਸ। ਸੋ ਆਪਣੀ ਦੂਸਰੀ ਲੈਂਗੁਏਜ ਸਿੱਖਣਾ ਬਹੁਤ ਮੁਬਾਰਕ ਹੈ। ਦੂਸਰੀਆਂ ਚੀਜ਼ਾਂ ਨੇ ਸਾਨੂੰ ਅੱਗੇ ਵਧਣ ਲਈ, ਕਿਉਂਕਿ ਅਸੀਂ ਕਮਿਊਨੀਕੇਸ਼ਨ ਸਾਰਿਆਂ ਨਾਲ ਕਰਨਾ ਹੈ, ਪਰੰਤੂ ਜਿੰਨੀ ਗੱਲ ਵਧੀਆ ਅਸੀਂ ਆਪਣੇ ਲੈਂਗੁਏਜ ਵਿੱਚ ਕਰ ਸਕਦੇ ਹਾਂ, ਜਿੰਨੀ ਉਹਦੇ ਵਿੱਚ ਅਸੀਂ ਇੱਕ ਆਪਣਾ ਪ੍ਰਭਾਵ ਦੇ ਸਕਦੇ ਹਾਂ, ਉਹ ਦੂਸਰੀ ਲੈਂਗੁਏਜ ਨਹੀਂ ਦੇ ਸਕਦੀ। ਸ਼ਾਇਦ ਸਾਨੂੰ ਦੂਸਰੀ ਲੈਂਗੁਏਜ ਵਿੱਚ ਕਈ ਵਾਰ ਉਹ ਵਰਡ ਵੀ ਨਹੀਂ ਮਿਲਦੇ ਕਿ ਜਿਹਦੇ ਨਾਲ ਸਾਡੇ ਜਿਹੜੇ ਹੈ ਇਮੋਸ਼ਨ ਜਿਹੜੇ ਉਹ ਕੈਪਚਰ। ਸੋ ਇਹ ਜਿਹੜੇ ਕਾਰਜ ਹੈ ਉਹ ਤਰੀਕੇ ਨਾਲ ਸਾਨੂੰ ਕਰਨੇ ਪੈਣਗੇ, ਸਾਡੇ ਕੰਮ ਤਾਂ ਹੀ ਅੱਗੇ ਜਿਹੜੇ ਉਹ ਵਧਣਗੇ। ਜਦੋਂ ਸਾਡੇ ਕੰਮ ਅੱਗੇ ਵਧਣਗੇ ਤੇ ਫਿਰ ਸਾਡੇ ਸਟੂਡੈਂਟ ਹੈ ਉਹਨਾਂ ਨੂੰ ਇਹਦਾ ਬੈਨੀਫਿਟ ਹੋਣਾ ਸ਼ੁਰੂ ਹੋਏਗਾ। ਸੋ ਅਸੀਂ ਉਹਨਾਂ ਨੂੰ ਇੱਕੋ ਸਾਰੇ ਵਿਦਿਆਰਥੀਆਂ ਨੂੰ ਅੱਜ ਮੈਂ ਬੇਨਤੀ ਕਰਾਂਗਾ, ਜਿੰਨੇ ਵਿਦਿਆਰਥੀ ਹੋਏ ਨੇ, ਕਿ ਜਦੋਂ ਵੀ ਤੁਸੀਂ ਆਪਣਾ ਕੋਈ ਕਾਰਜ ਸ਼ੁਰੂ ਕਰਦੇ ਹੋ, ਆਪਣੀ ਪੜ੍ਹਾਈ ਸ਼ੁਰੂ ਕਰਦੇ ਹੋ, ਆਪਣੀ ਐਜੂਕੇਸ਼ਨ ਸ਼ੁਰੂ ਕਰਦੇ ਹੋ, ਕਿਸੇ ਫੀਲਡ ਵਿੱਚ ਕਰਦੇ ਹੋ, ਚਾਹੇ ਸਪੋਰਟਸ ਕਰਦੇ ਹੋ, ਚਾਹੇ ਤੁਸੀਂ ਆਪਣਾ ਕਿਸੇ ਕੰਪੀਟੀਸ਼ਨ 'ਚ ਵੀ ਜਾਂਦੇ ਹੋ, ਯੂ ਸਟਾਰਟ ਵਿਦ ਦ ਮੂਲ ਮੰਤਰ ਦੇ ਨਾਲ ਗੱਲ ਸ਼ੁਰੂ ਕਰੋ। ਆਪਣੀ ਗੱਲ ਦੀ ਸਮਾਪਤੀ ਜਿਹੜੀ ਤੁਸੀਂ ਅੱਜ ਦੀ ਮੀਟਿੰਗ ਵੀ ਦੇਖੀ ਹੋਏਗੀ ਕਿ ਅਸੀਂ ਸਾਡੇ ਵੱਡੇ ਵੀਰਾਂ ਨੇ ਜਿੰਨੀ ਕਾਰਜ ਗੱਲ ਸ਼ੁਰੂ ਕੀਤੀ ਹੈ ਉਹ ਮੂਲ ਮੰਤਰ ਨਾਲ ਕੀਤੀ। ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ 1972 ਤੋਂ ਇਹ ਕੰਸੈਪਟ ਅਡਾਪਟ ਕੀਤਾ ਹੋਇਆ ਹੈ ਕਿ ਜੋ ਵੀ ਕਾਰਜ ਕਰਨਾ ਹੈ ਉਹ ਮੂਲ ਮੰਤਰ ਤੇ ਗੁਰ ਮੰਤਰ ਦੇ ਨਾਲ ਕਰੋ। ਤੁਸੀਂ ਚਾਹੇ ਐਜੂਕੇਸ਼ਨ ਕਰ ਰਹੇ ਹੋ, ਉਹਦੇ 'ਚ ਨਾ ਸੋਚੋ ਮੈਂ ਪਾਠ ਨਹੀਂ ਕਰ ਰਿਹਾ ਤੇ ਮੈਂ ਤਾਂ ਪੜ੍ਹਾਈ ਕਰਨ ਲੱਗਾ ਸੀ, ਇਸ ਕਰਕੇ ਮੂਲ ਮੰਤਰ ਤੁਹਾਨੂੰ ਬਹੁਤ ਤਾਕਤ ਦਿੰਦਾ ਹੈ। ਉਹ ਮੂਲ ਮੰਤਰ ਜਿਹੜਾ ਹੈ ਤੁਹਾਡੇ ਆਲੇ ਦੁਆਲੇ ਬਾੜ ਦਾ ਕੰਮ ਕਰਨਾ ਹੈ, ਜਿਹੜੀ ਤੁਹਾਡੀ ਪੁੱਤਰੀ ਦੇ ਉੱਤੇ ਤੁਹਾਡੀ ਰੱਖਿਆ ਕਰਨਾ। ਸੋ ਤੁਸੀਂ ਉਹ ਮੂਲ ਮੰਤਰ ਦੇ ਨਾਲ ਉਹ ਕਾਰਜ ਸ਼ੁਰੂ ਕਰੋ। ਗੁਰੂ ਸਾਹਿਬ ਅੰਗ ਤੱਕ ਸਹਾਈ ਹੋਣਗੇ ਤੇ ਤੁਸੀਂ ਸਾਰੇ ਕਾਰਜਾਂ ਨੂੰ ਆਪਣੇ ਚੜ੍ਹਦੀ ਕਲਾ ਦੇ ਨਾਲ ਕਰਦੇ ਰਹੋਗੇ। ਸੋ ਇਹ ਸਾਰੀਆਂ ਬੇਨਤੀਆਂ ਤੇ ਅਸੀਂ ਆਪਣਾ ਜਿਹੜਾ ਬੱਚੇ ਜਿਹੜੇ ਹੈ ਇਹ ਜਦੋਂ ਕਾਰਜ ਕਰਨਗੇ ਉਹਨਾਂ ਦਾ ਜਿਹੜਾ ਆਪਣਾ ਪੈਸ਼ਨ ਜਿਹੜਾ ਆਉਂਦਾ ਜਾਏਗਾ ਤੇ ਉਹ ਪੈਸ਼ਨ ਨੂੰ ਫਿਰ ਜਦੋਂ ਐਗਜ਼ੀਕਿਊਟ ਕਰਨਗੇ ਐਕਟੀਵਿਟੀ ਦੇ ਨਾਲ ਉਹ ਸਾਰਾ ਕੰਮ ਜਿਹੜਾ ਹੈ ਅੱਗੇ ਤੋਂ ਅੱਗੇ। ਸੋ ਇਹ ਕਾਰਜਾਂ ਨੂੰ ਹਾਂਜੀ ਵੀਰ ਜੀ, ਵੈਸੇ ਸਮਾਪਤੀ ਕਰਦਾ ਜੀ। ਹੁਣ ਵੀਰ ਐਸਪੀ ਸਿੰਘ ਜੀ ਦਾ ਸਮਾਂ ਹੋ ਚੁੱਕਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵੀਰ ਜੀ ਕੋਲ ਅਥਾਹ ਸਾਗਰ ਹੈ ਨੌਲੇਜ ਦਾ, ਬੜਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਆਪ ਜੀ ਕੋਲ। ਛੋਟੇ ਜਿਹੇ ਸਮੇਂ 'ਚ ਤੁਸੀਂ ਕੋਸ਼ਿਸ਼ ਕੀਤੀ ਹੈ ਦੱਸਣ ਦੀ ਬੱਚਿਆਂ ਨੂੰ, ਉਮੀਦ ਹੈ ਬੱਚਿਆਂ ਨੂੰ ਅੱਛਾ ਕੁਛ ਲੱਗਿਆ ਹੋਏਗਾ। ਸੋ ਮੈਂ ਸ਼ੁਰੂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਕਚੁਅਲੀ ਇੱਕ ਵੈਬੀਨਾਰ ਦੀ ਜਿਹੜੀ ਗੱਲ ਸਾਡੇ ਕੋਲ ਚੱਲੀ ਸੀ ਕਿ ਇਨਫੈਕਟ ਜਿਹੜਾ ਲੋਕਡਾਊਨ ਪੀਰੀਅਡ ਚੱਲ ਰਿਹਾ ਹੈ ਔਰ ਦੂਸਰਾ ਵੈਕੇਸ਼ਨਸ ਵੀ ਚੱਲ ਰਹੀਆਂ ਨੇ ਬੱਚਿਆਂ ਦੀ, ਇਸ ਦੇ ਐਫਰਟਸ ਦੇ ਵਿੱਚ ਹੀ ਅਸੀਂ ਪਹਿਲੇ ਵੀਕ ਆਫ ਮਈ ਦੇ ਵਿੱਚ ਅਸੀਂ ਇੱਕ ਗਵਰਨਮੈਂਟ ਟ੍ਰੇਨਿੰਗ ਕੈਂਪ ਕੀਤਾ। ਉਸ ਤੋਂ ਬਾਅਦ ਅਸੀਂ ਸੋਚਿਆ ਕਿ ਇਹਨਾਂ ਬੱਚਿਆਂ ਨੂੰ ਜਿਹੜੀ ਡਿਫਰੈਂਟ ਜਨਰੇਸ਼ਨਸ ਹੈਗੀਆਂ ਨੇ, ਡਿਫਰੈਂਟ ਟੈਲੈਂਟ ਸਾਡੇ ਵਿੱਚ ਅਵੇਲੇਬਲ ਹੈ, ਉਹਦੇ ਨਾਲ ਜੋੜਿਆ ਜਾਵੇ ਸੋ ਦੈਟ ਇਹਨਾਂ ਨੂੰ ਗਾਈਡੈਂਸ ਮਿਲੇ ਔਰ ਇਹ ਜੇ ਲੋੜ ਪਵੇ ਤੇ ਕਿਸੇ ਕੋਲੋਂ ਅਗਰ ਇਹ ਚਾਹਣ, ਅਗਰ ਜਿੱਥੇ ਵੀ ਇਹਨਾਂ ਨੂੰ ਕੈਰੀਅਰ ਦੇ ਵਿੱਚ ਲੋੜ ਪਵੇ ਤੇ ਸਾਡੇ ਜਿਹੜੇ ਐਕਸਪਰਟ, ਸਾਡੇ ਜਿਹੜੇ ਟੈਲੈਂਟ, ਐਕਸਪੀਰੀਅੰਸ ਸਾਡੇ ਵਿੱਚ ਸਾਰੇ ਬੈਠੇ ਹੋਏ ਨੇ, ਉਹਨਾਂ ਤੋਂ ਇਹ ਗੱਲਬਾਤ ਕਰ ਸਕਣ। ਇਹ ਇਸ ਵੈਬੀਨਾਰ ਦਾ ਇੱਕ ਐਫਰਟ ਹੈ, ਮਤਲਬ ਇੱਕ ਏਮ ਹੈ। ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿੰਨੇ ਵੀ ਸਪੈਸ਼ਲ ਜਿਹੜੇ ਵੀਰ ਸਾਡੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਵੈਬੀਨਾਰ ਅਸੀਂ ਹੋਰ ਵੀ ਕੰਡਕਟ ਕਰਦੇ ਰਹਾਂਗੇ ਔਰ ਬੱਚਿਆਂ ਨੂੰ ਔਰ ਵੀ ਲਰਨਿੰਗ ਫਰੋਮ ਈਚ ਅਦਰ ਵੀ ਹੋ ਸਕਦਾ, ਅਸੀਂ ਆਪਸ ਵਿੱਚ ਵੀ ਇੱਕ ਦੂਸਰੇ ਤੋਂ ਨਾਲ ਸਿੱਖ ਸਕਦੇ ਹਾਂ। ਸੋ ਇਹ ਡਿਪੈਂਡ ਕਰੇਗਾ ਕਿ ਅਸੀਂ ਕਿਸ ਤਰ੍ਹਾਂ, ਸਾਡੀ ਥਰਸਟ ਕੀ ਹੈ, ਸਾਡਾ ਰਿਕੁਆਇਰਮੈਂਟ ਕੀ ਹੈ। ਇਹ ਜਿਹੜਾ ਵੈਬੀਨਾਰ ਹੈ ਇਹਦੇ ਵਿੱਚ ਵੀ ਵੀਰ ਚੇਤਨ, ਅਨੀਤ ਔਰ ਵੀਰ ਮਨਜੀਤ ਸਿੰਘ ਜੀ ਨੇ ਬੜੇ ਸੁਲਝੇ ਹੋਏ ਢੰਗ ਨਾਲ ਆਪਣੇ ਵਿਚਾਰ ਰੱਖੇ ਨੇ ਔਰ ਜਿਹੜੇ ਬੱਚੇ ਸੁਣ ਰਹੇ ਨੇ ਇਹ ਡੈਫੀਨੇਟਲੀ ਇੰਨੇ ਛੋਟੇ ਟਾਈਮ ਦੇ ਵਿੱਚ ਇਹ ਆਪਣਾ ਸਾਰਾ ਕੁਝ ਤੇ ਨਹੀਂ ਦੱਸ ਸਕੇ ਔਰ ਹੋਰ ਵੀ ਥਰਸਟ, ਹੋਰ ਵੀ ਜਿਹੜੇ ਕੁਐਸਚਨਸ ਨੇ ਉਹ ਦਿਮਾਗ ਦੇ ਵਿੱਚ ਆ ਗਏ ਹੋਣਗੇ। तो इस ਵੈਬੀਨਾਰ ਦਾ ਜੋ ਵੀ ਫੀਡਬੈਕ ਹੋਏਗਾ ਜਾਂ ਜੋ ਵੀ ਕੁਐਸਚਨਸ ਹੋਣਗੇ ਉਹ ਵੀ ਜਸਬੀਰ ਸਿੰਘ ਜੀ ਨਾਲ ਤੁਸੀਂ ਗੱਲ ਕਰ ਲੈਣੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਇੱਕ ਵੈਬੀਨਾਰ ਇਹਨਾਂ ਵੀਰਾਂ ਨੂੰ ਲੈ ਕੇ ਔਰ ਜਾਂ ਫਿਰ ਤੁਹਾਡੇ ਜਿਹੜੇ ਕੁਐਸਚਨਸ ਹੋਣਗੇ, ਫੀਡਬੈਕ ਜਿਸ ਤਰ੍ਹਾਂ ਦਾ ਹੋਏਗਾ ਉਹਨੂੰ ਲੈ ਕੇ ਅਸੀਂ ਹੋਰ ਵੈਬੀਨਾਰ ਕਰਾਂਗੇ ਜਿਹਦੇ ਵਿੱਚ ਉਹਨਾਂ ਦਾ ਅਸੀਂ ਸੋਲੂਸ਼ਨ ਦੇ ਸਕੀਏ।
ਹੋਰ ਦੂਸਰੇ ਸਬਜੈਕਟਸ ਵੀ ਅਸੀਂ ਲਵਾਂਗੇ, ਉਹਦੇ ਵਿੱਚ ਵੀ ਜੋ ਐਕਸਪਰਟ ਸਾਡੇ ਨਾਲ ਹੈਗੇ ਨੇ ਉਹਨਾਂ ਨੂੰ ਅਸੀਂ ਜੋੜਾਂਗੇ। ਇਹ ਸਿੱਖਣ ਦੀ ਜਿਹੜੀ ਗੱਲ ਹੈ, ਕਿ ਸਿੱਖਣਾ ਤੇ ਮਤਲਬ ਇਹ ਹੈ ਕਿ ਇਸ ਤਰ੍ਹਾਂ ਕਿਸੇ ਨੇ ਕਿਹਾ ਕਿ ਜੀਓ ਤੇ ਇਸ ਤਰ੍ਹਾਂ ਜੀਓ ਕਿ ਜਿਸ ਤਰ੍ਹਾਂ ਇਹੀ ਅੱਜ ਆਖਰੀ ਹੈ ਲਾਈਫ ਦਾ, ਔਰ ਸਿੱਖੋ ਤੇ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਹਮੇਸ਼ਾ ਹੀ ਜੀਣਾ ਹੈ, ਔਰ ਪੜ੍ਹੋ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਪੜ੍ਹਾਉਣਾ ਹੈ। ਤੇ ਇਹ ਇੱਕ ਅੱਛਾ ਤਰੀਕਾ ਹੈ। ਔਰ ਬੱਚਿਆਂ ਦੇ ਵਾਸਤੇ ਇੱਕ ਟਿਪ ਹੈ ਕਿ ਅਗਰ ਤੁਸੀਂ ਕਿਸੇ ਚੀਜ਼ ਨੂੰ ਪੜ੍ਹ ਰਹੇ ਹੋ ਜਾਂ ਕਿਸੇ ਚੀਜ਼ ਨੂੰ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇਸ ਤਰ੍ਹਾਂ ਸਿੱਖੋ ਕਿ ਕੱਲ ਨੂੰ ਤੁਸੀਂ ਇਹੀ ਕਿਸੇ ਨੂੰ ਸਿਖਾਉਣਾ ਹੈ, ਤਾਂ ਤੁਸੀਂ ਕੁਝ ਇਸ ਤਰ੍ਹਾਂ ਦਾ ਸਿੱਖ ਪਾਓਗੇ ਕਿ ਉਹ ਤੁਹਾਨੂੰ ਲਾਈਫ ਲੌਂਗ ਹੀ ਯਾਦ ਰਹੇਗਾ, ਔਰ ਲਾਈਫ ਲੌਂਗ ਹੀ ਤੁਹਾਡੇ ਕੰਮ ਆਉਂਦਾ ਰਹੇਗਾ। ਕੈਰੀਅਰ ਦੀ ਜਿੱਥੋਂ ਤੱਕ ਗੱਲ ਹੋ ਰਹੀ ਸੀ, ਬਹੁਤ ਬੱਚੇ ਨੇ ਸਾਡੇ ਵਿੱਚ ਬਹੁਤ ਅੱਛਾ ਆਈਕਿਊ, ਬਹੁਤ ਅੱਛੀ ਨੌਲੇਜ ਰੱਖਦੇ ਨੇ, ਬਟ ਆਮ ਬੱਚੇ ਜਿਹੜੇ ਹੁੰਦੇ ਨੇ ਉਹ ਇੱਕ ਲਹਿਰ ਦੇ ਵਿੱਚ ਬਹਿ ਜਾਂਦੇ ਨੇ। ਜਿਸ ਤਰ੍ਹਾਂ ਚੇਤਨ ਦੀ ਗੱਲ ਕਰ ਰਿਹਾ ਸੀ, ਅਨੀਤ ਵੀ ਗੱਲ ਕਰ ਰਿਹਾ ਸੀ, ਕਿ ਇੱਕ ਲਹਿਰ ਦੇ ਵਿੱਚ ਹੋ ਜਾਂਦਾ ਕਿ ਬਈ ਇਹ ਫਲਾਣਾ ਉਹ ਕਰ ਰਿਹਾ, ਅਸੀਂ ਵੀ ਇਹ ਕਰ ਲਿਆ, ਜਾਂ ਉਹਦੇ ਪੇਰੈਂਟਸ ਨੇ ਇਸ ਤਰ੍ਹਾਂ ਕਿਹਾ ਹੈ, ਜਾਂ ਉਹਦੇ ਅੰਕਲ ਨੇ ਇਸ ਤਰ੍ਹਾਂ ਕਿਹਾ ਹੈ, ਮੇਰੇ ਅੰਕਲ ਨੇ ਇਸ ਤਰ੍ਹਾਂ ਕਿਹਾ ਹੈ, ਤੇ ਮੈਂ ਉਹ ਕੈਰੀਅਰ ਲੈ ਲਵਾਂ। ਤੇ ਇਹ ਕਿਸਮਤ ਦੇ ਉੱਤੇ ਛੱਡ ਦਿੰਦੇ ਨੇ। ਇਹ ਕਿਸਮਤ, ਆਈਕਿਊ, ਨੌਲੇਜ ਜੋ ਕੁਝ ਵੀ ਹੈ, ਬਟ ਜਿਹੜਾ ਗੱਲ ਕਰ ਰਿਹਾ ਸੀ ਚੇਤਨ, ਕਹਿ ਰਿਹਾ ਸੀ ਹਾਰਡ ਵਰਕ, ਨੇ ਗੱਲ ਕੀਤੀ ਕਿ ਸਮਾਰਟ ਵਰਕ ਐਂਡ ਹਾਰਡ ਵਰਕ, तो हार्ड वर्क का कोई अल्टरनेट नहीं है। तो जो ਆਪਾਂ ਇਹ ਸੋਚ ਕੇ ਚੱਲੀਏ ਕਿ ਕਿਸਮਤ ਹੈ, ਆਈਕਿਊ ਹੈ, ਨੌਲੇਜ ਹੈ, ਬਟ ਇਸਦਾ ਜਿਹੜਾ ਅਲਟਰਨੇਟ ਅਸੀਂ ਕਰੀਏ ਕਿ ਹਾਰਡ ਵਰਕ, ਡਿਸਪਲਿਨ ਐਂਡ ਕਮਿਟਮੈਂਟ, ਕਿ ਅਸੀਂ ਕੀ ਮਨ ਦੇ ਵਿੱਚ ਸੋਚਿਆ ਅਸੀਂ ਕੀ ਬਣਨਾ ਹੈ, ਉਸ ਕਮਿਟਮੈਂਟ ਨੂੰ ਰੱਖੀਏ, ਹਾਰਡ ਵਰਕ ਕਰੀਏ ਔਰ ਡਿਸਪਲਿਨ ਦੇ ਨਾਲ ਉਹ ਕੰਮ ਕਰੀਏ, ਡੈਫੀਨਿਟਲੀ ਉਹ ਸਕਸੈਸ ਜਿਹੜੇ ਹੈ ਉਹ ਨੈਕਸਟ ਸਟੇਜ ਸਾਨੂੰ ਮਿਲ ਜਾਏਗੀ। तो सक्सेस का ये मूल मंत्र है कि हार्ड वर्क, स्मार्ट वर्क ऑफ कोर्स चेतन ने जोड़ दिता, डिसिप्लिन एंड कमिटमेंट। तो आज दी जड़ी जनरेशन बड़ी यूज टू है इंटरनेट दी, आईपॉड दी, स्मार्टफोन दी, ਤੁਹਾਡੇ ਵਾਸਤੇ ਬਹੁਤ ਸਾਰੇ ਟੂਲਸ ਨੇ। ਕਲਚਰ ਹੈ ਸਾਡੇ ਕੋਲ ਕੁਇਕ ਰਿਜ਼ਲਟ, ਸਾਨੂੰ ਅਸੀਂ ਕੁਇਕ ਰਿਜ਼ਲਟ ਦੇ ਆਦੀ ਹੋ ਗਏ, ਸਾਡੇ ਤੋਂ ਇੱਕ ਕਲਿੱਕ ਦੂਰ ਹੈ ਆਈਪੌਡ ਹੈ, ਸਮਾਰਟਫੋਨ ਹੈ, ਇਸ ਦੇ ਕਰਕੇ ਸਾਡਾ ਜਿਹੜਾ ਹਰ ਰਿਜ਼ਲਟ ਹੈ ਨਾ ਉਹ ਇੱਕ ਕਲਿੱਕ ਦੂਰ ਹੋ ਗਿਆ ਹੈ। ਅਸੀਂ ਚਾਹੀਏ ਇੱਕ ਕਲਿੱਕ ਦੇ ਵਿੱਚ ਕਿਸੇ ਫੈਸਟ ਨੂੰ ਅਟੈਂਡ ਕਰ ਲੈਂਦੇ ਹਾਂ, ਇੱਕ ਕਲਿੱਕ ਦੇ ਵਿੱਚ ਕਿਸੇ ਗਾਣੇ ਨੂੰ ਸੁਣ ਲੈਂਦੇ ਹਾਂ, ਇੱਕ ਕਲਿੱਕ ਦੇ ਵਿੱਚ ਅਸੀਂ ਕਿਸੇ ਫਰੈਂਡ ਨੂੰ ਮਿਲ ਲੈਂਦੇ ਹਾਂ, ਇੱਕ ਅਸੀਂ ਗੁਰਬਾਣੀ ਵੀ ਦੇਖ ਲੈਂਦੇ ਹਾਂ ਕਿ ਕਿਹੜੇ ਅੰਗ ਦੇ ਵਿੱਚ ਕੀ ਗੁਰਬਾਣੀ ਕੀ ਲਿਖੀ ਹੋਈ ਹੈ, ਅਸੀਂ ਕੀ ਪੜ੍ਹਨਾ ਚਾਹੁੰਦੇ ਹਾਂ, ਉਹ ਸਾਰਾ ਕੁਝ ਇੱਕ ਕਲਿੱਕ ਦੇ ਵਿੱਚ ਅਵੇਲੇਬਲ ਹੈ। ਲੇਕਿਨ ਇੱਕ ਚੀਜ਼ ਯਾਦ ਰੱਖੋ, ਸਭ ਕੁਝ ਜਿਹੜਾ ਸਕਸੈਸ ਹੈ ਉਹ ਇੱਕ ਕਲਿੱਕ 'ਚ ਨਹੀਂ ਆਉਂਦੀ। ਸਕਸੈਸ ਡੈਫੀਨੇਟਲੀ ਹਾਰਡ ਵਰਕ ਚਾਹੀਦਾ, ਉਹਦੇ ਵਾਸਤੇ ਡਿਸਪਲਿਨ ਚਾਹੀਦਾ, ਕਮਿਟਮੈਂਟ ਚਾਹੀਦੀ। तो मेरे जो वीरा ने गल की है, मोस्टली चेतन ने भी स्मार्ट वर्क एंड हार्ड वर्क, सिमिलरली अनीत ने क्या लर्निंग एंड प्रोजेक्ट बेस्ड लर्निंग करते रहो। मनजीत वीर जी भी कह रहे सन, उन्होंने तो बहुत ही ज़्यादा अपॉर्चुनिटीज की गल की कि मतलब जिस तरह जिस तरह प्रेजेंट टाइम चल रहा है कोविड का, वो किस तरह असी किहड़ी इंडस्ट्री जी है इस समय डेवलप हो गई है, मेडिकल इंडस्ट्री डेवलप हो गई है, या पीपीज की इंडस्ट्री डेवलप हो गई है, या सैनिटाइजेशन की इंडस्ट्री डेवलप हो गई है, इस तरह होम एंटरटेनमेंट की इंडस्ट्री डेवलप हो गई है। लाइक दिस ये अपॉर्चुनिटी को कैश करने की, अपॉर्चुनिटी को अवेल करने की एक गल जी मनजीत जी ने की बहुत सुंदर है। तो इस तरह ही ये जिहड़े साडे एक्सपीरियंस साडे नाल भी जुड़े हुए हैं, डेफिनेटली असीं फ्यूचर दे विच भी करते रहांगे। ਹੁਣ ਜਿਹੜੀ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਬੱਚਿਆਂ ਨੂੰ ਕਿ ਕੋਵਿਡ-19 ਜਿਸ ਤਰ੍ਹਾਂ ਆਇਆ ਹੈ, ਡੈਫੀਨੇਟਲੀ ਹੈਲਥ ਜਿਹੜੀ ਹੈ ਉਹ ਇੱਕ ਇੰਪੋਰਟੈਂਟ ਇਸ਼ੂ ਬਣ ਗਈ ਹੈ। ਤਾਂ ਜਿਸ ਤਰ੍ਹਾਂ ਅਸੀਂ ਸੁਣਦੇ ਆਏ ਕਿ ਹੈਲਥ ਇਜ਼ ਵੈਲਥ, ਐਂਡ ਸੈਕੰਡ ਇੱਕ ਗੱਲ ਕਿ ਫਿਟੈਸਟ ਇਜ਼ ਦ ਸਰਵਾਈਵਰ। ਤਾਂ ਫਿਟ ਜਿਹੜਾ ਬੰਦਾ ਹੈ ਉਹ ਹੀ ਸਰਵਾਈਵ ਕਰੇਗਾ। ਹੁਣ ਸਾਨੂੰ ਇੱਕ ਕੁਆਲਿਟੀ ਹੈ, ਕੁਆਲੀਫਿਕੇਸ਼ਨ ਸਾਨੂੰ ਆਪਣੇ ਨਾਲ ਜੁੜਨ ਦੀ ਹੋਰ ਲੋੜ ਪੈ ਗਈ ਹੈ, ਦੈਟ ਇਜ਼ ਹੈਲਥ, ਗੁੱਡ ਹੈਲਥ। ਹੁਣ ਜਿਸ ਤਰ੍ਹਾਂ ਅਸੀਂ ਕਿਤੇ ਜਾਣਾ ਚਾਹੁੰਦੇ ਸੀ, ਕਿਤੇ ਵਿਦੇਸ਼ ਜਾਣਾ ਚਾਹੁੰਦੇ ਹਾਂ, ਜਾਂ ਬਾਹਰ ਕਿਤੇ ਪੜ੍ਹਨ ਵਾਸਤੇ ਜਾਣਾ ਚਾਹੁੰਦੇ ਹਾਂ, ਜਾਂ ਈਵਨ ਘੁੰਮਣ ਵਾਸਤੇ ਜਾਣਾ ਚਾਹੁੰਦੇ ਹਾਂ ਵੈਕੇਸ਼ਨ ਦੇ ਵਿੱਚ, ਤੇ ਸਾਨੂੰ ਆਪਣੀ ਇੱਕ ਹੈਲਥ ਦਾ ਜ਼ਰੂਰ ਖਿਆਲ ਰੱਖਣਾ ਪਏਗਾ। ਤਾਂ ਹੈਲਥ ਹੁਣ ਦੇਖੋ ਜਿਹੜਾ ਪ੍ਰੈਜ਼ੈਂਟ ਟਾਈਮ ਹੈ ਇਹਦੇ ਵਿੱਚ ਜਿਹੜੀ ਪਬਲਿਕ ਹੈ ਹੁਣ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਵੇਗੀ। ਇੱਕ ਤੇ ਇਹ ਕਿ ਜਿਹੜੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਇਨਫੈਕਟ ਹੋ ਗਏ ਔਰ ਉਸ ਤੋਂ ਬਾਅਦ ਉਸ ਤੋਂ ਰਿਕਵਰ ਹੋ ਗਏ, ਤਾਂ ਉਹਨਾਂ ਦੇ ਵਿੱਚ ਉਹ ਇਮਿਊਨ ਡਿਵੈਲਪ ਹੋ ਗਿਆ ਕਿ ਹੁਣ ਉਹ ਉਸ ਚੀਜ਼ ਵਾਸਤੇ ਬਿਮਾਰ ਨਹੀਂ ਪੈਣਗੇ। ਔਰ ਦੂਸਰੇ ਕਿ ਜਿਹੜੇ ਵੇਟ ਕਰ ਰਹੇ ਨੇ ਕਿ ਸਾਡੇ ਵਿੱਚ ਉਹ ਇਮਿਊਨ ਡਿਵੈਲਪ ਹੋ ਜਾਵੇ,
ਭਾਵੇਂ ਕਿਸੇ ਵੀ ਤਰ੍ਹਾਂ ਹੋਵੇ। ਸੋ ਇਹ ਇਮਿਊਨਿਟੀ ਨੂੰ ਸਾਨੂੰ ਡਿਵੈਲਪ ਕਰਨਾ ਪੜੇਗਾ। ਇਮਿਊਨਿਟੀ ਦਾ ਮਤਲਬ ਹੈ ਕਿ ਸਾਡੀ ਜਿਹੜੀ ਰੈਜ਼ਿਸਟੈਂਸ ਪਾਵਰ ਹੈ, ਜਾਂ ਹਿੰਦੀ 'ਚ ਕਹੀਏ ਤੇ ਪ੍ਰਤੀਰੋਧਕ ਸ਼ਮਤਾ ਹੈ, ਇਸ ਨੂੰ ਡਿਵੈਲਪ ਕਰਨਾ ਪੜੇਗਾ, ਭਾਵੇਂ ਜੋ ਵੀ ਸਾਡੀ ਕੁਆਲੀਫਿਕੇਸ਼ਨ ਹੋਵੇ। ਲੇਕਿਨ ਅਸੀਂ ਬਾਹਰ ਅਗਰ ਜਾਣਾ ਚਾਹੁੰਦੇ ਹਾਂ, ਜਾਂ ਕਿਤੇ ਵੀ ਅਸੀਂ ਜਾਣਾ ਚਾਹੁੰਦੇ ਹਾਂ, ਕਿਤੇ ਘੁੰਮਣ ਵਾਸਤੇ ਵੀ ਜਾਣਾ ਚਾਹੁੰਦੇ ਹਾਂ, ਤਾਂ ਸਾਡੇ ਵਿੱਚ ਇਮਿਊਨਿਟੀ ਹੋਣੀ ਚਾਹੀਦੀ ਹੈ। तो ये एक essential पार्ट हो गया। हो सकता है कि कल ਨੂੰ ਗਵਰਨਮੈਂਟ ਕਵੇ ਕਿ ਤੁਸੀਂ ਇਮਿਊਨਿਟੀ ਸਰਟੀਫਿਕੇਟ ਲੈ ਕੇ ਆਓ ਜੇ ਤੁਹਾਨੂੰ ਵੀਜ਼ਾ ਚਾਹੀਦਾ। ਜਿਸ ਤਰ੍ਹਾਂ ਵੀਜ਼ਾ ਚਾਹੀਦਾ ਹੁੰਦਾ ਹੈ, ਵੀਜ਼ਾ ਦੇ ਵਿੱਚ ਗਵਰਨਮੈਂਟ ਜਿਹੜੀ ਸਾਹਮਣੇ ਵਾਲੀ ਐਮਬੈਸੀ ਹੈ ਉਹ ਤੁਹਾਡਾ ਚੈੱਕ ਕਰਦੀ ਹੈ ਕਿ ਤੁਹਾਡਾ ਵੈਲਥ ਕੀ ਹੈ, ਤੁਹਾਡੇ ਕੋਲ ਬੈਂਕ ਬੈਲੈਂਸ ਕਿੰਨਾ ਹੈ, ਜਾਂ ਤੁਹਾਡੀ ਜਿਹੜੀ ਪੁਲਿਸ ਰਿਕਾਰਡ ਕਿਸ ਤਰ੍ਹਾਂ ਦਾ ਹੈ, ਲਾਈਕ ਦੈਟ ਸੋ ਮਨੀ ਇਨਫੋਰਮੇਸ਼ਨ। ਹੁਣ ਹੋ ਸਕਦਾ ਹੈ ਕਿ ਐਡ ਹੋ ਜਾਵੇ ਉਹਦੇ ਵਿੱਚ ਕਿ ਤੁਹਾਡੀ ਹੈਲਥ ਕਿਸ ਤਰ੍ਹਾਂ ਦੀ ਹੈ, ਤੁਹਾਡੇ ਕੋਲ ਇਮਿਊਨਿਟੀ ਦਾ ਤੁਹਾਡਾ ਬੋਡੀ ਜਿਹੜੀ ਹੈ ਉਹ ਬਰਦਾਸ਼ਤ ਕਰੇਗੀ ਕਿ ਨਹੀਂ ਕਰੇਗੀ ਬਾਹਰ ਜਾ ਕੇ ਅਗਰ ਕੋਈ ਵਾਇਰਸ ਆ ਜਾਂਦਾ। ਸੋ ਦਿਸ ਇਮਿਊਨਿਟੀ ਸਰਟੀਫਿਕੇਟ ਹੋ ਸਕਦਾ ਕੱਲ ਨੂੰ ਆ ਜਾਵੇ। ਸੋ ਸਾਰੇ ਬੱਚਿਆਂ ਦਾ ਮਤਲਬ ਮੇਰਾ ਇੱਕ ਰਿਕੁਐਸਟ ਹੈ ਕਿ ਆਪਣੀ ਹੈਲਥ ਦਾ ਪੂਰਾ ਖਿਆਲ ਰੱਖੋ। ਇਮਿਊਨਿਟੀ ਡਿਵੈਲਪ ਕਰਨ ਵਾਸਤੇ ਜੋ ਵੀ ਮੈਥਡ ਮਿਲਦੇ ਨੇ, ਜੋ एसपी अंकल जी ਤੁਸੀਂ कैरी ऑन करो। हाँ जी हाँ जी ਵਿੱਚ ਕੁਝ ਆ ਗਿਆ ਸੀ। ਅੱਛਾ ਠੀਕ ਹੈ, ਵੀ ਸ਼ੈਲ ਉਸ ਤੋਂ ਬਾਅਦ ਅਸੀਂ ਹੋਰ ਇਸ ਤਰ੍ਹਾਂ ਹੀ ਐਫਰਟ ਕਰਦੇ ਰਵਾਂਗੇ ਕਿ ਹੋਰ ਤੇ ਹੋਰ ਫੈਕਲਟੀਜ਼ ਤੁਹਾਨੂੰ ਮਿਲਦੇ ਰਹਿਣ। ਐਂਡ ਮੈਨੂੰ ਲੱਗਦਾ ਹੈ ਕਿ ਇਹ ਜੇ ਵੀ ਅੱਜ ਦਾ ਸੈਸ਼ਨ ਸੀ ਇਹਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਹੈ ਕਿ 40 ਤੋਂ ਜ਼ਿਆਦਾ ਲੋਕ ਜੁੜੇ ਹੋਏ ਤੇ ਸਾਰਿਆਂ ਨੇ ਇਸ ਨੂੰ ਇੰਜੋਏ ਕੀਤਾ ਹੋਏਗਾ। ਔਰ ਸਪੈਸ਼ਲ ਥੈਂਕਸ ਕਰਦਾ ਮੈਂ ਮਨਜੀਤ ਸਿੰਘ ਵੀਰ ਜੀ ਦਾ, ਜੋ ਚੰਡੀਗੜ੍ਹ ਤੋਂ ਸਾਡੇ ਨਾਲ ਜੁੜੇ। ਹਾਲਾਂਕਿ ਟੈਕਨੀਕਲੀ ਥੋੜਾ ਜਿਹਾ ਪ੍ਰੋਬਲਮ ਜੀ, ਉਹ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸਭ ਨੂੰ ਬਹੁਤ ਕੱਟ ਕੇ ਆ ਰਹੀ ਸੀ। ਕੋਸ਼ਿਸ਼ ਕੀਤੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਸ ਤੋਂ ਗੇਨ ਕਰ ਪਾਈਏ। ਐਂਡ ਅਨੀਤ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਔਰ ਚੇਤਨ ਪੁਣੇ ਤੋਂ ਜੁੜੇ ਹੋਏ ਸਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਐਂਡ ਆਪ ਸਭ ਜੋ ਮੇਰੇ ਨਾਲ ਜੁੜੇ ਹੋਏ ਹੋ ਇਸ ਵੇਲੇ ਔਰ ਇਸ ਵੈਬਿਨਾਰ ਨੂੰ ਇੰਜੋਏ ਕੀਤਾ ਹੈ, ਸਭ ਦਾ ਬਹੁਤ ਬਹੁਤ ਧੰਨਵਾਦ। ਆਪਾਂ ਫਿਰ ਮਿਲਾਂਗੇ ਔਰ ਨੈਕਸਟ ਵੈਬਿਨਾਰ ਦੀ ਜੋ ਵੀ ਸੂਚਨਾ ਹੋਏਗੀ ਤੁਹਾਨੂੰ ਜਸਪੀਰ ਜੀ ਦੇਣਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪੀਰ ਜੀ। जसबीर जी आई थिंक किधर बिजी हो गए ने। सो लेट्स रैप अप द वेबिनार। सारिਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।